ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫ਼ਤੇ ਦੀ ਤਰ੍ਹਾਂ ਸਿੱਖ ਚੈਨਲ ਦੇ ਜ਼ਰੀਏ ਤੁਹਾਡਾ ਆਪਣਾ ਪ੍ਰੋਗਰਾਮ ਗੱਲ ਪੰਜਾਬ ਦੀ ਲੈ ਕੇ ਅੱਜ ਹਾਜ਼ਰ ਹੋਇਆ। ਗੱਲ ਪੰਜਾਬ ਦੀ ਵਿੱਚ ਪੰਜਾਬੀਆਂ ਨਾਲ ਜੁੜਿਆ ਹਰ ਮੁੱਦੇ ਤੇ ਅਸੀਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਕਿਉਂਕਿ ਅੱਗੇ ਵੀ ਅਸੀਂ ਅਨੇਕਾਂ ਵਾਰੀ ਇਹਨਾਂ ਵਿਸ਼ਿਆਂ ਤੇ ਤੁਹਾਡੇ ਨਾਲ ਗੱਲਬਾਤ ਕੀਤੀ, ਤੁਸੀਂ ਉਹਨਾਂ ਚੀਜ਼ਾਂ ਨੂੰ ਸਹਿਲਾਇਆ ਵੀ, ਸਾਨੂੰ ਤੁਸੀਂ ਹਮੇਸ਼ਾ ਆਪਣੀਆਂ ਚੰਗੀਆਂ ਸਲਾਹਾਂ ਵੀ ਦਿੱਤੀਆਂ। ਕਿਉਂਕਿ ਕੋਈ ਵੀ ਪੰਜਾਬ ਦੀ ਧਰਤੀ ਤੇ ਜੋ ਜੰਮਿਆ, ਉਹਦੇ ਦਿਲ ਦੀ ਇੱਕ ਇੱਛਾ ਹੁੰਦੀ, ਉਹਦੇ ਘਰਦਿਆਂ ਦੀ ਇੱਛਾ ਹੁੰਦੀ ਕਿ ਸਾਡਾ ਪੁੱਤ ਕਿਹੜੀ ਘੜੀ, ਸਾਡੀ ਧੀ ਕਿਹੜੀ ਘੜੀ ਬਾਹਰਲੇ ਮੁਲਕ ਚਲ ਜਾਵੇ। ਭਾਵੇਂ ਉੱਥੇ ਜਾ ਕੇ ਉਹ ਕਿੰਨੇ ਤੰਗ ਹੋਣ, ਉੱਥੇ ਜਾ ਕੇ ਉਹਨਾਂ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ, ਲੇਕਿਨ ਹਰ ਇੱਕ ਦੇ ਤਰਲੋ ਮੱਛੀ ਹੋਇਆ ਰਹਿੰਦਾ ਕਿ ਸਾਡਾ ਧੀ ਪੁੱਤ ਬਾਹਰਲੇ ਮੁਲਕ ਚਲ ਜਾਵੇ। ਭਾਵੇਂ ਉਹਨਾਂ ਦੀਆਂ ਜਾਇਦਾਦਾਂ ਘਰ-ਬਾਰ ਪੰਜਾਬ ਦੀ ਧਰਤੀ ਤੇ ਵਿਕ ਜੇ, ਲੇਕਿਨ ਪਰਵਾਹ ਨਹੀਂ ਕਰਦੇ। ਪਰ ਪਿਛਲੇ ਕੁਝ ਕੁ ਮਹੀਨਿਆਂ ਤੋਂ ਜੋ ਕਿੱਸੇ, ਵੈਸੇ ਤੇ ਪਹਿਲਾਂ ਵੀ ਇਦਾਂ ਦੇ ਕਿੱਸੇ ਆਉਂਦੇ ਰਹੇ ਨੇ, ਲੇਕਿਨ ਹੁਣ ਜੋ ਕਿੱਸੇ ਆ ਰਹੇ ਨੇ ਕਿ ਕਿੰਨੇ ਲੱਖਾਂ ਰੁਪਈਆ ਖਰਚ ਕੇ ਉਹਨਾਂ ਨੇ ਕੁੜੀ ਨੂੰ ਭੇਜਿਆ, ਲੇਕਿਨ ਕੁੜੀ ਉੱਥੇ ਜਾ ਕੇ ਮੁੰਡੇ ਨੂੰ ਜਵਾਬ ਦੇ ਗਈ, ਜਾਂ ਉਹਨਾਂ ਨੇ ਮੁੰਡੇ ਨੂੰ ਭੇਜਿਆ ਤੇ ਉੱਥੇ ਜਾ ਕੇ ਮੁੰਡਾ ਕੁੜੀ ਵਾਲਿਆਂ ਨੂੰ ਜਵਾਬ ਦੇ ਗਿਆ। ਇਦਾਂ ਦੀਆਂ ਅਨੇਕਾਂ ਉਦਾਹਰਨਾਂ ਨੇ ਸਾਡੇ ਸਾਹਮਣੇ। ਇਹਦੇ ਤੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਅੱਜ ਆਪੋ ਆਪਣੇ ਘਰਾਂ ਤੋਂ ਮੇਰੇ ਨਾਲ ਜੁੜੇ ਨੇ ਗੁਰਦੁਆਰਾ ਅਕਾਲ ਦਰਬਾਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਹਰਦੀਪ ਸਿੰਘ ਜੀ ਅਤੇ ਸਰਪੰਚ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ। ਸੋ ਕੁਝ ਸਮੇਂ ਤੱਕ ਸਾਡੇ ਨਾਲ ਜਸਵਿੰਦਰ ਸਿੰਘ ਜੀ ਕਾਲਾ ਗੁਰਦੁਆਰੇ ਬਾਬੇ ਕੇ ਤੋਂ ਜੁੜਨ ਦੀ ਕੋਸ਼ਿਸ਼ ਕਰਨਗੇ। ਸੋ ਤਦ ਤੱਕ ਮੈਂ ਇਹਨਾਂ ਦੋਨਾਂ ਵੀਰਾਂ ਨੂੰ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਥੋੜਾ ਜਿਹਾ ਵਿਸਤਾਰ ਸੇ ਦੱਸੋ ਵੀ ਜੋ ਚੱਕਰ ਚੱਲ ਰਿਹਾ, ਜੋ ਘਟਨਾਕ੍ਰਮ ਹੋਇਆ ਪਿਛਲੇ ਕੁਝ ਹਫ਼ਤਿਆਂ ਤੋਂ, ਕੁਝ ਮਹੀਨਿਆਂ ਤੋਂ, ਕਿ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਜਾਂ ਬਾਹਰਲੇ ਮੁਲਕਾਂ ਦੀ ਦੌੜ ਦੇ ਵਿੱਚ ਕਿਸ ਤਰ੍ਹਾਂ ਪਰਿਵਾਰਾਂ ਦੇ ਨਾਲ ਅਨਹੋਣੀ ਵਾਪਰੀ, ਕਿਸ ਤਰ੍ਹਾਂ ਲਵਪ੍ਰੀਤ ਨੇ ਖੁਦਕੁਸ਼ੀ ਕੀਤੀ ਤੇ ਕਿਉਂ ਕੀਤੀ, ਇਹਨਾਂ ਦੇ ਕੀ ਕਾਰਨ ਨੇ। ਸਭ ਤੋਂ ਪਹਿਲਾਂ ਸਿੱਖ ਚੈਨਲ ਦੇਖਦੀ ਸਾਰੀ ਸੰਗਤ ਨੂੰ ਦੇਸ਼ ਪ੍ਰਦੇਸ਼ਾਂ ਦੇ ਵਿੱਚ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਲਿਹਾਰ ਸਿੰਘ ਜੀ ਰਾਮੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪ ਜੀਆਂ ਨੂੰ, ਆਪ ਜੀ ਦੇ ਬੇਟੇ ਜਗਦੀਪ ਸਿੰਘ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ। ਮਹਾਰਾਜ ਬੱਚੇ ਨੂੰ ਚੜ੍ਹਦੀ ਕਲਾ ਬਖਸ਼ੇ, ਆਉਣ ਵਾਲਾ ਸਮਾਂ ਉਹਦੇ ਲਈ ਖੁਸ਼ੀਆਂ ਵਾਲਾ ਬਖਸ਼ਿਸ਼ ਕਰੇ। ਬੜਾ ਹੀ ਇੱਕ ਮੰਦਭਾਗਾ ਜਿਹੜਾ ਸਮਾਂ ਪੰਜਾਬ ਦੇ ਉੱਤੇ ਚੱਲ ਰਿਹਾ, ਇਹ ਮੰਦਭਾਗਾ ਮੈਂ ਤਾਂ ਕਹਿ ਰਿਹਾ ਕਿਉਂਕਿ ਜਿਹੜੀ ਕੌਮ ਦੀ ਜਵਾਨੀ ਜਾਂ ਜਿਹੜੇ ਦੇਸ਼ ਦੀ ਜਵਾਨੀ, ਜਿਹੜੀ ਸਟੇਟ ਦੀ ਜਵਾਨੀ, ਜਦੋਂ ਉਹੀ ਇੱਕ ਦੂਜੇ ਦੇ ਨਾਲ ਧੋਖਾਧੜੀ ਕਰਨ ਲੱਗ ਪਵੇ ਇੱਕ ਦੂਸਰੇ ਦੇ ਨਾਲ, ਕਿਉਂਕਿ ਜਵਾਨੀ ਜਿਹੜੀ ਆ ਉਹਨੂੰ ਤਾਂ ਹੀ ਪੜ੍ਹਾਇਆ ਲਿਖਾਇਆ ਜਾ ਰਿਹਾ ਕਿ ਜਵਾਨੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੀ, ਸਟੇਟ ਦੀ, ਕੌਮ ਦੀ ਜਿਹੜੀ ਆ ਵਾਗਡੋਰ ਨੂੰ ਸੰਭਾਲਣਾ ਹੁੰਦਾ। ਤੇ ਜਵਾਨੀ ਨੂੰ ਪੜ੍ਹਾਉਣ ਵਾਸਤੇ, ਬੱਚਿਆਂ ਨੂੰ ਪੜ੍ਹਾਉਣ ਵਾਸਤੇ ਮਾਂ ਪਿਓ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜ ਰਿਹਾ। ਇੱਕ ਬੜੀ ਚੰਗੀ ਗੱਲ ਹੈ ਕਿ ਵਿਦੇਸ਼ਾਂ ਦੇ ਵਿੱਚ ਪੜ੍ਹ ਕੇ ਬੱਚੇ ਚੰਗੀਆਂ ਜੋਬਾਂ ਤੇ ਲੱਗਣਗੇ, ਚੰਗੀਆਂ ਨੌਕਰੀਆਂ ਕਰਨਗੇ, ਚੰਗੀ ਮੱਤ ਲੈਣਗੇ। ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਬਲਿਹਾਰ ਸਿੰਘ ਜੀ ਰਾਮੇਵਾਲ ਸਾਹਿਬ ਆਪਾਂ ਕਿਉਂ ਆਉਂਦੇ ਹਾਂ? ਕਿਉਂਕਿ ਇੱਥੇ ਕਾਨੂੰਨ ਬੜਾ ਵਧੀਆ, ਇੱਥੇ ਸਾਨੂੰ ਹਰ ਇੱਕ ਉਹ ਸੁਵਿਧਾ ਪ੍ਰਾਪਤ ਹੁੰਦੀ ਹੈ ਜਿਹੜੀ ਸਾਨੂੰ ਇੱਕ ਆਮ ਜ਼ਿੰਦਗੀ 'ਚ ਚਾਹੀਦੀ ਹੁੰਦੀ ਹੈ। ਹਾਂਜੀ, ਇਮਾਨਦਾਰੀ ਇੱਥੇ ਬਹੁਤ ਜ਼ਿਆਦਾ ਕੁੱਟ-ਕੁੱਟ ਕੇ ਭਰੀ ਹੈ ਸਾਰਿਆਂ ਦੇ ਵਿੱਚ, ਭਾਵੇਂ ਗੋਰਿਆਂ ਨੂੰ ਲੈ ਲਓ, ਆਪਣੇ ਲੋਕ ਵੀ ਇੱਥੇ ਆ ਕੇ ਜਿਹੜੇ ਇਮਾਨਦਾਰੀ ਦੇ ਨਾਲ ਰਹਿਣਾ ਸਿੱਖ ਗਏ। ਪੁਰਾਣੇ ਬਜ਼ੁਰਗ ਜਿਹੜੇ ਆ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ। ਤੇ ਹੁਣ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਨੌਕਰੀਆਂ ਦੀ ਘਾਟ ਆ, ਪੜ੍ਹਾਈ ਦਾ ਕੋਈ ਲੈਵਲ ਨਹੀਂ ਰਹਿ ਗਿਆ, ਹਰ ਜਗ੍ਹਾ ਬੇਈਮਾਨੀ, ਹਰ ਜਗ੍ਹਾ ਗੌਰਮੈਂਟ ਨੇ, ਖਾਸ ਕਰਕੇ ਜਦੋਂ ਦੀ ਆ ਮੋਦੀ ਸਰਕਾਰ ਆਈ ਆ ਉਹ ਸਮੇਂ ਦੇ ਵਿੱਚ ਤੇ ਖਾਸ ਕਰਕੇ ਇੰਨੀ ਕੁ ਜ਼ਿਆਦਾ ਬੇਈਮਾਨੀ। ਤੇ ਪੰਜਾਬ ਦੇ ਵਿੱਚ ਜਿਵੇਂ ਲਾਰੇ ਲੱਪੇ ਲਾ ਕੇ ਗੌਰਮੈਂਟ ਨੇ ਕਿ ਅਸੀਂ ਜੋਬਾਂ ਦੇਵਾਂਗੇ, ਅਸੀਂ ਆਹ ਦੇਵਾਂਗੇ, ਸਟੂਡੈਂਟਸ ਨੂੰ ਆਪਾਂ ਕਈ ਤਰੀਕਿਆਂ ਦੇ ਨਾਲ ਸੁਵਿਧਾਵਾਂ ਦੇਵਾਂਗੇ, ਪਰ ਦਿੱਤਾ ਕੱਖ ਨਹੀਂ ਗਿਆ। ਹਾਂਜੀ। ਤੇ ਪਿਛਲੇ ਕਈ ਦਹਾਕਿਆਂ ਤੋਂ, ਕਈ ਸਦੀਆਂ ਤੋਂ ਹੀ ਸਮਝ ਲਓ ਹੋ ਗਿਆ ਇਹ ਕੰਮ ਵੀ ਬੱਚੇ ਜਿਹੜੇ ਆ ਉਹ ਪੰਜਾਬ ਦੇ ਬਾਹਰ ਵੱਲ ਨੂੰ ਮੁੱਖ ਕੀਤਾ ਹੋਇਆ ਸਾਰਿਆਂ ਨੇ ਪੜ੍ਹਨ ਦੇ ਵਾਸਤੇ। ਬਿਲਕੁਲ। ਤੇ ਹੁਣ ਪੜ੍ਹਨ ਲਈ ਬੱਚੇ ਤਾਂ ਆਉਂਦੇ ਆ ਕਿ ਇੱਥੇ ਸਾਨੂੰ ਬੈਟਰ ਲਾਈਫ ਮਿਲੂਗੀ, ਸੱਚ ਬੋਲਣ ਨੂੰ ਮਿਲੂਗਾ, ਬੇਈਮਾਨੀ ਤੋਂ ਛੁਟਕਾਰਾ ਹੋਊਗਾ। ਪਰ ਕਮਾਲ ਦੀ ਗੱਲ ਇਹ ਹੋ ਗਈ ਕਿ ਜਿਵੇਂ ਹੁਣ ਘਟਨਾਵਾਂ ਹੋਈਆਂ, ਲੇਟੈਸਟ ਘਟਨਾ ਜਿਹੜੀ ਆ, ਇੱਕ ਬਰਨਾਲੇ ਦਾ ਮੁੰਡਾ, ਧਨੌਲਾ ਪਿੰਡ, ਲਵਪ੍ਰੀਤ ਸਿੰਘ, ਹਾਂਜੀ, ਤੇ ਉਹਦੇ ਕੇਸ ਤੋਂ ਬਾਅਦ ਵਿੱਚ ਜਿੰਨੇ ਕੇਸ ਹੁਣ ਸਾਹਮਣੇ ਆਏ, ਵੈਸੇ ਹੈ ਤੇ ਪਹਿਲਾਂ ਹੀ ਚੱਲ ਰਿਹਾ ਕੰਮ, ਜਿਵੇਂ ਤੁਸੀਂ ਵੀ ਹੁਣੇ ਜ਼ਿਕਰ ਕੀਤਾ ਵੀ ਚੱਲ ਤਾਂ ਇਹ ਪਹਿਲਾਂ ਹੀ ਰਿਹਾ ਸੀ। ਕਈ ਵਾਰੀ ਕੋਈ ਬ੍ਰੇਕ ਥਰੂ ਮਿਲਣਾ ਹੁੰਦਾ ਵੀ ਇੱਥੋਂ ਫਿਰ ਸਾਰਿਆਂ ਨੂੰ ਪਤਾ ਲੱਗਣਾ। ਜਿਵੇਂ ਇੰਗਲੈਂਡ ਦੇ ਵਿੱਚ ਹੋਇਆ ਸੀ ਪਿੱਛੇ, ਜੇ ਤੁਹਾਨੂੰ ਯਾਦ ਹੋਣਾ ਵੀ ਮੁੰਡੇ ਨੂੰ ਮਹੀਨਾ ਕੀ ਹੋਇਆ ਸੀ ਇਹਦੇ ਆਏ ਨੂੰ, ਤੇ ਉਹਨੇ ਸੁਸਾਈਡ ਕੀਤਾ ਸੀਗਾ, ਪਾਰਕ ਦੇ ਵਿੱਚੋਂ ਉਹਦੀ ਲਾਸ਼ ਲੱਭੀ ਸੀਗੀ।
ਫਿਰ ਉਹ ਬਿਲਕੁਲ ਲਾਸ਼ ਮੁੜ ਬਿਲਕੁਲ ਕੇ ਸਾਰੀ ਕਮਿਊਨਿਟੀ ਨਾਲ ਰਲ ਕੇ ਵਾਪਸ ਭੇਜੀ ਸੀ। ਕਹਾਣੀ ਉਹਦੀ ਵੀ ਕੋਈ ਇਹੋ ਜਿਹੀ ਸੀਗੀ ਜਾਂ ਨਹੀਂ ਸੀਗੀ ਸਾਨੂੰ ਨਹੀਂ ਪਤਾ, ਪਰ ਗੱਲ ਇਹੋ ਜਿਹੀ ਕੋਈ ਨਾ ਕੋਈ ਉਹਦੇ ਨਾਲ ਜੁੜ ਗਈ ਸੀ ਉਦੋਂ ਵੀ ਇਸ ਮੁੰਡੇ ਦੇ ਨਾਲ ਕੋਈ ਵਧੀਕੀ ਜਿਹੜੀ ਹੈ ਇੱਥੇ ਕੁੜੀ ਵਾਲੇ ਮੈਟਰ ਤੇ ਜਾਂ ਕੋਈ ਇਦਾਂ ਹੋਇਆ ਹੈ। ਤੇ ਸਰਦਾਰ ਸਾਹਿਬ ਹੁਣ ਸਮਾਂ ਇੰਨਾ ਮਾੜਾ ਚੱਲਦਾ ਪਿਆ, ਉਹ ਲਵਪ੍ਰੀਤ ਮੁੰਡਾ ਜਿਹੜਾ 24 ਜੂਨ ਨੂੰ ਜਿਹਨੇ ਸੁਸਾਈਡ ਕੀਤਾ, ਹਾਂਜੀ ਉਸ ਮੁੰਡੇ ਨੇ, ਮਾਂ ਪਿਓ ਦਾ ਇਕੱਲਾ ਇਕੱਲਾ ਮੁੰਡਾ ਜੀ, 2 ਭੈਣਾਂ ਦਾ 1 ਭਰਾ, 24 ਜੂਨ ਨੂੰ ਉਹ ਆਪਣਾ ਜਿਹੜੀ ਹੈ ਆਪਣੀ ਜ਼ਿੰਦਗੀ ਖਤਮ ਕਰ ਗਿਆ। ਜ਼ਿੰਦਗੀ ਨੂੰ ਖਤਮ ਕਰਨ ਦਾ ਕਾਰਨ ਸਾਰਿਆਂ ਨੂੰ ਪਤਾ ਹੀ ਆ। ਅਸੀਂ ਅੱਜ ਬਿਲਕੁਲ ਸਿੱਖ ਚੈਨਲ ਦੇ ਜ਼ਰੀਏ ਇਹ ਡਿਬੇਟ ਇਸ ਕਰਕੇ ਕਰ ਰਹੇ ਹਾਂ, ਇਹ ਗੱਲਬਾਤ ਇਸ ਕਰਕੇ ਕਰ ਰਹੇ ਹਾਂ ਕਿ ਪੰਜਾਬੀਓ ਸੰਭਲ ਜਾਓ, ਅਜੇ ਵੀ ਸੰਭਲ ਜਾਓ। ਜਿਹੜੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਇੱਕ ਦੂਜੇ ਨਾਲ ਬੇਈਮਾਨੀ ਕਰਨ ਲੱਗ ਪਏ ਆ, ਜਿਹੜੇ ਬੱਚੇ ਇਹਨਾਂ ਧਰਤੀਆਂ ਦੇ ਉੱਤੇ ਆ ਕਰਕੇ ਵੀ ਇਮਾਨਦਾਰੀ ਵਾਲੀ ਜ਼ਿੰਦਗੀ ਨਹੀਂ ਜਿਉ ਰਹੇ, ਝੂਠ ਬੋਲ ਕੇ, ਮਾਂ ਪਿਓ ਨੂੰ ਪਤਾ ਹੀ ਕੱਖ ਨਹੀਂ। ਬਲਿਹਾਰ ਸਿੰਘ ਬਿਲਕੁਲ ਜੀ, ਇਸ ਇੰਗਲੈਂਡ ਦੇ ਵਿੱਚ ਵੀ ਜਿੰਨੇ ਸਟੂਡੈਂਟ ਆਏ ਆ, ਸਾਰਿਆਂ ਨੂੰ ਮੈਂ ਨਹੀਂ ਕਹਿ ਰਿਹਾ, ਪਰ ਸਟੂਡੈਂਟਸ ਦੇ ਵਿੱਚ ਕੁੜੀਆਂ ਤੇ ਮੁੰਡੇ ਦੋਵੇਂ ਹੀ, ਇਕੱਲੀਆਂ ਕੁੜੀਆਂ ਨਹੀਂ, ਇੰਨਾ ਵੀ ਝੂਠ ਮਾਂ ਪਿਓ ਦੇ ਨਾਲ ਬੋਲਿਆ ਜਾ ਰਿਹਾ, ਕਿਉਂਕਿ ਇੰਡੀਆ ਤੋਂ ਆਏ ਤੇ ਪੜ੍ਹਨੇ ਆ, ਬੈਟਰ ਲਾਈਫ ਦੇ ਵਾਸਤੇ, ਚੰਗੀ ਜ਼ਿੰਦਗੀ ਜਿਉਣ ਦੇ ਵਾਸਤੇ, ਵੀ ਆਪਾਂ ਇੱਥੇ ਚੰਗੀ ਜ਼ਿੰਦਗੀ ਜਿਉਵਾਂਗੇ, ਸੋਹਣੇ ਪੈਸੇ ਕਮਾਵਾਂਗੇ, ਪਿੱਛੇ ਮਾਂ ਪਿਓ ਦਾ ਕਰਜ਼ਾ ਲਾਵਾਂਗੇ, ਆਪਣੇ ਭੈਣ ਭਰਾਵਾਂ ਨੂੰ ਵੀ ਇੱਥੇ ਸੱਦਾਂਗੇ, ਹਨਾ। ਪਰ ਇੱਥੇ ਕੀ ਕਰ ਰਹੀਆਂ ਕੁੜੀਆਂ ਮੁੰਡੇ, ਰਾਤਾਂ ਨੂੰ 2-2 3-3 ਵਜੇ ਤੱਕ, ਉਹਨਾਂ ਨੂੰ ਪਤਾ ਨਹੀਂ ਹੈ ਆਪਣੀ ਜ਼ਿੰਦਗੀ ਦਾ ਵੀ ਸਾਡੀ ਜ਼ਿੰਦਗੀ ਖਰਾਬ ਹੋ ਰਹੀ ਆ। ਰਾਤਾਂ ਨੂੰ 2-2 3-3 ਵਜੇ ਤੱਕ ਉਹ ਆਪਣੇ ਘਰ ਨਹੀਂ ਜਾਂਦੇ। ਕੁੜੀਆਂ ਮੁੰਡੇ ਅਜੇ ਆਪਣੇ ਉਹ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ, ਕਈ ਤਾਂ ਇਹੋ ਜਿਹੇ ਕੇਸ ਹੈ ਕਿ ਜਾਣਦੇ ਵੀ ਨਹੀਂ ਇੱਕ ਦੂਜੇ ਨੂੰ, ਫਿਰ ਵੀ ਉਹ ਇਕੱਠੇ ਘੁੰਮਦੇ ਪਏ ਆ। ਮਾਂ ਪਿਓ ਨੂੰ ਪਿੱਛੇ ਪਤਾ ਨਹੀਂ, ਜੇ ਮਾਂ ਪਿਓ ਫੋਨ ਕਰਕੇ ਪੁੱਛਦਾ, ਹੁਣ ਫੋਨ ਤੇ ਤੁਹਾਨੂੰ ਪਤਾ ਹੀ ਆ, ਕੰਧ ਓਲੇ ਪ੍ਰਦੇਸ਼, ਤੇ ਫੋਨ ਤੇ ਤਾਂ ਜਿੰਨਾ ਝੂਠ ਬੋਲਿਆ ਜਾਂਦਾ ਉਹ ਪਤਾ ਹੀ, ਸਾਰਿਆਂ ਨੂੰ ਪਤਾ ਹੀ ਆ। ਲਵਪ੍ਰੀਤ ਸਿੰਘ ਮੁੰਡਾ ਜਿਹਨੇ 24 ਤਰੀਕ ਨੂੰ 24 ਜੂਨ ਨੂੰ ਆਪਣੀ ਜਾਨ ਦੇ ਦਿੱਤੀ। ਕੁੜੀ ਬੇਅੰਤ ਕੌਰ ਜਿਹੜੀ ਕੈਨੇਡਾ 'ਚ ਰਹਿੰਦੀ ਹੈ, ਜਿਹਦੇ ਨਾਲ ਲਵਪ੍ਰੀਤ ਦਾ ਵਿਆਹ ਜਿਹੜਾ ਆ ਉਹ ਕਰੀਬ ਅਗਸਤ ਮਹੀਨੇ ਦੇ ਵਿੱਚ 2019 'ਚ ਹੋਇਆ ਸੀਗਾ, 7 ਅਗਸਤ ਜਿਹੜੀ ਉਹ ਦੱਸੀ ਜਾਂਦੀ ਆ। ਬਿਲਕੁਲ ਮਾਂ ਪਿਓ ਨੇ ਬੜੇ ਚਾਵਾਂ ਨਾਲ ਉਹਦਾ ਵਿਆਹ ਕੀਤਾ ਜੀ, ਤੇ ਜਿਵੇਂ ਸਾਰਿਆਂ ਨੇ ਆਪਣੇ ਹੁੰਦਾ ਹੀ ਆ, ਬੱਚਿਆਂ ਦਾ ਬੜਾ ਚਾਅ ਦੇ ਨਾਲ ਵਿਆਹ ਕਰਦੇ। ਉਸ ਕੁੜੀ ਨੇ ਵਿਆਹ ਤੋਂ ਮਹੀਨੇ ਕੁ ਬਾਅਦ ਵਿੱਚ ਹੀ, ਜਿਵੇਂ ਉਹ, ਕਿਉਂਕਿ ਇਹ ਗੱਲਾਂ ਅਸੀਂ ਆਪਣੇ ਤੌਰ ਤੇ ਨਹੀਂ ਕਹਿ ਰਹੇ, ਇਹ ਗੱਲਾਂ ਸਾਰੀਆਂ ਉਹਨਾਂ ਦੀਆਂ ਚੈਟ ਜਿਹੜੀਆਂ ਹੁਣ ਸਾਹਮਣੇ ਆਈਆਂ ਮੋਬਾਈਲ ਦੇ ਉੱਤੇ, WhatsApp ਚੈਟਸ ਜਿਹੜੀਆਂ ਸਾਹਮਣੇ ਆਈਆਂ, ਉਹਨਾਂ ਦੇ ਵਿੱਚੋਂ ਨਿਕਲ ਕੇ ਆਈਆਂ। ਔਰ ਕੁੜੀ ਦੀਆਂ ਵੀ ਇੰਟਰਵਿਊਆਂ ਤੁਸੀਂ ਵੀ ਸੁਣੀਆਂ ਹੋਣਗੀਆਂ, ਮੈਂ ਵੀ ਬਹੁਤ ਸੁਣੀਆਂ ਨੇ ਉਹਦੀਆਂ। ਉਹ ਕੁੜੀ ਦੇ ਚਿਹਰੇ ਤੇ ਰੱਤੀ ਭਰ ਵੀ ਉਸ ਮੁੰਡੇ ਦੇ ਮਰਨ ਦਾ ਗਮ ਨਹੀਂ ਹੈਗਾ, ਵੀ ਚੱਲ ਹੋਰ ਗੱਲਾਂ ਤੇ ਠੀਕ ਆ। ਇਦਾਂ ਮੈਂ ਨਹੀਂ ਕਹਿਣ ਲੱਗਿਆ ਵੀ ਸਾਰੀਆਂ ਕੁੜੀਆਂ ਇੱਕੋ ਜਿਹੀਆਂ, ਪਰ ਕੈਨੇਡਾ ਦੇ ਵਿੱਚ ਖਾਸ ਕਰਕੇ ਇਸ ਵੇਲੇ ਜਿੰਨਾ ਕੁੜੀਆਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ, ਇਹਦੇ ਨਾਲ ਪੰਜਾਬ ਦੀ ਬੇਇੱਜ਼ਤੀ, ਸਿੱਖ ਕੌਮ ਦੀ ਬੇਇੱਜ਼ਤੀ। ਜਦੋਂ ਕੁੜੀ ਦਾ ਨਾਂ ਲਿਆ ਜਾਂਦਾ ਬੇਅੰਤ ਕੌਰ, ਤੇ ਕੌਰ ਨਾਮ ਸਿੱਖ ਦਾ, ਕੁੜੀਆਂ ਭਾਵੇਂ ਕਿਸੇ ਵੀ ਧਰਮ 'ਚ ਹੋਣ, ਕਿਸੇ ਵੀ ਕਮਿਊਨਿਟੀ 'ਚ ਹੋਣ, ਮੁੰਡੇ ਕਿਸੇ ਵੀ ਕਮਿਊਨਿਟੀ 'ਚ ਹੋਣ, ਉਹਨਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਪਰ ਅਸੀਂ ਸਿੱਖ ਹੋਣ ਦੇ ਨਾਤੇ ਜਦੋਂ ਅਸੀਂ ਇਹੋ ਜਿਹੀ ਗੱਲ ਪੜ੍ਹਦੇ ਹਾਂ, ਇਹੋ ਜਿਹਾ ਕੋਈ ਵਾਕਿਆ ਸੁਣਦੇ ਹਾਂ, ਹੁਣ ਬਲਿਹਾਰ ਸਿੰਘ ਜੀ, ਇਸ ਘਟਨਾ ਤੋਂ ਬਾਅਦ ਵਿੱਚ ਬੇਅੰਤ ਕੌਰ ਨੇ ਉਸ ਮੁੰਡੇ ਨੂੰ ਜਦੋਂ 1 ਮਹੀਨੇ ਦੇ ਬਾਅਦ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਹੁਣ ਤੁਸੀਂ ਵੀ ਜਾਣਦੇ ਹੋ, ਜਦੋਂ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਹੁੰਦਾ ਨਾ ਜੀ, ਇਹਦੇ ਵਿੱਚ ਪਿਆਰ ਬੜਾ ਹੋਣਾ ਚਾਹੀਦਾ, ਇਹਦੇ ਵਿੱਚ ਪਿਆਰ ਸਤਿਕਾਰ ਜਿਹੜਾ ਉਹ ਬਹੁਤ ਜ਼ਿਆਦਾ ਹੋਣਾ ਚਾਹੀਦਾ। ਔਰ ਕੁਦਰਤੀ ਜੀ ਗੱਲ ਆ, ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ, ਜਦੋਂ ਉਹ ਤੁਹਾਡੀਆਂ ਗੱਲਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਵੇਗਾ, ਜਦੋਂ ਪਤੀ ਆ ਜੇ ਪਤਨੀ ਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਗਾ, ਇਟ ਮੀਨਸ ਕਿਤੇ ਨਾ ਕਿਤੇ ਕੋਈ ਨਾ ਕੋਈ ਕਹਾਣੀ ਜਿਹੜੀ ਆ ਉਹ ਵਾਪਰਨ ਲੱਗ ਪਈ ਆ, ਕੋਈ ਨਾ ਕੋਈ ਜਿਹੜਾ ਝਮੇਲਾ ਹੈ ਉਹ ਪੈਣ ਲੱਗ ਪਿਆ। ਕਿਉਂਕਿ ਬੰਦਾ ਆਪਣੇ ਦਿਲ ਦੀ ਗੱਲ ਸ਼ੇਅਰ ਕਰਦਾ, ਹਰ ਇੱਕ ਗੱਲ ਆਪਣੀ ਪਤਨੀ ਦੇ ਨਾਲ, ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਹੀ ਇਹੋ ਜਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ 4 ਲਾਵਾਂ ਲੈ ਕੇ ਏਕ ਜੋਤ ਦੋਏ ਮੂਰਤੀ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਆ। ਪਰ ਇਹਨਾਂ ਨੇ, ਇਸ ਕੁੜੀ ਨੇ ਕੀ ਕੀਤਾ, 1 ਮਹੀਨੇ, ਜਿਵੇਂ ਉਹਦੇ ਮਾਂ ਪਿਓ ਵੀ ਦੱਸਦੇ ਆ, ਉਹਦਾ ਚਾਚਾ ਵੀ ਦੱਸ ਰਿਹਾ ਮੁੰਡੇ ਦਾ, ਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਵੀ ਪੈ ਰਹੀਆਂ ਔਰ ਉਹਦੀਆਂ ਚੈਟਸ ਪੈ ਰਹੀਆਂ ਨੇ, ਕੋਈ ਝੂਠੀ ਗੱਲ ਨਹੀਂ, ਸਾਰਿਆਂ ਦੇ ਸਾਹਮਣੇ ਹੋ ਰਿਹਾ। ਉਹਨੇ ਕੁੜੀ ਨੇ 1 ਮਹੀਨੇ ਬਾਅਦ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਜੀ। ਤੇ ਇਗਨੋਰ ਵੀ ਇਸ ਲੈਵਲ ਤੇ ਕੀਤਾ, ਜੇ ਕਿਤੇ ਤੁਸੀਂ ਉਹ ਚੈਟ ਪੜ੍ਹੋਗੇ ਨਾ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਮੁੰਡੇ ਦੀ ਤੇ ਕੁੜੀ ਦੀ, ਦੋਨਾਂ ਦੀ, ਉਹ ਮੁੰਡਾ ਮਿੰਨਤਾਂ ਤਰਲੇ ਕਰ ਰਿਹਾ, ਉਹਦੇ ਮਿੰਨਤਾਂ ਤਰਲੇ ਕਰ ਰਿਹਾ ਕਿ ਤੂੰ ਮੇਰੇ ਨਾਲ ਗੱਲ ਕਰ, ਤੂੰ ਮੈਨੂੰ ਕਾਲ ਕਰ। ਉਹ ਅੱਗਿਓਂ ਬਸ ਇੰਨੀ ਕੀ ਗੱਲ ਕਰ ਰਹੀ ਆ, ਮੈਂ ਕੰਮ ਤੇ ਚੱਲੀ ਆ। ਅਸੀਂ ਵੀ ਇੱਥੇ ਇੰਗਲੈਂਡ 'ਚ ਰਹਿੰਦੇ ਹਾਂ, ਤੁਸੀਂ ਵੀ ਰਹਿੰਦੇ ਹੋ, ਤੁਸੀਂ ਆਪਣਾ ਕੰਮ ਕਰਦੇ ਹੋ, ਸਵੇਰੇ ਤੜਕੇ ਜਾਂਦੇ ਹੋ, ਸ਼ਾਮ ਨੂੰ ਆਉਂਦੇ ਹੋ, ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਤੁਸੀਂ ਘਰੇ ਵਿੱਚ ਫੋਨ ਵੀ ਕਰਦੇ ਹੋ, ਭਾਵੇਂ ਇੰਡੀਆ ਕਰਦੇ ਹੋ ਭਾਵੇਂ ਇੱਥੇ ਵੀ ਕਰਦੇ ਹੋ। 1-2 ਮਿੰਟ ਵੀ ਮਿਲੇ ਤਾਂ ਵੀ ਤੁਸੀਂ ਕਾਲ ਕਰਦੇ ਹੋ, ਮੈਂ ਵੀ ਕਰਦਾ ਹਾਂ ਜਦੋਂ ਵੀ ਟਾਈਮ ਮਿਲਦਾ। ਸਾਰੇ ਜਿਹੜੇ ਬਾਹਰ ਵਿਦੇਸ਼ਾਂ 'ਚ ਰਹਿੰਦੇ ਆ ਕੰਮ ਕਰਦੇ ਆ, ਕੰਮ ਕਰਨ ਦੇ ਨਾਲ ਨਾਲ ਜਦੋਂ ਬ੍ਰੇਕਾਂ, ਤੁਹਾਨੂੰ ਪਤਾ ਹੀ ਹੈ ਕਿ ਬ੍ਰੇਕਾਂ ਇੱਥੇ ਕੰਮਾਂ ਦੇ ਉੱਤੇ ਹਰ 2 ਘੰਟੇ 3 ਘੰਟੇ ਜਾਂ ਘੰਟੇ ਬਾਅਦ ਵੀ 10 ਭਾਵੇਂ 5 ਮਿੰਟ ਦੀ ਬ੍ਰੇਕ ਹੋਵੇ, ਹੁੰਦੀ ਜ਼ਰੂਰ ਆ। ਤੇ ਜਦੋਂ ਬ੍ਰੇਕ ਹੁੰਦੀ ਹੈ ਤੇ ਬੰਦੇ ਦੇ ਦਿਮਾਗ ਵਿੱਚ ਇਹ ਹੁੰਦਾ, ਜਿਹੜਾ ਮੇਰਾ ਸਾਰਿਆਂ ਤੋਂ ਨੇੜੇ ਆ, ਜਾਂ ਜਿਹਦੇ ਨਾਲ ਮੇਰਾ ਬੜਾ ਪਿਆਰ ਆ, ਮਾਂ ਪਿਓ ਭੈਣ ਭਰਾ ਤੇ ਪਤੀ ਪਤਨੀ ਜਾਂ ਬੱਚੇ, ਬੰਦਾ ਉਹਨਾਂ ਦੇ ਨਾਲ ਗੱਲਬਾਤ ਕਰਦਾ।
ਪਰ ਇਸ ਕੁੜੀ ਨੂੰ ਮੁੰਡਾ ਤਰਲੇ ਮਾਰ ਰਿਹਾ ਜੀ, ਉਹ ਚੈਟਾਂ ਦੇ ਵਿੱਚ ਉਹ ਗੱਲ ਨਹੀਂ ਕਰ ਰਹੀ। ਇਥੋਂ ਕੀ ਸਾਬਤ ਹੁੰਦਾ? ਸਿੱਧੀ ਜਿਹੀ ਗੱਲ ਵੀ ਉਹ ਉਹਨੂੰ ਇਗਨੋਰ ਕਰ ਰਹੀ ਹੈ, ਤੇ ਇਗਨੋਰ ਬੰਦਾ ਉਦੋਂ ਕਰਦਾ ਆ ਜਦੋਂ ਉਹਨੂੰ ਕਿਧਰੇ ਹੋਰ ਕੋਈ ਸਹਾਰਾ ਕੋਈ ਨਾ ਕੋਈ ਮਿਲ ਗਿਆ ਹੋਵੇ। ਬਿਲਕੁਲ। ਹੁਣ ਉਹ ਇਹ ਮਸਲਾ ਤਾਂ ਅਸੀਂ ਵਿਚਾਰ ਰਹੇ ਹਾਂ ਕਿ ਪੰਜਾਬੀਓ, ਤੁਹਾਡਾ ਸਾਰਿਆਂ ਦਾ ਹੀ, ਅਸੀਂ ਵੀ ਨਾਲ ਹੀ ਹਾਂ, ਸਾਡਾ ਸਾਰਿਆਂ ਦਾ ਹੀ ਇਹ ਮਾੜਾ ਵਕਤ ਚੱਲਦਾ ਪਿਆ। ਬੱਚਿਆਂ ਨੂੰ ਸੰਭਾਲ ਲਓ। ਵਿਦੇਸ਼ਾਂ ਦੇ ਵਿੱਚ ਧੀਆਂ ਨੂੰ ਭੇਜ ਰਹੇ ਹੋ, ਪੁੱਤਰਾਂ ਨੂੰ ਭੇਜ ਰਹੇ ਹੋ, ਇਸ ਕਰਕੇ ਕਿ ਇਹ ਸੋਹਣੀ ਜ਼ਿੰਦਗੀ ਜਿਉਣਗੇ ਉੱਥੇ ਜਾ ਕੇ। ਪਰ ਸੱਚ ਇਹੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਆਏ ਨੇ, ਉਹਨਾਂ ਵਿੱਚੋਂ ਕੁਝ ਕੁ ਨੂੰ ਛੱਡ ਕੇ, ਕੁਝ ਕੁ ਚੰਗੇ ਵੀ ਨੇ, ਬਹੁਤ ਚੰਗੇ ਨੇ, ਬੜੇ ਵਧੀਆ ਪੜ੍ਹਾਈਆਂ ਕਰ ਰਹੇ, ਆਪਣੇ ਯੂਨੀਵਰਸਿਟੀਆਂ ਜਾ ਰਹੇ ਆ, ਪਰ ਜ਼ਿਆਦਾਤਰ ਉਹਨਾਂ ਨੂੰ ਖੁੱਲ੍ਹ ਮਿਲ ਗਈ ਆ, ਆਜ਼ਾਦੀ ਮਿਲ ਗਈ ਆ ਇੱਥੇ ਆ ਕਰਕੇ। ਮਾਨੋ ਇਦਾਂ ਹੋ ਗਿਆ ਉਹਨਾਂ ਵਾਸਤੇ ਵੀ ਹੁਣ ਜ਼ਿੰਦਗੀ ਦੇ ਸਾਰੇ ਨਜ਼ਾਰੇ ਅੱਜ ਹੀ ਲੁੱਟ ਲਓ। ਠੀਕ ਆ, ਤੁਸੀਂ ਘੁੰਮੋ ਫਿਰੋ, ਮਜ਼ੇ ਕਰੋ, ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ, ਪਰ ਆਪਣੀ ਇੱਜ਼ਤ ਪੱਤ ਨੂੰ, ਆਪਣੇ ਪਿੱਛੇ ਨੂੰ ਤਾਂ ਯਾਦ ਰੱਖੋ। ਇਸ ਕੁੜੀ ਨੇ ਯਾਦ ਨਹੀਂ ਰੱਖਿਆ। ਕੈਨੇਡਾ ਦੇ ਵਿੱਚ ਇਸ ਕੁੜੀ ਨੇ ਆਪਣੇ ਪਤੀ ਨੂੰ ਭੁਲਾ ਦਿੱਤਾ, ਆਪਣੇ ਸਹੁਰੇ ਘਰ ਨੂੰ ਵੀ ਭੁਲਾ ਦਿੱਤਾ, ਤੇ ਉਹਦਾ ਰਿਜ਼ਲਟ ਕੀ ਆਇਆ ਜੀ ਸਾਹਮਣੇ? ਬਗਾਨਾ ਪੁੱਤ, ਇੱਕ ਮਾਂ ਦਾ ਇਕੱਲਾ ਇਕੱਲਾ ਪੁੱਤ, ਜਿਹਦੇ ਅਜੇ ਤੁਸੀਂ ਦੇਖੋ ਉਹਦੇ ਮੁੰਡੇ ਦੀਆਂ ਫੋਟੋਆਂ, ਅਜੇ ਛੋਟੀ ਛੋਟੀ ਦਾੜੀ ਵੀ ਜਿਹੜੀ ਆ ਉਹ ਮਾੜੀ ਮਾੜੀ ਫੁੱਟੀ ਆ, ਕੋਈ ਬਹੁਤੀ ਨਹੀਂ ਫੁੱਟੀ, ਕਿਉਂਕਿ ਛੋਟੀਆਂ ਉਮਰਾਂ 'ਚ ਵਿਆਹ ਹੋਏ ਆ, ਬਹੁਤੇ ਵੱਡੀਆਂ ਉਮਰਾਂ 'ਚ ਨਹੀਂ। ਹੁਣ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਨੂੰ ਬਾਰ-ਬਾਰ ਰਿਪੀਟ ਕੀਤਾ ਜਾ ਰਿਹਾ, ਜਿਹੜੇ ਅਗੇਂਸਟ ਨੇ, ਜਿਹੜੇ ਕੋਈ ਸ਼ਰਾਰਤੀ ਤੱਤ ਨੇ, ਕਿ ਸੌਦੇਬਾਜ਼ੀਆਂ ਹੋ ਰਹੀਆਂ। ਸੌਦੇਬਾਜ਼ੀਆਂ ਵੀ ਬੜੀਆਂ ਹੋ ਰਹੀਆਂ, ਇਹ ਸੱਚ ਆ। ਬਹੁਤ ਸੌਦੇਬਾਜ਼ੀਆਂ ਵੀ ਹੋਈਆਂ ਆ, ਵੀ ਕੁੜੀ ਆਇਲਸ ਕਰ ਲਵੇ ਤੇ ਮੁੰਡਾ ਜਿਹੜਾ ਆ ਉਹ ਪੈਸੇ ਲਾ ਦੇਵੇ ਤੇ ਚਲੋ ਜੀ ਬਾਹਰ। ਪਰ ਇਹ ਵਿਆਹ ਜਿਹੜਾ ਆ, ਇਹ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਗੁਰਦੁਆਰਾ ਮੰਜੀ ਸਾਹਿਬ, ਉੱਥੇ ਖੁੱਡੀ ਕਲਾਂ, ਜਿਹੜਾ ਕੁੜੀ ਦਾ ਪਿੰਡ ਆ, ਬਰਨਾਲੇ ਦੇ ਵਿੱਚ ਪੈਂਦਾ ਆ, ਉੱਥੇ ਹੋਇਆ। ਬੜੇ ਪ੍ਰੇਮ ਸਤਿਕਾਰ ਦੇ ਨਾਲ ਹੋਇਆ। 4 ਸਵੇਰੇ ਸਾਰਾ ਪਰਿਵਾਰ ਇਕੱਠਾ ਹੋਇਆ, ਤੇ ਦੋਵੇਂ ਪਰਿਵਾਰਾਂ ਨੇ ਰਲ ਕੇ, ਰਿਸ਼ਤੇਦਾਰਾਂ ਨੇ ਵਿਆਹ ਕੀਤਾ, ਆਨੰਦ ਕਾਰਜ ਕੀਤਾ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ। ਪਰ ਇਸ ਕੁੜੀ ਦੇ ਦਿਮਾਗ ਦੇ ਵਿੱਚ ਕੈਨੇਡਾ ਦਾ ਭੂਤ ਇਹੋ ਜਿਹਾ ਸਵਾਰ ਹੋਇਆ। ਮੁੰਡੇ ਦੇ ਕੋਲੋਂ ਜੀ 24 ਲੱਖ ਰੁਪਈਆ ਜਿਹੜਾ ਆ ਉਹ ਫੀਸਾਂ ਫੂਸਾਂ ਦਾ ਭਰਿਆ ਗਿਆ। ਜਿਹੜਾ ਮਾਂ ਪਿਓ ਦੱਸਦਾ, ਕਰੀਬ ਕਰਜ਼ਾ ਜਿਹੜਾ 30-35 ਲੱਖ ਤੋਂ ਉੱਪਰ ਹੀ ਆ ਸਾਰਾ, ਜਿਹੜਾ ਕੁੜੀ ਨੇ ਉੱਥੇ ਜਾ ਕੇ ਫੀਸਾਂ ਵੀ ਸਾਰੀਆਂ ਮੁੰਡੇ ਨੇ ਭਰੀਆਂ, 1 ਰੁਪਈਆ ਨਹੀਂ ਲਾਇਆ ਕੁੜੀ ਨੇ ਆਪ। ਤੇ ਹੁਣ ਉਹ ਕੁੜੀ ਦੇ ਜਿਹੜੇ ਬਿਆਨ ਆ, ਉਹ ਕਹੀ ਜਾਂਦੀ ਆ ਜੀ ਮੈਂ ਤਾਂ ਉਹਨੂੰ ਫੋਨ ਵੀ ਕਰਦੀ ਸੀ, ਮੈਂ ਮੈਸੇਜ ਵੀ ਕਰਦੀ ਸੀ, ਮੈਂ ਰਿਪਲਾਈ ਕਰਦੀ ਸੀ। ਰਿਪਲਾਈ ਸਿਰਫ ਜਾਂ ਤਾਂ ਇਦਾਂ ਅੰਗੂਠਾ ਖੜਾ ਹੋ ਜਾਂਦਾ ਸੀ, ਤੇ ਜਾਂ ਫਿਰ ਇਦਾਂ ਅੰਗੂਠਾ ਖੜਾ ਹੋ ਜਾਂਦਾ ਸੀ, ਇਦਾਂ ਹੀ ਰਿਪਲਾਈ ਆ ਰਿਹਾ, ਜਾਂ ਵੱਧ ਤੋਂ ਵੱਧ ਇੰਨਾ ਹੋ ਜਾਂਦਾ ਸੀ ਮੈਂ ਬਿਜ਼ੀ ਹਾਂ, ਮੈਂ 11 ਘੰਟੇ ਕੰਮ ਕਰਕੇ ਆਈ ਹਾਂ। ਸੋ ਇਹ ਬੜੀ ਮੰਦਭਾਗੀ ਘਟਨਾ ਚੱਲ ਰਹੀ ਹੈ ਪੰਜਾਬ ਦੇ ਵਿੱਚ। ਪੰਜਾਬ ਦੀਆਂ ਕੁੜੀਆਂ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਕੰਮ ਖਰਾਬ ਕਰ ਰਹੀਆਂ। ਮੁੰਡੇ ਵੀ ਬਹੁਤ ਕੰਮ ਖਰਾਬ ਕਰ ਰਹੇ ਆ। ਮੁੰਡਿਆਂ ਨੂੰ ਵੀ ਸ਼ਰਮ ਚਾਹੀਦੀ ਹੈ। ਜਿਹੜੇ ਮੁੰਡੇ ਨੇ ਉਸ ਕੁੜੀ ਦੇ ਨਾਲ ਗੱਲਬਾਤ ਕਰਕੇ, ਜਿਹਨੂੰ ਇੰਨਾ ਪਤਾ ਸੀ ਵੀ ਇਹ ਵਿਆਹੀ ਆ, ਤੇ ਉਸ ਮੁੰਡੇ ਨੂੰ ਇੰਨੀ ਸ਼ਰਮ ਨਾ ਆਈ ਵੀ ਇਹ ਵਿਆਹੀ ਆ, ਮੈਂ ਇਹਨੂੰ ਸਿੱਧੇ ਰਸਤੇ ਪਾਵਾਂ, ਮੈਂ ਤੈਨੂੰ ਇਹ ਕਹਾਂ ਵੀ ਤੇਰਾ ਤੇ ਪਤੀ ਆ, ਘਰ ਵਾਲਾ, ਤੂੰ ਉਹਦੇ ਨਾਲ ਗੱਲ ਕਰ। ਬਲਿਹਾਰ ਸਿੰਘ ਰਾਮੇਵਾਲ ਸਾਹਿਬ, ਇਦਾਂ ਇਹ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਚੱਲਿਆ। ਆਪਾਂ ਇਹਦੇ ਬਾਰੇ ਹੋਰ ਗਾਂਹ ਚਰਚਾ ਕਰਾਂਗੇ, ਕਿਉਂਕਿ ਸਰਪੰਚ ਸਾਹਿਬ ਵੀ ਆਪਣੇ ਨਾਲ ਨੇ, ਤੁਸੀਂ ਉਹਨਾਂ ਦੇ ਕੋਲ ਵੀ ਗੱਲਬਾਤ, ਉਹੀ ਕਹਿਣ ਲੱਗਿਆ ਸੀ ਕਰਕੇ ਇਸੇ ਗੱਲ ਤੇ ਅੱਗੇ ਫਿਰ ਕੰਟੀਨਿਊ ਕਰਦੇ ਹਾਂ ਜੀ। ਬਿਲਕੁਲ, ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਕੱਲਾ ਇੱਕੋ ਹੀ ਲਵਪ੍ਰੀਤ ਜਾਂ ਉਹਦੀ ਬੇਅੰਤ ਕੌਰ ਹੀ ਨਹੀਂ ਇਸ ਪਾਸੇ ਨੂੰ ਤੁਰੇ। ਅਨੇਕਾਂ ਕੇਸ ਆ ਰਹੇ, ਅਨੇਕਾਂ ਕੇਸ। ਵੈਸੇ ਬਿਲਕੁਲ ਜੀ, ਉਹਦੇ ਬਾਰੇ ਮੈਂ ਤੁਹਾਡਾ ਮੁੜ ਕੇ ਵੀ ਅਸੀਂ ਕਰਾਂਗੇ ਵੀ ਕਿੰਨੇ ਕੇਸ ਉਸ ਤੋਂ ਬਾਅਦ ਵਿੱਚ ਹੋ ਰਹੇ ਆ। ਬਿਲਕੁਲ, ਮੈਂ ਤੁਹਾਡੇ ਨਾਲ ਦੁਆਰੇ ਆਉਂਗਾ। ਸਰਪੰਚ ਸਾਹਿਬ, ਜਿਸ ਤਰ੍ਹਾਂ ਚੱਲ ਰਿਹਾ, ਇਸ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਸਵਾਲ ਪੁੱਛਾਂ। ਪੰਜਾਬ ਦੇ ਵਿੱਚ 3 ਖਿੱਤੇ ਵੱਜਦੇ ਆ, ਮਾਝਾ, ਮਾਲਵਾ ਤੇ ਦੁਆਬਾ। ਦੁਆਬਾ ਸਭ ਤੋਂ ਪਹਿਲਾਂ ਬਾਹਰ ਆਉਣਾ ਸ਼ੁਰੂ ਹੋਇਆ, ਚਾਹੇ ਕੋਈ ਵੀ ਦੇਸ਼ ਹੋਇਆ, ਦੁਆਬਾ ਸਭ ਤੋਂ ਪਹਿਲਾਂ ਬਾਹਰ ਗਿਆ। ਲੇਕਿਨ ਮਾਲਵੇ ਦੇ ਲੋਕਾਂ ਨੇ ਪਿਛਲੇ ਕੁਝ ਕੁ ਸਾਲਾਂ ਤੋਂ ਜਾਣਾ ਸ਼ੁਰੂ ਕੀਤਾ ਬਾਹਲਾ, ਕੈਨੇਡਾ ਤੇ ਅਮਰੀਕਾ। ਉੱਥੇ ਇੱਕ ਜਾਣਾ ਜਾਂਦਾ ਸੀ ਤੇ ਸਾਰੀ ਫੈਮਿਲੀ ਉਹਦੇ ਮਗਰ ਜਾ ਸਕਦੀ ਹੁੰਦੀ ਸੀ, ਕੁੜੀ ਵਾਲਿਆਂ ਦੀ ਵੀ ਤੇ ਮੁੰਡੇ ਵਾਲਿਆਂ ਦੀ ਵੀ। ਫਿਰ ਸੌਦੇ, ਜਿੱਦਾਂ ਬਾਬਾ ਜੀ ਗਿਆਨੀ ਜੀ ਹੁਣੀ ਕਿਹਾ, ਸੌਦੇ ਹੋਣੇ ਸ਼ੁਰੂ ਹੋ ਗਏ। ਫਿਰ ਸੌਦੇ ਹੋਣੇ ਸ਼ੁਰੂ ਹੋ ਗਏ ਕਿ ਇੰਨੇ ਲੱਖ ਜੀ, ਚਾਹੇ ਕੁੜੀ ਹੈ ਚਾਹੇ ਮੁੰਡਾ, ਇੰਨੇ ਲੱਖ ਚ ਸੌਦਾ ਕਰਦੇ ਆ। ਸਰਪੰਚ ਸਾਹਿਬ, ਜਿਹੜੀ ਇਹ ਰੀਤ ਚੱਲੀ ਸੀ, ਕੀ ਉਹਦਾ ਹੀ ਇਹ ਨਤੀਜਾ ਨਿਕਲਿਆ ਅੱਜ ਕਿ ਕੁੜੀਆਂ ਮੁੰਡੇ ਆਪਸ ਵਿੱਚ ਹੀ ਗੱਲਾਂ ਬਾਤਾਂ ਬਾਹਰ ਕਰਕੇ ਮਾਂ ਪਿਓ ਦਾ ਕੁੰਡਾ ਕਰ ਦਿੰਦੇ ਨੇ? ਜੀ ਕਿਸੇ ਦੇ ਵਿਚਾਰੇ ਦੇ ਖੱਤਾ ਹੁੰਦਾ, 2 ਖੱਤੇ ਹੁੰਦੇ, ਉਹ ਜਾਂ ਵੇਚ ਕੇ ਲਾਉਂਦੇ ਜਾਂ ਗਹਿਣੇ ਰੱਖ ਕੇ ਲਾਉਂਦੇ। ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਜੀ, ਜਦੋਂ ਆਪਾਂ ਪੜ੍ਹਦੇ ਹੁੰਦੇ ਸੀ, ਉਦੋਂ ਇੱਕ ਐਸੇ ਆਉਂਦਾ ਹੁੰਦਾ ਸੀ ਕਿ ਬ੍ਰੇਨ ਡਰੇਨ ਤੇ, ਕਿ ਜਿਹੜਾ ਦਿਮਾਗ ਹੈ, ਇੰਡੀਆ ਦੇ ਵਿੱਚ ਲੋਕ ਪੜ੍ਹਦੇ ਆ, ਬੜੀਆਂ ਡਿਗਰੀਆਂ ਕਰਦੇ, ਲੇਕਿਨ ਬਾਹਰ ਚਲੇ ਜਾਂਦੇ ਆ। ਲੇਕਿਨ ਜਿਹੜੀ ਅੱਜ ਦੀ ਸਥਿਤੀ ਆ, ਜਿਹ ਤੇ ਬਾਬਾ ਜੀ ਨੇ ਕਾਫੀ ਚਾਨਣਾ ਪਾਇਆ, ਅਸੀਂ ਇੱਕ ਦੀ ਕਿਤੇ ਗੱਲ ਨਾ ਕਰੀਏ, ਸਮੂਹਿਕ ਤੌਰ ਤੇ ਅਸੀਂ ਜਦ ਦੇਖਦੇ ਹਾਂ ਕਿ ਪੰਜਾਬ ਨਹੀਂ, ਪੂਰੇ ਭਾਰਤ ਦੇ ਅੰਦਰ ਜਿਹੜੇ ਲੋਕ ਆ ਉਹ ਕਿਉਂ ਬਾਹਰ ਆ ਰਹੇ ਆ। ਕਿਉਂਕਿ ਪਹਿਲੀ ਗੱਲ ਤਾਂ ਮੈਂ ਕਲੀਅਰ ਕਰ ਦਿਆਂ ਕਿ ਜਿਹੜਾ ਵਿਆਹ ਆ, ਵਿਆਹ ਅੱਗੇ ਹੁੰਦਾ ਸੀਗਾ ਕਿ 2 ਪਰਿਵਾਰਾਂ ਦਾ ਮਿਲਣ, 2 ਜਿਹੜੀਆਂ ਰੂਹਾਂ ਦਾ ਮਿਲਣ। ਲੇਕਿਨ ਇੱਕ ਜਿਹੜੀ ਅੱਜ ਬਾਬਾ ਜੀ ਨੇ ਸੌਦੇਬਾਜ਼ੀ ਦਾ ਗੱਲ ਕੀਤਾ, ਸੌਦੇਬਾਜ਼ੀ ਦੇ ਨਤੀਜੇ ਇਸ ਤਰ੍ਹਾਂ ਹੀ ਨਿਕਲਣਗੇ।
ਕਿਉਂਕਿ ਇਹ ਵਿਚਾਰਾਂ ਦੇ ਆਧਾਰ ਤੇ ਨਹੀਂ ਤੇ ਨਾ ਕਿਸੇ ਸਮਾਜ ਦੇ ਆਧਾਰ ਤੇ ਗੱਲ ਆ। ਇਹ ਤਾਂ ਸਿਰਫ ਆਪਣਾ ਵੀ ਤੂੰ ਇੰਨੇ ਪੈਸੇ ਲਾ ਦੇ, ਮੈਂ ਇੰਨੇ ਪੈਸੇ ਲਾਣਾ, ਸੌਦੇਬਾਜ਼ੀ ਇਹ ਵਿਆਹ ਦੇ ਵਿੱਚ ਬਿਲਕੁਲ ਗਲਤ ਆ। ਦੂਸਰੀ ਗੱਲ ਕਿ ਅਸੀਂ ਇੱਕ ਕਰੀਏ, ਭਾਰਤ ਦੇ ਅਨੇਕਾਂ ਲੋਕ ਖਾਸ ਕਰ ਪੰਜਾਬ ਦੇ ਤੁਰ ਕੇ ਆਏ ਵਿਚਾਰੇ ਰਸਤੇ 'ਚ ਹੀ ਮਰ ਗਏ, ਕੋਈ ਸਨੋਆ ਥੱਲੇ ਆ ਗਿਆ, ਕੋਈ ਏਜੰਟਾਂ ਨੇ ਮਾਰਤੇ, ਕੋਈ ਪਾਣੀ ਡੁੱਬ ਕੇ ਮਰ ਗਿਆ। ਇਹ ਬਹੁਤ ਦੇਰ ਦਾ ਸਾਡਾ ਧੰਦਾ ਚੱਲ ਰਿਹਾ ਤੇ ਕੁਝ ਗਲਤ ਢੰਗ ਦੇ ਨਾਲ ਆ ਰਿਹਾ, ਕੁਝ ਸਹੀ ਢੰਗ ਨਾਲ ਆ ਰਿਹਾ, ਕੋਈ ਸੌਦੇਬਾਜ਼ੀ ਨਾਲ ਆ ਰਿਹਾ। ਇਹ ਬਹੁਤ ਬੜੀ ਮਾੜੀ ਗੱਲ ਆ। ਇਹ ਗੱਲ ਕਿਉਂ ਹੋ ਰਹੀ ਆ? ਕਿਉਂਕਿ ਅੱਜ ਸ਼ਰਮ ਆਉਂਦੀ ਆ ਕਿ ਜਿਸ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਅੱਜ ਉਹ ਭਾਰਤ ਦੇ ਵਿੱਚੋਂ ਹਰ ਇੱਕ ਆਦਮੀ, ਚਾਹੇ ਲੇਡੀ ਆ ਚਾਹੇ ਉਹ ਜੈਂਟਸ ਆ, ਉਹ ਭਾਰਤ ਤੋਂ ਉੱਡਣਾ ਚਾਹੁੰਦਾ ਵੀ ਮੈਂ ਜਿਸ ਮਰਜ਼ੀ ਕੀਮਤ ਤੇ ਭਾਰਤ ਵਿੱਚ ਨਹੀਂ ਰਹਿਣਾ, ਇੱਥੋਂ ਉੱਡ ਜਾਵਾਂ। ਉਹਦਾ ਕਾਰਨ ਕੀ ਆ? ਉਹਦੇ ਇੱਕ ਕਾਰਨ, ਉਹਦੇ ਬਹੁਤ ਸਾਰੇ ਕਾਰਨ ਆ। ਸਭ ਤੋਂ ਪਹਿਲਾਂ ਕਿ ਗੌਰਮੈਂਟ ਜਿਹੜੇ ਅੰਕੜੇ ਆ, 25 ਕਰੋੜ ਤੋਂ ਜ਼ਿਆਦਾ ਜਿਹੜੇ ਐਮਪਲੋਇਮੈਂਟ ਐਕਸਚੇਂਜ ਦੇ ਵਿੱਚ ਲੋਕ ਦਰਜ ਕੀਤੇ ਕਿ ਅਸੀਂ ਬੇਰੁਜ਼ਗਾਰ ਆ, ਪਰ ਹੈਗੇ ਤਾਂ 50 ਤੋਂ ਵੀ 50 ਕਰੋੜ ਤੋਂ ਵੀ ਜ਼ਿਆਦਾ ਆ। ਦੂਸਰਾ ਇਹਦਾ ਕਾਰਨ ਇਹ ਹੈ ਕਿ ਜਿਹੜਾ ਕਮਿਊਨਿਟੀ ਆ ਤੇ ਨੇਬਰਹੁੱਡ ਆ, ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਬਾਹਰੋਂ ਆ ਕੇ ਬੰਦੇ ਨੇ ਕੋਠੀ ਪਾ ਲਈ ਆ, ਮੇਰੇ ਗੁਆਂਢੀਆਂ ਨੇ ਚੰਗਾ ਬੁਲਟ ਲੈ ਲਿਆ ਆ, ਕਾਰ ਲੈ ਲਿਆ, ਗੱਡੀ ਲੈ ਲਿਆ, ਮੈਂ ਵੀ ਬਾਹਰ ਜਾ ਕੇ ਇਹ ਕੰਮ ਕਰਨਾ ਹੈਗਾ। ਫਿਰ ਜਿਹੜਾ ਪੀਰ ਪ੍ਰੈਸ਼ਰ ਆ, ਇੱਕ ਪੀਰ ਪ੍ਰੈਸ਼ਰ ਦਾ ਕਿ ਮੈਂ ਇਹਦੇ ਬਰਾਬਰ ਤੇ ਖਾਣਾ, ਵੀ ਮੈਂ ਨੀਵਾਂ ਕਿਉਂ ਰਹਿ ਗਿਆ, ਇਹ ਵੀ ਇੱਕ ਬਹੁਤ ਬੜਾ ਕਾਰਨ ਆ। ਤੀਸਰਾ ਕਾਰਨ ਉੱਥੇ ਬਾਹਰ ਆਣ ਜਾਂਦਾ ਕਿ ਉੱਥੇ ਡਰੱਗ ਤੇ ਗੈਂਗਸਟਰ ਵਾਰ ਬਹੁਤ ਚੱਲਦੀ ਆ। ਹਰ ਜਿਹੜਾ ਪੇਰੈਂਟ ਚਾਹੁੰਦਾ ਕਿ ਮੈਂ ਆਪਣੇ ਬੱਚੇ ਨੂੰ ਇਥੋਂ ਕੱਢ ਦੇਵਾਂ, ਕਿਤੇ ਇਹ ਡਰੱਗ ਦਾ ਆਦੀ ਨਾ ਹੋ ਜਾਵੇ, ਕਿਤੇ ਗੈਂਗਸਟਰ ਦਾ ਕਿਤੇ ਸ਼ਿਕਾਰ ਨਾ ਹੋ ਜਾਵੇ। ਮੇਰਾ ਕੱਲਾ ਪੁੱਤਿਆ ਜਾਂ ਇਹ ਮੇਰਾ ਪਿਆਰਾ ਪੁੱਤਿਆ, ਮੈਂ ਜਾਂ ਮੇਰੀ ਪਿਆਰੀ ਧੀ ਆ, ਇਹ ਕਿਤੇ ਗਲਤ ਕੰਮਾਂ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰ ਸਕਣ। ਤੇ ਬਹੁਤ ਸਾਰੇ ਹੋਰ ਵੀ ਕਾਰਨ ਆ, ਜਿਵੇਂ ਉੱਥੇ ਦੂਸਰੇ ਆਪਣੇ ਵਾਇਲੈਂਸ ਆ। ਉੱਥੇ ਫਿਰ ਜਿਹੜਾ ਅਣਗੌਲਿਆ ਜਿਹੜਾ ਪੇਰੈਂਟਸ ਵੱਲੋਂ ਮਾਪਿਆਂ ਵੱਲੋਂ ਪੁੱਤਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ। ਹਰ ਬੰਦਾ ਚਾਹੁੰਦਾ ਕਿ ਬਾਹਰ ਮੈਂ ਚਾਹੂੰਗਾ ਮੈਂ ਕਿਸੇ ਡਿਪੈਂਡੈਂਟ ਨਾ ਰਹੂੰਗਾ। ਉਸ ਤੋਂ ਇਲਾਵਾ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਹੋਰ ਵੀ ਕਾਰਨ ਹੈਗੇ ਆ, ਜਿਵੇਂ ਕਿ ਦੇਖਦੇ ਹਾਂ ਇੱਥੇ ਟ੍ਰੈਫਿਕ ਦਾ ਕੋਈ ਇੰਤਜ਼ਾਮ ਨਹੀਂ, ਐਜੂਕੇਸ਼ਨ ਦਾ, ਬੱਚਿਆਂ ਦਾ ਭਵਿੱਖ ਦਾ ਸਿਸਟਮ ਨਹੀਂ। ਉੱਥੇ ਜਿਹੜਾ ਹੈਲਥ ਦਾ ਭੱਠਾ ਬੈਠਾ, ਜੇ ਕੋਈ ਬੰਦਾ ਬਿਮਾਰ ਹੋ ਜਾਵੇ ਉਹਦੇ ਕੋਲ ਜਿਹੜਾ ਇਲਾਜ ਕਰਾਉਣ ਲਈ ਪੈਸੇ ਨਹੀਂ ਹੁੰਦੇ। ਇਹ ਵੀ ਇੱਕ ਬਹੁਤ ਬੜਾ ਕਾਰਨ ਆ। ਤੇ ਜਦੋਂ ਅਸੀਂ ਇਹਨਾਂ ਸਾਰੇ ਕਾਰਨਾਂ ਨੂੰ ਦੇਖਦੇ ਹਾਂ ਤੇ ਇਹ ਹਰ ਬੰਦਾ ਚਾਹੁੰਦਾ ਕਿ ਬਾਹਰ ਜਾ ਕੇ ਮੇਰਾ ਚੰਗਾ ਭਵਿੱਖ ਹੋਊਗਾ। ਪੰਜਾਬ ਦੇ ਅੰਦਰ ਐਜੂਕੇਸ਼ਨ ਘੱਟ ਆ, ਲੇਕਿਨ ਪੰਜਾਬ ਦਾ ਜਦੋਂ ਬੱਚਾ ਕੋਈ 10-12 ਪੜ੍ਹ ਜਾਂਦਾ ਉਹ ਆਈਲੈਟਸ ਕਰਦਾ ਆ। ਜੇ ਕਹਿੰਦਾ ਵੀ ਆਈਲੈਟਸ ਮੈਂ ਹੋਰ ਨਹੀਂ ਪੜ੍ਹਨਾ। ਇਹ ਵੀ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਕਿ ਜਿਹੜੇ ਸਾਡੇ ਬੱਚੇ ਆ ਉਹ ਹਾਇਰ ਐਜੂਕੇਸ਼ਨ ਨਹੀਂ ਕਰ ਰਹੇ। ਕਿ ਤੁਸੀਂ ਇਹ ਦੇਖੋ ਕਿ ਸਾਡੇ ਸਾਊਥ ਇੰਡੀਆ ਦੇ ਬੱਚੇ ਆ, ਉਹ ਜਦੋਂ ਬਾਹਰ ਆਉਂਦੇ, ਜਾਂ ਉਹ ਇੰਜੀਨੀਅਰ ਆ, ਜਾਂ ਉਹ ਡਾਕਟਰ ਆ, ਜਾਂ ਉਹ ਨਰਸ ਆ, ਜਾਂ ਉਹ ਕੋਈ ਹੋਰ ਬਹੁਤ ਬੜੀ IT ਦੀ ਸਕਿੱਲ ਆ। ਲੇਕਿਨ ਸਾਡੇ ਬੰਦੇ ਇੱਥੇ ਆ ਕੇ ਕੀ ਕਰਦੇ ਆ? ਵਿਚਾਰੇ ਬਿਲਡਿੰਗ ਦਾ ਕੰਮ, ਜਿਹੜਾ ਦੁਨੀਆ ਦਾ ਗੰਦਾ ਕੰਮ, ਉਹ ਸਾਨੂੰ ਕਰਨਾ ਪੈਂਦਾ। ਜਿਹੜੇ ਪੰਜਾਬੀ ਵਿਚਾਰੇ ਆਉਂਦੇ ਆ, ਇਹਦਾ ਕਾਰਨ ਆ ਕਿ ਅਨਪਲਾਇਮੈਂਟ ਆ, ਉੱਥੇ ਗੈਂਗਵਾਰ ਆ, ਉੱਥੇ ਨਸ਼ੇ ਆ, ਉੱਥੇ ਹੋਰ ਬਹੁਤ ਸਾਰੀਆਂ ਸਿਸਟਮ ਕੋਈ ਨਹੀਂ। ਉੱਥੇ ਹਰ ਕਿਤੇ ਵੱਡੀ ਤੋਂ ਬਿਨਾਂ ਕੰਮ ਨਹੀਂ ਹੁੰਦਾ। ਉੱਥੇ ਕੋਈ ਅਫਸਰ ਸੁਣਾਈ ਨਹੀਂ ਦਿੰਦਾ। ਉੱਥੇ ਜਿਹੜੀ ਸਰਕਾਰ ਹੀ ਕਰਪਟ ਹੈ, ਲਾਰੇ ਲਾਉਂਦੀ ਆ, ਲੋਕ ਉਹਨੂੰ ਵੋਟਾਂ ਪਾਉਂਦੇ ਆ, ਕਦੇ ਕੋਈ ਗੁੜ ਕੇ ਸਹੁੰ ਖਾ ਲੈਂਦਾ, ਕਰ ਲੈਂਦਾ। ਲੇਕਿਨ ਮੁੜ ਕੇ ਜਦੋਂ ਉਹਦੀ ਟਰਮ ਆਉਂਦੀ ਆ, ਉਹ ਲੋਕਾਂ ਦੇ ਜਿਹੜਾ ਗੱਲਾਂ ਤੇ ਜਿਹੜਾ ਆਪਣੇ ਮੈਨੀਫੈਸਟੋ ਦੇ ਪੂਰਾ ਨਹੀਂ ਉਤਰਦਾ। ਲੋਕ ਵਿਚਾਰੇ ਫਿਰ ਉਹ ਕਰਾਹੇ ਪੈ ਕੇ ਆਪਣੇ ਬੱਚਿਆਂ ਨੂੰ ਸਹੀ ਜਾਂ ਗਲਤ ਢੰਗ ਨਾਲ ਉਹ ਕਹਿੰਦੇ ਵੀ ਇੱਥੋਂ ਧੱਕਾ ਦੇ ਕੇ ਕੱਢ ਦਿਓ, ਗਾਂ ਦੇਖੀ ਜਾਊਗੀ। ਜਿਹੜੇ ਗਾਂ ਦੇਖੀ ਜਾਊਗੀ, ਨਤੀਜੇ ਆ ਕਿ ਸਾਡੇ ਜਿਹੜੇ ਬੱਚੇ ਆ, ਤੁਸੀਂ ਦੇਖੋ ਕਿ 10-10 ਬੱਚੇ ਕੁੜੀਆਂ ਮੁੰਡੇ ਇਕੱਠੇ ਰਹਿੰਦੇ ਆ। ਉਹ ਵੀ ਲੋਕ ਕੁੜੀਆਂ ਮੁੰਡੇ ਭੇਜਦੇ ਨੇ ਜਿਨ੍ਹਾਂ ਦਾ ਇੱਥੇ ਕੋਈ ਟਿਕਾਣਾ ਨਹੀਂ ਹੁੰਦਾ, ਨਾ ਰਹਿਣ ਨੂੰ ਜਗ੍ਹਾ ਹੁੰਦੀ ਆ, ਨਾ ਉਹ ਹੋਟਲਾਂ 'ਚ ਰਹਿ ਸਕਦੇ, ਨਾ ਉਹਨਾਂ ਕੋਲ ਇੰਨੇ ਪੈਸੇ ਆ, ਤੇ ਨਾ ਹੀ ਉਹਨਾਂ ਦੇ ਕੋਲ ਇਹਨਾਂ ਦਿਮਾਗ ਆ ਕੋਈ ਆਪਣੇ ਫਿਊਚਰਾਂ ਨੂੰ ਜ਼ਿਆਦਾ ਬ੍ਰਾਈਟ ਕਰ ਸਕਣ। ਇਹ ਜ਼ਿਆਦਾ ਕਾਰਨ ਆ ਅੰਪਲਾਇਮੈਂਟ ਦੇ, ਗਰੀਬੀ ਦੇ, ਲਾਚਾਰੀ ਦੇ। ਬਾਕੀ ਤੁਸੀਂ ਕੀਤੀ ਕਿ ਮਾਲਵੇ ਦੀ ਗੱਲ, ਮਾਲਵੇ ਦੇ ਅੰਦਰ ਵੀ ਖੇਤੀ ਆ। ਪੰਜਾਬ ਜਿਹੜਾ ਖੇਤੀ ਪ੍ਰਧਾਨ ਪ੍ਰਾਂਤ ਆ, ਮਾਲਵੇ ਦੇ ਅੰਦਰ ਕੋਈ ਇੰਡਸਟਰੀ ਨਹੀਂ ਹੈਗੀ। ਹੁਣ ਜਿਹੜੀ ਖੇਤੀ ਆ ਉਹ ਘਾਟੇ ਦਾ ਸੌਦਾ ਬਣ ਗਿਆ। ਉਹ ਲੋਕ ਕਰਜ਼ਾਈ ਜ਼ਿਆਦਾ ਹੋ ਗਿਆ, ਉਹਨੀ ਮਸ਼ੀਨਰੀ ਇੰਨੀ ਲੈ ਲਈ, ਉਹਨਾਂ ਦੇ ਕੋਈ ਬਾਹਰ ਨਿਕਲਣ ਨੂੰ ਕੋਈ ਇਹ ਜਿਹੜਾ ਕਰਜ਼ਾ ਲਿਆ ਕੋਈ ਰਸਤਾ ਨਹੀਂ ਹੈਗਾ। ਉਹ ਕਹਿੰਦਾ ਕਿ ਮੈਂ ਆਪਣੇ ਬੱਚੇ ਨੂੰ ਬਾਹਰ ਭੇਜ ਦੇਵਾਂ, ਹੋ ਸਕਦਾ ਇਹ ਕਮਾ ਕੇ ਪੈਸੇ ਪਾ ਦੇਵੇ, ਮੈਂ ਆਪਣੇ ਖੱਤੇ ਗਹਿਣੇ ਜਿਹੜੇ ਕਰਾਏ ਆ, ਜਾਂ ਮੈਂ ਆਪਣੀ ਗਰੀਬੀ ਦੇ ਵਿੱਚੋਂ ਆਪਣੇ ਕਰਜ਼ੇ ਨਿਕਲ ਜਾਵਾਂ। ਮਾਲਵੇ 'ਚ ਇਹ ਬਹੁਤ ਵੱਡਾ ਕਾਰਨ ਆ। ਤੇ ਦੂਸਰਾ ਜਿਹੜਾ ਕਾਰਨ ਹੈ ਕਿ ਸਾਡੀ ਅਨਪੜ੍ਹਤਾ ਆ। ਅਸੀਂ ਦੇਖਦੇ ਨੇ ਕਿ ਅਸੀਂ ਇਹਨੇ ਜਾ ਕੇ ਉੱਥੇ ਕਰਨਾ ਕੀ ਆ,
ਉੱਥੇ ਕੀ ਕਰੂਗਾ, ਉਹ ਕੰਟਰੀ ਕਿੱਦਾਂ ਦੀ ਆ, ਉੱਥੇ ਲੈਂਗੁਏਜ ਕੀ ਆ, ਉੱਥੇ ਲੋਕ ਕਿਸ ਤਰ੍ਹਾਂ ਦੇ ਆ, ਇਹ ਨਹੀਂ ਦਿਖਦਾ ਹੈਗਾ। ਅੱਜ ਸਭ ਤੋਂ ਵੱਡਾ ਕਾਰਨ ਜੇ ਸਾਡੇ ਲੋਕਾਂ ਨੂੰ ਉੱਥੇ ਕੰਮ ਮਿਲੇ, ਜੇ ਲੋਕਾਂ ਦਾ ਰਹਿਣਾ ਸਟੈਂਡਰਡ ਚੰਗਾ ਹੋ ਜਾਵੇ, ਉੱਥੋਂ ਵੱਡੀ ਖੋਰੀ ਖਤਮ ਹੋ ਜਾਵੇ, ਉੱਥੇ ਲੋਕਾਂ ਦੀ ਗੱਲ ਸੁਣੀ, ਉੱਥੇ ਲੋਕਾਂ ਨੂੰ ਨਿਆਂ ਮਿਲੇ, ਕੋਈ ਬੰਦਾ ਉੱਥੋਂ ਬਾਹਰ ਨਹੀਂ ਆਉਣਾ ਚਾਹੁੰਦਾ। ਹੁਣ ਜੇ ਸਰਪੰਚ ਸਾਹਿਬ ਘਰ ਤੁਹਾਡੇ ਵੱਲ ਦੁਆਰੇ ਆਉਂਗਾ, ਫਿਰ ਦੁਆਰੇ ਤੁਹਾਡੇ ਵੱਲ ਆਉਣਾ, ਲੇਕਿਨ ਜਿਹੜੀ ਤੁਸੀਂ ਵਿੱਚ ਗੱਲਾਂ ਕੀਤੀਆਂ ਉਹਨਾਂ ਵਿੱਚ ਬਹੁਤ ਵਧੀਆ ਤੁਸੀਂ ਦੱਸਿਆ ਕਿ ਉੱਥੇ ਸਭ ਤੋਂ ਜ਼ਿਆਦਾ ਗਰੀਬੀ ਆ, ਸਭ ਤੋਂ ਜ਼ਿਆਦਾ ਲਾਚਾਰੀ ਆ, ਸਭ ਤੋਂ ਜ਼ਿਆਦਾ ਹਰ ਇੱਕ ਦੇ ਦਿਲ ਦੀ ਚਾਹਤ ਹੈ ਕਿ ਅਸੀਂ ਬਾਹਰ ਜਾਈਏ, ਵਧੀਆ ਭਵਿੱਖ ਲਈ ਜਾਈਏ। ਲੇਕਿਨ ਕਿਤੇ ਨਾ ਕਿਤੇ ਇਹਦੇ ਵਿੱਚ ਉਹਨਾਂ ਮਾਪਿਆਂ ਦਾ ਜ਼ਿਆਦਾ ਕਸੂਰ ਆ ਜੋ ਆਪਣੇ ਬੱਚੇ ਨੂੰ ਜਾਂ ਆਪਣੀ ਬੱਚੀ ਨੂੰ ਇਹ ਕਹਿ ਦਿੰਦੇ ਆ, ਖੁੱਲ੍ਹ ਦੇ ਦਿੰਦੇ ਆ ਕਿ ਤੂੰ ਜੋ ਵੀ ਬਾਹਰ ਚਾਹੇ ਕੁੜੀ ਆ ਉਹ ਮੁੰਡੇ ਵਾਲਿਆਂ ਨਾਲ ਡੀਲ ਕਰ ਲੈਂਦੀ ਹੈ, ਚਾਹੇ ਮੁੰਡਾ ਆ ਉਹ ਕੁੜੀ ਵਾਲਿਆਂ ਨਾਲ ਡੀਲ ਕਰ ਲੈਂਦਾ, ਕਿ ਮੈਂ ਆਈਲੈਟ ਕਰ ਲਿਆ, ਤੁਸੀਂ ਮੇਰਾ ਖਰਚਾ ਕਰੋ, ਜਿੱਦਾਂ ਪਹਿਲਾਂ ਗੱਲ ਹੋਈ। ਲੇਕਿਨ ਜਿਹੜੀ ਇਹ ਚੀਜ਼ ਆ ਇਹਦੇ ਵਿੱਚ ਕਿਤੇ ਨਾ ਕਿਤੇ ਮਾਪਿਆਂ ਦਾ ਬਹੁਤ ਵੱਡਾ ਕਸੂਰ ਆ। ਇਹ ਇਕੱਲਾ ਇੱਕੋ ਹੀ ਕੇਸ ਨਹੀਂ, ਅਨੇਕਾਂ ਕੇਸ ਹੈ। ਬਾਬਾ ਜੀ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਲਵਪ੍ਰੀਤ ਦੇ ਕੇਸ ਤੋਂ ਬਾਅਦ ਹੋਰ ਕਿੰਨੇ ਕੁ ਕੇਸ ਆਏ ਤੇ ਉਹ ਵੀ ਤਕਰੀਬਨ ਕੇਸ ਤਾਂ ਸਾਰੇ ਸਿਮਿਲਰ ਹੀ ਹੁੰਦੇ ਆ, ਕੀ ਕਹਿਣਾ ਚਾਹੁੰਦੇ ਤੁਸੀਂ? ਤੁਸੀਂ ਹੈਰਾਨ ਹੋ ਜਾਓਗੇ ਸਰਦਾਰ ਬਲਿਹਾਰ ਸਿੰਘ ਜੀ ਰਾਮੇਵਾਲ ਸਾਹਿਬ ਕਿ ਜਦੋਂ ਲਵਪ੍ਰੀਤ ਦਾ ਕੇਸ ਆਇਆ, ਕੇਸ ਚੱਲਦੇ ਸੀ, ਕਈਆਂ ਨੇ ਪਹਿਲਾਂ ਕੋਰਟਾਂ 'ਚ ਕੇਸ ਵੀ ਕੀਤੇ ਹੋਏ, ਪੁਲਿਸ ਕੰਪਲੇਨਾਂ ਵੀ ਹੋਈਆਂ ਆ, ਪਰ ਲਵਪ੍ਰੀਤ ਦਾ ਕੇਸ ਜਿਹੜਾ ਹਾਈਲਾਈਟ ਇੰਨਾ ਜ਼ਿਆਦਾ ਹੋ ਗਿਆ। ਇਸ ਕੇਸ ਤੋਂ ਬਾਅਦ ਵਿੱਚ 3000 ਤੋਂ ਉੱਪਰ ਕੇਸ ਜਿਹੜੇ ਇਹੋ ਜਿਹੇ ਆ ਜਿਹੜੇ ਸੋਸ਼ਲ ਮੀਡੀਆ ਦੇ ਸਾਹਮਣੇ ਕਈ ਵਿੱਚ ਆ ਚੁੱਕੇ ਆ। ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਜਦੋਂ ਜਿਹੜੀ ਵੂਮੈਨ ਕਾਉਂਸਲ ਦੀ ਪ੍ਰਧਾਨ ਆ ਮਨੀਸ਼ਾ ਗੁਲਾਟੀ, ਉਹ ਜਦੋਂ ਲਵਪ੍ਰੀਤ ਦੇ ਘਰ ਗਈ ਸੀ ਤੇ ਉੱਥੇ ਹੀ ਕਰੀਬ ਉਹਦੇ ਘਰ ਦੇ ਬਾਹਰ 200-250 ਮੁੰਡਾ ਇਹੋ ਜਿਹਾ ਖੜਾ ਸੀ, ਜਿਨ੍ਹਾਂ ਦੇ ਵਿੱਚ ਮੈਂ ਇੰਟਰਵਿਊ ਸੁਣਦਾ ਸੀ, ਇੱਕ ਮੁੰਡੇ ਨੇ ਕਿਹਾ ਕਿ ਮੈਂ 45 ਲੱਖ ਰੁਪਇਆ ਲਾਇਆ, 45 ਲੱਖ ਰੁਪਇਆ ਦਾ। ਅੱਛਾ, ਇਦਾਂ ਦੇ ਵੀ ਕੇਸ ਸੀਗੇ ਕਿ ਕੁਝ ਮੁੰਡੇ ਵੀ ਆ, ਇਹ ਨਹੀਂ ਵੀ ਇਕੱਲੀਆਂ ਕੁੜੀਆਂ ਹੀ, ਮੁੰਡਿਆਂ ਨੇ ਵੀ ਖਰਾਬ ਕੀਤਾ, ਕੁਝ ਕੁੜੀਆਂ ਦੇ ਨਾਲ ਧੋਖੇ ਹੋਏ, ਕੁਝ, ਪਰ ਜ਼ਿਆਦਾਤਰ ਇਸ ਟਾਈਮ ਜਿਹੜਾ ਆ ਉਹ ਕੁੜੀਆਂ ਨੇ ਕੀਤਾ। ਇੱਕ ਔਰਤ ਵਿਆਹੀ ਗਈ, ਉਹਦੇ 2 ਬੱਚੇ ਆ, ਉਹ 2 ਬੱਚਿਆਂ ਨੂੰ ਛੱਡ ਕੇ ਕੈਨੇਡਾ ਦੀ ਧਰਤੀ ਤੇ ਗਈ ਤੇ ਉੱਥੇ ਜਾ ਕੇ ਉਹਨੇ ਆਪਣਾ ਜਿਹੜਾ ਆ ਉਹ ਘਰ ਚੇਂਜ ਕਰ ਲਿਆ, ਉਹਨੇ ਬੱਚੇ ਵੀ ਛੱਡ ਦਿੱਤੇ ਤੇ ਆਪਣਾ ਘਰ ਵਾਲਾ ਵੀ ਛੱਡ ਦਿੱਤਾ। ਇਹ ਚੀਜ਼ਾਂ ਤੁਸੀਂ ਹੁਣੇ ਬੜਾ ਵਧੀਆ ਜ਼ਿਕਰ ਕੀਤਾ ਕਿ ਇਹਦੇ ਵਿੱਚ ਮਾਂ ਪਿਓ ਦਾ ਬੜਾ ਵੱਡਾ ਦੋਸ਼ ਆ। ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੇ ਮਾਂ ਪਿਓਆਂ ਨੂੰ, ਸੁਧਰ ਆਪਣੇ ਆਪ ਨੂੰ ਸੰਭਾਲ ਲਓ। ਅਜੇ ਵੀ ਤੁਹਾਡੇ ਬੱਚੇ ਜਿਹੜੇ ਨੇ ਤੁਸੀਂ ਭੇਜ ਰਹੇ ਹੋ ਲੱਖਾਂ ਰੁਪਈਆ ਲਾ ਕੇ, ਕਈ ਲੱਖਾਂ ਰੁਪਈਆ ਲਾ ਕੇ, ਜ਼ਮੀਨਾਂ ਵੇਚ ਕੇ ਕਿ ਸਾਡੇ ਬੱਚੇ, ਮੇਰੀ ਧੀ ਜਾਂ ਮੇਰਾ ਪੁੱਤ ਜਾ ਕੇ। ਪੁਰਾਣੇ ਸਮਿਆਂ ਦੇ ਵਿੱਚ ਮਾਂ ਪਿਓ ਧੀਆਂ ਨੂੰ ਘਰੋਂ ਬਾਹਰ ਨਹੀਂ ਸੀ ਨਿਕਲਣ ਦਿੰਦੇ, ਨੰਗੇ ਸਿਰ ਤੇ ਬਿਲਕੁਲ ਨਹੀਂ ਸੀ ਨਿਕਲਣ ਦਿੰਦੇ, ਸਿਰ ਦੇ ਉੱਤੇ ਚੁੰਨੀ ਹੋਣੀ ਚਾਹੀਦੀ ਸੀ। ਅੱਜ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨੇ, ਅਸੀਂ ਕਹਿ ਦਿੰਦੇ ਹਾਂ ਬਲਿਹਾਰ ਸਿੰਘ ਜੀ, ਮੈਨੂੰ ਪਤਾ ਹੈ ਕਿ ਇਹ ਗੱਲ ਚੰਗੀ ਨਹੀਂ ਲੱਗਣੀ ਕਈਆਂ ਨੂੰ, ਅਸੀਂ ਕਹਿ ਦਿੰਦੇ ਹਾਂ ਜੀ ਕੁੜੀਆਂ ਨੂੰ ਆਜ਼ਾਦੀ ਦੇ ਦਿਓ, ਆਜ਼ਾਦੀ ਦਿਓ, ਪਰ ਆਜ਼ਾਦੀ ਜਿਹੜੀ ਆ ਉਹ ਵਿਚਾਰਾਂ ਦੀ ਹੋਵੇ। ਆਜ਼ਾਦੀ ਜਿਹੜੀ ਆ ਉਹ ਇਦਾਂ ਦੀ ਨਾ ਹੋਵੇ ਵੀ ਕੁੜੀਆਂ ਸਾਡੀਆਂ ਜਿਹੜੀਆਂ ਜਾ ਕਰਕੇ ਉਦਾਂ ਦੇ ਗੋਰੀਆਂ ਕੱਪੜੇ ਨਹੀਂ ਪਾਉਂਦੀਆਂ, ਉਦਾਂ ਦੀਆਂ ਇੱਧਰ ਦੀਆਂ ਰਹਿਣ ਵਾਲੀਆਂ ਕੱਪੜੇ ਨਹੀਂ ਪਾਉਂਦੀਆਂ ਜਿੱਦਾਂ ਦੀਆਂ ਸਾਡੀਆਂ ਧੀਆਂ ਭੈਣਾਂ ਨੇ ਆਪਣੇ ਲਿਬਾਸ ਬਣਾ ਲਏ ਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਆ ਰਹਿਣ ਸਹਿਣ ਦਾ ਵੀ ਤਰੀਕਾ ਦੱਸਿਆ ਸੀ, ਸਾਡਾ ਕਲਚਰ ਕੀ ਆ। ਜਦੋਂ ਅਸੀਂ ਇਦਾਂ ਦੀਆਂ ਆਪਣੇ ਆਪ ਨੂੰ ਇਦਾਂ ਦੇ ਰਹਿਣ ਸਹਿਣ ਦੇ ਵਿੱਚ ਢਾਲ ਲਵਾਂਗੇ ਤੇ ਫਿਰ ਕੁਦਰਤੀ ਆ ਸਾਡਾ ਜਿਹੜਾ ਬੋਲਚਾਲ ਵੀ ਬਦਲੇਗਾ, ਸਾਡਾ ਜਿਹੜਾ ਰਹਿਣ ਸਹਿਣ ਦਾ ਤਰੀਕਾ ਵੀ ਬਦਲੇਗਾ, ਖਾਣ ਪੀਣ ਵੀ ਬਦਲੇਗਾ। ਸਾਡੇ ਇੱਥੇ ਇੰਗਲੈਂਡ ਦੀ ਘਟਨਾ ਆ, ਤਕਰੀਬਨ ਜਨਵਰੀ ਦੇ ਮਹੀਨੇ ਦੇ ਲਾਗੇ ਸਾਗੇ ਆ, ਮੈਂ ਤੁਹਾਨੂੰ ਛੋਟੀ ਜਿਹੀ ਸੁਣਾ ਕੇ ਤੇ ਉਹਦੀ ਫਿਰ ਅੱਗੇ ਆਪਾਂ ਗੱਲ ਕਰਦੇ ਹਾਂ। ਸਿਰਫ ਕੈਨੇਡਾ ਦੇ ਵਿੱਚ ਹੀ ਨਹੀਂ, ਇੱਥੇ ਵੀ ਮੁੰਡੇ ਨੇ 15-16 ਲੱਖ ਰੁਪਈਆ ਲਾ ਕੇ ਕੁੜੀ ਬੁਲਾਈ ਜੀ। ਇੱਥੇ ਖੁਦ ਸਾਡੇ ਨਾਲ ਵਾਪਰੀ ਹੋਈ ਘਟਨਾ ਆ। ਮੇਰੇ ਨਾਲ ਮੁੰਡੇ ਨੇ ਗੱਲਬਾਤ ਵਿੱਚ ਕੀਤੀ, ਉਹਨੇ ਆਨੰਦ ਕਾਰਜ ਬੁੱਕ ਕਰਾਇਆ ਸੀ ਸਾਡੇ ਕੋਲ ਇੱਥੇ। ਆਨੰਦ ਕਾਰਜ ਹੋਣਾ ਸੀ ਮੁੰਡੇ ਦਾ ਮੰਗਲਵਾਰ, ਤੁਹਾਨੂੰ ਮੈਂ ਗੱਲ ਦੱਸੀ ਵੀ ਸੀ ਹਨਾ, ਤੇ ਮੰਗਲਵਾਰ ਆਨੰਦ ਕਾਰਜ ਹੋਣਾ, ਸ਼ਨੀਵਾਰ ਕੁੜੀ ਇੰਡੀਆ ਤੋਂ ਆਈ ਆ, ਸ਼ੁੱਕਰ ਜਾਂ ਸ਼ਨੀਵਾਰ ਇੱਕ ਦਿਨ ਸਿਰਫ ਮੁੰਡੇ ਦੇ ਕੋਲ ਘਰੇ ਰਹੀ ਆ। ਦੂਸਰੇ ਦਿਨ ਉਹ ਕੁੜੀ ਆਪਣਾ ਨਾ ਉਹਦਾ ਬੈਗ ਲੱਭੇ ਤੇ ਨਾ ਉਹ ਕੁੜੀ ਲੱਭੇ ਘਰ। ਤੇ ਜਦੋਂ ਛਾਣਬੀਣ ਕੀਤੀ, ਉਹ ਮੁੰਡਾ ਇੱਥੇ ਰੋਇਆ ਬੜਾ ਆ ਕੇ, ਬਾਬਾ ਜੀ ਕਹਿੰਦਾ ਇਹ ਨਹੀਂ ਗੱਲ ਕਿ ਮੈਂ ਪੈਸੇ ਲਾਏ, ਮੈਨੂੰ ਇਹ ਗੱਲ ਦਾ ਦੁੱਖ ਆ ਕਿ ਜਦੋਂ ਕੁੜੀ ਕੈਨੇਡਾ ਤੋਂ ਇੰਡੀਆ ਤੋਂ ਇੱਥੇ ਵਾਸਤੇ ਇੰਗਲੈਂਡ ਵਾਸਤੇ ਘਰ ਚੜੀ ਤੇ ਘਰਦਿਆਂ ਨੇ ਸਾਰੇ ਫੰਕਸ਼ਨ ਕੀਤੇ, ਉੱਥੇ ਮਹਿੰਦੀਆਂ ਕੀਤੀਆਂ, ਕੁੜੀ ਨੂੰ ਵਿਦਾਈ ਵਾਂਗੂ ਤੋਰਿਆ ਜਹਾਜ਼ ਤੇ ਜਦੋਂ ਚੜਾਇਆ ਮਾਂ ਪਿਓ ਨੇ, ਤੇ ਉਧਰੋਂ ਨੌਂ ਵਾਲੇ ਸਾਰੇ ਫਰਜ਼ ਨਿਭਾਏ ਮਾਂ ਪਿਓ ਨੇ ਮੇਰੇ ਨੇ ਕਹਿੰਦਾ। ਪਰ ਜਦੋਂ ਕੁੜੀ ਇੱਥੇ ਆਈ ਇੱਕਦਮ ਬਦਲ ਗਈ। ਇਹਦਾ ਮਤਲਬ ਕਿਤੇ ਨਾ ਕਿਤੇ ਪਲੈਨਿੰਗ ਕੀਤੀ ਸੀ ਕੁੜੀ ਨੇ ਪਹਿਲਾਂ ਦਿਮਾਗ 'ਚ, ਪੈਸੇ ਸਾਰੇ ਮੁੰਡੇ ਨੇ ਲਾਏ, ਠੀਕ ਆ ਸੌਦੇਬਾਜ਼ੀ ਵੀ ਹੋਈ ਹੋਵੇਗੀ, ਪਰ ਉਹ ਵਿਆਹ ਹੋਣਾ ਸੀ, 100% ਵਿਆਹ ਹੋਣਾ ਸੀ। ਇੱਥੇ ਕੁੜੀਆਂ ਦੇ ਦਿਮਾਗ ਦੇ ਵਿੱਚ ਇਹੋ ਜਿਹਾ ਪਤਾ ਨਹੀਂ ਕੀ ਕੂੜਾ ਭਰ ਗਿਆ ਕਿ ਅਸੀਂ ਇਦਾਂ ਕਰਨਾ ਜਾ ਕੇ। ਹਾਂ, ਜੇ ਤੁਹਾਡੀ ਕੋਈ ਗੱਲਬਾਤ ਹੈਗੀ ਸਿੱਧਾ ਤੁਸੀਂ ਆਪਣੇ ਮਾਂ ਪਿਓ ਨੂੰ ਦੱਸੋ ਵੀ ਸਾਡੀ ਗੱਲਬਾਤ ਹੈਗੀ ਆ, ਅਸੀਂ ਉਹਦੇ ਨਾਲ ਹੀ ਵਿਆਹ ਕਰਾਉਣਾ। ਆਪਣੇ ਮਾਂ ਪਿਓ ਜੇ ਤੁਹਾਡੇ ਕਰ ਸਕਦੇ ਆ ਤੇ ਇਹ ਗੱਲ ਮਾਂ ਪਿਓਆਂ ਨੂੰ ਬੜੇ ਧਿਆਨ 'ਚ ਰੱਖਣ ਵਾਲੀ ਆ। ਹੱਥ ਜੋੜ ਕੇ ਫਿਰ ਬੇਨਤੀ ਆ ਮਾਂ ਪਿਓਆਂ ਨੂੰ, ਧੀਆਂ ਦਿਆਂ ਨੂੰ ਖਾਸ ਕਰਕੇ, ਤੁਸੀਂ ਧੀਆਂ ਨੂੰ ਭੇਜ ਦਿਓ। ਇੱਥੇ ਹਾਲਾਤ ਬੜੇ ਬੁਰੇ ਆ ਇਹਨਾਂ ਦੇਸ਼ਾਂ ਦੇ ਵਿੱਚ। ਕੁੜੀਆਂ ਬਹੁਤ ਚੰਗੇ ਘਰਾਂ ਦੀਆਂ ਵੀ ਨੇ, ਬਹੁਤ ਚੰਗੀਆਂ ਵੀ ਰਹਿ ਰਹੀਆਂ ਨੇ, ਜਿਹੜੀਆਂ ਮਿਹਨਤ ਕਰਨ ਆਈਆਂ ਨੇ, ਪਰ ਤੁਸੀਂ ਆਪਣੀਆਂ ਧੀਆਂ ਦੇ ਦਿਮਾਗ ਪੜ੍ਹ ਨਹੀਂ ਪਾ ਰਹੇ, ਤੁਸੀਂ ਆਪਣੇ ਪੁੱਤਰਾਂ ਦੇ ਦਿਮਾਗ ਪੜ੍ਹ ਨਹੀਂ ਪਾ ਰਹੇ।
ਇੱਥੇ ਆ ਕਰਕੇ ਉਹ ਬਿਨਾਂ ਮਤਲਬ ਤੋਂ ਘੁੰਮੀ ਜਾ ਰਹੇ ਆ, ਬਿਨਾਂ ਮਤਲਬ ਤੋਂ ਉਹਨਾਂ ਦਾ ਉੱਠਣਾ ਬਹਿਣਾ ਹੋ ਗਿਆ। ਰਾਤ ਪੂਰੀ ਉਹ ਸੌਂਦੇ ਨਹੀਂ, ਰਾਤ ਪੂਰੀ ਉਹ ਬਾਹਰ ਘੁੰਮਦੇ ਰਹਿੰਦੇ ਨੇ। ਵੀਕਐਂਡ ਆਉਂਦਾ ਤੇ ਉਹਨਾਂ ਨੂੰ ਇਦਾਂ ਹੋ ਜਾਂਦਾ ਵੀ ਜਿਵੇਂ ਸਾਨੂੰ ਆਜ਼ਾਦੀ ਮਿਲ ਗਈ। ਬਾਬਾ ਜੀ ਤੁਹਾਡੀ ਇੱਕ ਗੱਲ 'ਚ ਮੈਂ ਐਡ ਕਰਦਾ ਜਾਵਾਂ। ਤੁਹਾਨੂੰ ਚੇਤਾ ਹੋਣਾ ਸਰਪੰਚ ਸਾਹਿਬ, ਤੁਹਾਨੂੰ ਵੀ ਚੇਤਾ ਹੋਣਾ ਕਿ ਕੁਝ ਸਮਾਂ ਪਹਿਲਾਂ ਸਿੱਖ ਚੈਨਲ ਨੇ ਅਨੇਕਾਂ ਇੰਟਰਵਿਊ ਕੀਤੀਆਂ ਜਦੋਂ ਸਟੂਡੈਂਟ ਦੇ ਤੌਰ ਤੇ, ਵਰਕ ਪਰਮਿਟ ਦੇ ਤੌਰ ਤੇ ਬੱਚੀਆਂ ਇੰਗਲੈਂਡ ਦੀ ਧਰਤੀ ਤੇ ਬ੍ਰਿਜਾਂ ਥੱਲੇ ਸੌਂਦੇ ਹੁੰਦੇ ਸੀ। ਬੜਾ ਰੌਲਾ ਪਿਆ ਸੀ ਕਿ ਸਾਊਥ ਹਾਲ ਲੰਡਨ ਦੇ ਵਿੱਚ ਗੁਰਦੁਆਰਿਆਂ ਨੇ ਕਹਿ ਦਿੱਤਾ ਕਿ ਤੁਸੀਂ ਸਾਡੇ ਗੁਰਦੁਆਰੇ ਨਹੀਂ ਆ ਸਕਦੇ। ਉਹਦੇ ਕਾਰਨ ਸੀ ਕਹਿਣ ਦੇ, ਕਿਉਂਕਿ ਉਹ ਜਾਂਦੇ ਸੀ ਪ੍ਰਸ਼ਾਦਾ ਛਕ ਕੇ, ਜਿੱਦਾਂ ਆਪਾਂ ਹੋਟਲ ਜਾਈਦਾ ਆਪਣਾ ਪ੍ਰਸ਼ਾਦਾ ਲੈ ਕੇ ਬਾਹਰ ਚਲ ਜਾਂਦੇ, ਨਾ ਮੱਥਾ ਟੇਕਦੇ ਨਾ ਕੋਈ ਸੇਵਾ ਕਰਦੇ ਸੀ। ਕਿੰਨੇ ਕਾਰਨ ਸੀ। ਲੇਕਿਨ ਉਦੋਂ ਅਸੀਂ ਅਨੇਕਾਂ ਇੰਟਰਵਿਊ ਕੀਤੀਆਂ। ਇੱਕ ਕੁੜੀ ਨੇ ਇੰਟਰਵਿਊ 'ਚ ਮੈਨੂੰ ਖੁਦ ਨੂੰ ਕਿਹਾ ਕਿ ਜਦੋਂ ਮੈਂ 에ਅਰਪੋਰਟ ਤੇ ਅੰਮ੍ਰਿਤਸਰ ਚੜ੍ਹਨ ਆਈ, ਮੇਰਾ ਬਾਪੂ ਮੈਨੂੰ ਚੜਾਉਣ ਆਇਆ ਤੇ ਉਦੋਂ ਸਾਨੂੰ ਕੋਈ ਜਾਣਦਾ ਨਹੀਂ, ਸਾਡਾ ਇੱਧਰ ਕੋਈ ਹੈ ਨਹੀਂ ਸੀ। ਇਸ ਕੁੜੀ ਪਿੱਛੋਂ ਫਿਰੋਜ਼ਪੁਰ ਫਰੀਦਕੋਟ ਦੀ ਸੀ ਕਿਤੇ ਦੀ। ਉਹ ਕਹਿੰਦੀ ਸਾਡਾ ਕੋਈ ਬਾਹਰ ਹੈ ਨਹੀਂ ਸੀ, ਇਸ ਕਰਕੇ ਅਸੀਂ ਉੱਥੇ ਖੜੇ ਰਹੇ 에ਅਰਪੋਰਟ ਤੇ ਆਣ ਕੇ। ਜਦੋਂ ਕੋਈ ਨਹੀਂ ਲੱਭਾ, ਇੱਕ ਉੱਥੇ ਮੁੰਡਾ ਸੀ, ਉਹ ਵੀ ਪਹਿਲੀ ਵਾਰੀ ਆ ਰਿਹਾ ਸੀ, ਉਹ ਵੀ ਉਸੇ ਬੇਸ ਤੇ ਆ ਰਿਹਾ ਸੀ, ਪੜ੍ਹਾਈ ਦੇ ਬੇਸ ਤੇ ਜਾਂ ਕਿੱਦਾਂ। ਕਹਿੰਦੀ ਮੇਰੇ ਬਾਪੂ ਨੇ ਮੇਰਾ ਹੱਥ ਫੜ ਕੇ ਉਹਨੂੰ ਫੜਾਤਾ ਵੀ ਤੂੰ ਇਹਦਾ ਖਿਆਲ ਰੱਖਣਾ। ਜਿਹੜਾ ਬਾਪੂ ਇਦਾਂ ਕਰ ਸਕਦਾ, ਬਿਨਾਂ ਗੱਲ ਤੋਂ ਸਾਰਾ ਕੁਝ ਕਰ ਸਕਦਾ, ਉਹ ਕਿੰਨੇ ਹੋਣਗੇ ਇਹੋ ਜਿਹੇ ਪੰਜਾਬ ਦੇ ਵਿੱਚ ਜਿਹੜੇ ਸੋਚਦੇ ਹੋਣ ਕਿ ਸਾਡੀ ਕੁੜੀ ਜਾਊਗੀ। ਇੱਥੇ ਬਾਬਾ ਜੀ ਅਨੇਕਾਂ ਕੁੜੀਆਂ ਆ, ਜਿਹਦਾ ਤੁਸੀਂ ਵੀ ਜ਼ਿਕਰ ਕੀਤਾ, ਅਨੇਕਾਂ ਕੁੜੀਆਂ ਬੜੀ ਮਿਹਨਤ ਕਰਕੇ ਪਿੱਛੇ ਪਰਿਵਾਰ ਨੂੰ ਪੈਸੇ ਭੇਜਦੀਆਂ ਕਿ ਸਾਡੇ ਮਾਪੇ ਨੇ ਸਾਡੇ ਤੇ ਪੈਸੇ ਖਰਚੇ, ਅਸੀਂ ਉਹਨਾਂ ਦੇ ਪੈਸੇ ਲਾ ਕੇ ਗਾਂ ਕੋਈ ਸਟੈਪ ਚੱਕਣਾ। ਲੇਕਿਨ ਕਈ ਇਦਾਂ ਦੀਆਂ ਵੀ ਹੈਗੀਆਂ, ਜਾਂ ਮੁੰਡੇ ਜਾਂ ਕੁੜੀਆਂ ਆਉਂਦੇ ਸਾਰੀ ਜਦੋਂ 에ਅਰਪੋਰਟ ਤੋਂ ਉਤਰਦੇ ਬਦਲ ਜਾਂਦੇ, ਉਹਨਾਂ ਨੂੰ ਕਿਸੇ ਦੀ ਇੱਜ਼ਤ ਦਾ ਨਹੀਂ ਕੋਈ ਫਰਕ ਪੈਂਦਾ ਕਿ ਉਹਦੀ ਬੇਇੱਜ਼ਤੀ ਹੋਊਗੀ, ਅਗਲਿਆਂ ਨੇ ਮੈਨੂੰ ਵਿਆਹ ਕੇ ਲਿਆਂਦਾ, ਜਾਂ ਅਗਲਿਆਂ ਨਾਲ ਮੈਂ ਸੌਦਾ ਕੀਤਾ ਵਿਆਹ ਕਰਨਾ, ਜਾਂ ਮੈਂ ਉਹਨਾਂ ਨੂੰ ਮੁੰਡੇ ਨੂੰ ਪੱਕਾ ਕਰਾਉਣਾ, ਜਾਂ ਮੈਂ ਆਪ ਹੋਣਾ। ਸੋ ਲੇਕਿਨ ਇਹ ਬੜੀਆਂ ਧਾਰਨਾਵਾਂ। ਹਾਂਜੀ ਬਾਬਾ ਜੀ, ਤੁਸੀਂ ਆਪਣੀ ਗੱਲ ਕੰਪਲੀਟ ਕਰੋ। ਇਹੀ ਗੱਲ ਮੈਂ ਆਪ ਜੀ ਨਾਲ ਲੱਗਿਆ ਸੀ ਕਰਨ ਵੀ ਅਸੀਂ ਸੁਣਦੇ ਆ ਇੱਥੇ, ਹਨਾ, ਅਸੀਂ ਤਾਂ ਸੁਣੀਆਂ ਇਹ ਗੱਲਾਂ, ਤੁਸੀਂ ਤਾਂ ਦੇਖੀਆਂ ਵੀ ਹੋਣਗੀਆਂ। ਭੈਣ ਭਰਾ ਵਿਆਹ ਕਰਾ ਕੇ ਪੱਕੇ ਹੋਏ, ਭੈਣ ਨੇ ਭਰਾ ਦੇ ਨਾਲ ਵਿਆਹ ਕਰਾਇਆ ਪੱਕੇ ਕਰਾਉਣ ਵਾਸਤੇ। ਇਹ ਸਾਡਾ ਕਲਚਰ ਸੀ ਕਿਤੇ? ਸਾਡੇ ਪੰਜਾਬ ਨੂੰ ਇਹ ਗ੍ਰਹਿਣ ਲੱਗਾ ਹੋਇਆ ਜੀ। ਇੱਥੇ ਇਹੋ ਜਿਹੀਆਂ ਘਟਨਾਵਾਂ ਸੁਣਨ ਨੂੰ ਅਖਬਾਰਾਂ 'ਚ ਮਿਲੀਆਂ ਆ ਕਿ ਮਾਮੀ ਆਪਣੇ ਭਾਣਜੇ ਨੂੰ ਵਿਆਹ ਕਰਾ ਕੇ ਇੱਥੇ ਲਿਆ ਰਹੀ ਆ, ਭੈਣ ਆਪਣੇ ਭਰਾ ਨੂੰ ਵਿਆਹ ਕਰਾ ਕੇ ਲਿਆ ਰਹੀ ਆ, ਪਿਓ ਪੁੱਤ ਤੱਕ ਦੇ। ਪਿੱਛੇ ਜੇ ਇੱਕ ਵੀਡੀਓ ਬੜੀ ਵਾਇਰਲ ਹੋਈ ਸੀਗੀ, ਇੱਕ ਬਜ਼ੁਰਗ ਦਾ ਇੱਕ ਛੋਟੀ ਬੱਚੀ ਦੇ ਨਾਲ ਵਿਆਹ ਹੋ ਰਿਹਾ ਤੇ ਉਹ ਬਾਅਦ 'ਚ ਪਤਾ ਲੱਗਿਆ ਵੀ ਪਿਓ ਧੀ ਵਿਆਹ ਕਰਾ ਕੇ ਕੈਨੇਡਾ ਜਾ ਰਿਹਾ ਪੱਕੇ ਹੋਣ ਵਾਸਤੇ। ਇਹ ਸਾਡਾ ਪੰਜਾਬ ਅਜੇ ਵੀ ਹੱਥ ਜੋੜ ਕੇ ਬੇਨਤੀ ਹੈ, ਇਹ ਸਾਡਾ ਪੰਜਾਬ ਨਹੀਂ ਸੀ ਪੰਜਾਬੀਓ, ਪੂਰੇ ਦੇਸ਼ ਵਾਸੀਓ, ਇਹ ਸਾਡਾ ਪੰਜਾਬ ਨਹੀਂ ਸੀ, ਇਹ ਸਾਡਾ ਕਲਚਰ ਨਹੀਂ ਸੀ। ਸਿੱਖ ਹਾਂ ਅਸੀਂ ਤਾਂ ਲੋਕਾਂ ਦਾ ਭਲਾ ਕਰਦੇ ਸੀ, ਸਾਡੀਆਂ ਧੀਆਂ ਭੈਣਾਂ ਆਪ ਹੀ ਆਪਣਾ ਘਰ ਬਰਬਾਦ। ਮਾਂ ਪਿਓ ਨੂੰ ਅਜੇ ਵੀ ਹੱਥ ਜੋੜ ਕੇ ਬੇਨਤੀ ਹੈ ਸਿੱਖ ਚੈਨਲ ਦੇ ਜਰੀਏ, ਔਰ ਸਿੱਖ ਚੈਨਲ ਦੀ ਟੀਮ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਲਿਖਿਆ। ਔਰ ਬੇਨਤੀ ਹੈ ਸਿੱਖ ਚੈਨਲ ਨੂੰ ਕਿ ਤੁਸੀਂ ਕਿਰਪਾ ਕਰੋ ਇਹੋ ਜਿਹਾ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਰੱਖੋ ਜ਼ਰੂਰ, ਕਿਉਂਕਿ ਬੱਚਿਆਂ ਨੂੰ ਜਾਗਰਤ ਕਰਨਾ ਬੜਾ ਜ਼ਰੂਰੀ ਆ। ਇੰਗਲੈਂਡ ਦੇ ਵਿੱਚ ਹਾਲਾਤ ਜਿਹੜੇ ਧੀਆਂ ਜ਼ਿਆਦਾ ਖਰਾਬ ਹੋਏ ਪਏ ਨੇ, ਇੰਗਲੈਂਡ ਦੇ ਵਿੱਚ ਵੀ, ਕਿਉਂਕਿ ਇਸ ਸਮੇਂ ਇੱਥੇ ਵੀ ਬਹੁਤ ਕੰਮ ਖਰਾਬ ਹੈ। ਸੋ ਬਹੁਤ ਜ਼ਰੂਰੀ ਹੈ ਸੰਭਾਲਣਾ। ਗਿਆਨੀ ਜੀ ਸਰਪੰਚ ਸਾਹਿਬ ਤੋਂ ਪੁੱਛਦੇ ਆ। ਸਰਪੰਚ ਸਾਹਿਬ, ਕੋਈ ਸਮਾਂ ਸੀ ਆਪਣੇ ਪੁਰਾਣੇ ਬਜ਼ੁਰਗ ਸੱਤ ਗੋਤ ਛੱਡਦੇ ਹੁੰਦੇ ਸੀ ਕਿ 7 ਗੋਤ ਛੱਡ ਕੇ ਗਾਹਾਂ ਗਿਆ ਕੇ ਰਸਤਾ ਕਰਨਾ। ਰਾਮਿਆ ਜੀ 8 ਛੱਡ ਸੀ, 4 ਉਧਰੋਂ 4 ਉਧਰੋਂ। ਅੱਛਾ ਚਲੋ, ਉਦੋਂ 8 ਗੋਤ ਛੱਡੇ ਜਾਂਦੇ ਸੀਗੇ, ਲੇਕਿਨ ਉਦੋਂ ਸਿੱਖ ਕੌਮ ਦੀ ਆਬਾਦੀ ਵੀ ਘੱਟ ਸੀ। ਅੱਜ ਸਿੱਖ ਕੌਮ ਦੀ ਆਬਾਦੀ ਉਦੋਂ ਨਾਲੋਂ ਕਿੰਨੀ ਵੱਧ ਗਈ ਤੇ ਗੋਤ ਕੱਟ ਕੇ ਹੁਣ ਤਾਂ ਗੋਤ 'ਚ ਹੀ ਵਿਆਹ ਕਰਾ ਲੈਂਦੇ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਕੀ ਉਹ ਵੀ ਇਹ ਕੜੀ ਦੇ ਵਿੱਚ ਨਹੀਂ ਆਉਂਦਾ? ਦੇਖੋ ਜੀ, ਸਭ ਤੋਂ ਪਹਿਲਾਂ ਇਹ ਗੱਲ ਸੀਗੀ ਕਿ ਤੁਸੀਂ ਗੋਤਾਂ ਦੀ ਗੱਲ ਕੀਤੀ ਕਿ 4 ਉਧਰੋਂ ਹੱਥ, ਨਾਨੀ ਦਾ, ਦਾਦੀ ਦਾ, ਮਾਂ ਪੇ ਦਾ, 4 ਹੀ ਉਧਰੋਂ 4 ਹੀ ਉਧਰ ਹੱਥ ਸੀਗੇ। ਲੇਕਿਨ ਉਦੋਂ ਇੱਕ ਵਿਚਾਲੇ ਵਿਚੋਲਾ ਹੁੰਦਾ ਸੀਗਾ। ਇੱਕ ਕੁੜੀ ਮੁੰਡਾ ਮੰਗਣ ਤੋਂ ਬਾਅਦ ਸਾਲ 2-2 ਸਾਲ ਵਿਆਹ ਨਹੀਂ ਸੀ ਹੁੰਦਾ। ਕਹਿੰਦੇ ਵੀ ਦੇਖੋ ਰਿਸ਼ਤੇਦਾਰ ਕਿੱਦਾਂ ਦੇ ਆ, ਦੇਖਦੇ ਰਹਿਣਾ, ਮਿਲਦੇ ਰਹਿਣਾ, ਮੁੰਡਾ ਕਿੱਦਾਂ ਦਾ ਆ, ਕੁੜੀ ਕਿੱਦਾਂ ਦਾ, ਚਾਲ ਚੱਲਣ ਕਿੱਦਾਂ ਦਾ। ਉਹ ਇਸੇ ਕਰਕੇ ਟਾਈਮ ਪਾਉਂਦੇ ਹੁੰਦੇ ਸੀ ਕਿ ਸੋਚਣ ਦਾ ਸਮਾਂ ਮਿਲ ਜਾਵੇ। ਉਸ ਤੋਂ ਇਲਾਵਾ ਵਿਆਹ ਕਰਾਉਣ ਤੋਂ ਬਾਅਦ ਫਿਰ ਸਾਲ 2-2 ਸਾਲ ਮਕਲਾਵਾ ਨਹੀਂ ਸੀ ਦਿੰਦੇ, ਫਿਰ ਦੇਖਦੇ ਰਹਿਣਾ ਵੀ ਰਿਸ਼ਤੇਦਾਰ ਕਿੱਦਾਂ ਦੇ ਆ, ਮੁੰਡਾ ਕੁੜੀ ਕਿੱਦਾਂ ਦੇ ਆ, ਕਿੱਦਾਂ ਨਿਭੂਗੀ। ਅੱਜ ਤਾਂ ਦੇਖਦੇ, ਅੱਜ ਜਿਹੜਾ ਸਾਡਾ ਵਿਚੋਲਾ ਆ ਉਹ ਸਾਡਾ ਇੰਟਰਨੈਟ ਆ। ਸਾਡਾ ਜਿਹੜਾ ਮਾਧਿਅਮ ਵਿਆਹ ਦਾ, ਸਾਡੀ ਕੜੀ ਦਾ, ਉਹ ਇੱਕ ਸਾਡਾ ਮੋਬਾਈਲ ਬਣ ਗਿਆ ਆ। ਅਸੀਂ ਚੈਟ ਕਰਕੇ ਉੱਥੇ ਗੱਲਾਂ ਕਰਦੇ ਆ, ਇੱਥੇ ਸਾਡੇ ਡਿਵੋਰਸ ਹੋ ਜਾਂਦੇ ਆ। ਉਦੋਂ ਪੰਚਾਇਤਾਂ ਬਹਿੰਦੀਆਂ, ਪੰਚਾਇਤਾਂ ਦੇ ਵਿੱਚ ਦੱਸਦੇ ਸੀਗੇ, ਉਦੋਂ ਸ਼ਰਮ ਹਜਾ ਸੀਗਾ। ਅਸੀਂ ਤਾਂ ਉਦੋਂ ਪਿੰਡ ਦੇ ਬੰਨੇ ਵਸੀਮੇ ਦੇ ਵਿਆਹ ਨਹੀਂ ਹੁੰਦਾ ਕਿ ਸਾਡੇ ਪਿੰਡ ਦਾ ਬੰਨਾ ਵਸੀਆ ਲੱਗਦਾ। ਹੁਣ ਤਾਂ ਪਿੰਡ 'ਚ ਹੀ ਵਿਆਹ ਹੋਈ ਜਾਂਦੇ ਆ। ਐਡੀ ਬੇਸ਼ਰਮੀ ਦੀ ਹੱਦ ਲੰਘ ਗਈ ਆ। ਅਸੀਂ ਉਸ ਪੁਰਾਣੇ ਜ਼ਮਾਨੇ 'ਚ ਪਿੰਡ ਦੀ ਕਿਤੇ ਕੁੜੀ ਵਿਆਹੀ ਹੋਵੇ, ਜਦੋਂ ਕਿਤੇ ਮਿਲਣ ਵੀ ਜਾਂਦੇ ਸੀ,
ਉਹਨੂੰ ਪਿਆਰ ਦੇ ਕਹਿੰਦੇ ਸਾਡੇ ਪਿੰਡ ਦੀ ਕੁੜੀ ਸਾਡੀ ਧੀ ਆ, ਸਾਡੀ ਭੈਣ ਆ। ਅੱਜ ਤਾਂ ਪਿੰਡ 'ਚ ਹੱਦ ਹੋ ਗਈ, ਪੰਜਾਬ ਦਾ ਐਡਾ ਬੇੜਾ ਗਰਕ ਹੋ ਗਿਆ। ਪਿੰਡ 'ਚ ਵਿਆਹ ਹੋਣ ਡਿਆ, ਗੋ ਤੇ ਵਿੱਚ ਪਿੰਡ 'ਚ ਵਿਆਹ ਹੋਣ ਡਿਆ, ਕਈ ਤਾਂ ਰਿਸ਼ਤੇਦਾਰੀ ਦੇ ਵਿੱਚ ਹੀ ਹੋਣ ਡਿਆ, ਤਾਏ ਚਾਚੇ ਦੇ ਵਿੱਚ ਹੋਣ ਡਿਆ। ਇਹ ਤਾਂ ਕਿ ਮੁਸਲਮਾਨ ਹੁੰਦਾ ਸੀਗਾ, ਤਾਏ ਦੀ ਧੀ ਨਾਲ, ਚਾਚੇ ਧੀ ਨਾਲ ਦੁੱਧ ਮਾਂ ਦਾ ਛੱਡਦੇ ਸੀਗੇ। ਮੇਰਾ ਖਿਆਲ ਤਾਂ ਸਾਡਾ ਕਲਚਰ ਵੀ ਉਹਨੂੰ ਵੱਧਦਾ ਜਾ ਰਿਹਾ। ਬਾਕੀ ਇਹ ਗੱਲ ਜਿਹੜੀ ਮੈਂ ਪਹਿਲਾਂ ਵੀ ਕੀਤੀਆਂ ਕਿ ਇਹਦਾ ਕਾਰਨ ਆ ਕਿ ਅਸੀਂ ਅੱਜ ਬੱਚਿਆਂ ਨਾਲ ਬਹਿੰਦਾ ਕੋਈ ਨਿਗਾ। ਇਹਦਾ ਸਾਡਾ ਫੈਮਿਲੀ ਇਕੱਠੇ ਰੋਟੀ ਨਹੀਂ ਖਾਂਦੇ, ਇਕੱਠੇ ਕੋਈ ਵਿਚਾਰ ਨਹੀਂ ਕਰਦੇ। ਬੱਚਾ ਕਦੇ ਰੋਟੀ ਖਾਂਦਾ, ਦੂਸਰਾ ਕਿਸੇ ਪਾਸੇ ਨੂੰ ਮੂੰਹ, ਕਦੀ ਫੈਮਿਲੀ ਇਕੱਠੀ ਹੋ ਕੇ ਨਹੀਂ ਬਹਿੰਦੀ। ਇਹ ਜਿਹੜਾ ਸਾਡਾ ਕਲਚਰ ਸੀਗਾ ਨਾ ਵੀ ਸ਼ਾਮ ਨੂੰ ਪਰਿਵਾਰ 'ਚ ਇਕੱਠੇ ਹੋ ਕੇ ਬਹਿਣਾ, ਜਾਂ ਬਜ਼ੁਰਗਾਂ ਨੇ ਚੌਂਕਾਂ 'ਚ ਹੋ ਕੇ ਇਕੱਠੇ ਬਹਿਣਾ, ਉੱਥੋਂ ਫਿਰ ਨਿਆਣਿਆਂ ਕੋਈ ਗੱਲਾਂ ਸਿੱਖਣੀਆਂ, ਕੋਈ ਪਰਿਵਾਰ 'ਚੋਂ ਸਿੱਖਣੀਆਂ, ਉਹ ਫਿਰ ਕੋਈ ਨਾ ਕੋਈ ਉਹ ਗੁਣ ਅਖਤਿਆਰ ਕਰ ਲੈਂਦੇ ਸੀ। ਅੱਜ ਤਾਂ ਟੈਲੀਵਿਜ਼ਨ ਲਾ ਕੇ ਉਹ ਆਪਣੇ ਕਮਰੇ ਟੈਲੀਵਿਜ਼ਨ ਲਾਇਆ, ਨਿਆਣੇ ਉੱਤੇ ਆਪਣੇ ਟੈਲੀਫੋਨ ਲੈ ਕੇ ਬੈਠੇ ਆ, ਕੋਈ ਮੋਬਾਈਲ ਲੈ ਕੇ ਬੈਠਾ, ਕੋਈ ਲੈਪਟਾਪ ਲੈ ਕੇ ਬੈਠਾ। ਇਸ ਲਈ ਜਿਹੜਾ ਸਾਨੂੰ ਕਾਮਨ ਸੈਂਸ ਹੁੰਦੀ ਸੀ ਪਰਿਵਾਰ 'ਚ ਮਿਲਦੀ, ਜਾਂ ਮਹੱਲੇ ਦੇ ਵਿੱਚ ਜਿੱਥੇ ਉਹ ਬੈਠੇ ਆ, ਖੁੰਡ ਚਰਚਾ ਜਿਹਨੂੰ ਕਹਿੰਦੇ ਉੱਥੇ ਹੁੰਦੀ, ਉਹ ਬਿਲਕੁਲ ਖਤਮ ਹੋ ਗਈ ਆ। ਅੱਜ ਸਾਨੂੰ ਸਮਝਣਾ ਹੋਊਗਾ ਕਿ ਪੁਰਾਣੀਆਂ ਗੱਲਾਂ ਜਿਹੜੀਆਂ ਬਹੁਤ ਚੰਗੀਆਂ ਸੀਗੀਆਂ ਉਹਨਾਂ ਨੂੰ ਅਪਣਾਉਣਾ ਪਊਗਾ। ਇੱਕ ਟੇਬਲ ਤੇ ਬੈਠ ਕੇ ਰਾਤ ਨੂੰ ਸਾਨੂੰ ਸਾਰੇ ਪਰਿਵਾਰ ਨੂੰ ਬੈਠ ਕੇ ਕੀ ਕਮੀਆਂ ਆ, ਕੀ ਪੇਸ਼ੀਆਂ, ਕੀ ਕਰਨਾ ਚਾਹੀਦਾ, ਕੀ ਗੁੱਡ ਐਂਡ ਬੈਡ ਹੈ, ਸਾਰਾ ਕੁਝ ਡਿਸਕਸ ਕਰਦੇ ਸੀ। ਲੇਕਿਨ ਅੱਜ ਕਾਮਨ ਸੈਂਸ ਪਰਿਵਾਰ ਦੇ ਵਿੱਚੋਂ ਚਲ ਗਈ ਆ। ਅੱਗੇ ਪੁਰਾਣੇ ਜ਼ਮਾਨੇ 'ਚ ਇਹ ਵੀ ਪਰਾਮਿਆਂ ਜੀ ਹੁੰਦਾ ਸੀ ਕਿ ਆਪਾਂ ਸਾਈਕਲ ਤੇ ਚੜ੍ਹ ਕੇ ਜਾਂ ਮੋਟਰਸਾਈਕਲ ਤੇ ਚੜ੍ਹ ਕੇ ਪਿੰਡ 'ਚੋਂ ਲੰਘ ਨਹੀਂ ਸੀ, ਸਾਈਕਲ ਤੇ ਚੜ੍ਹ ਕੇ ਲੰਘ, ਜੇ ਬਜ਼ੁਰਗ ਉਤਰ ਜਾਂਦਾ ਵੇ, ਉਤਰ ਕੇ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਜਾਂ ਕੁਛ ਵੀ ਉਹਨੂੰ ਬੁਲਾਉਣਾ ਪੈਂਦਾ ਸੀਗਾ। ਲੇਕਿਨ ਸਾਡੇ ਵਿੱਚੋਂ ਜਿਹੜੀਆਂ ਉਹ ਰੀਤਾਂ ਆ ਉਹ ਬਿਲਕੁਲ ਖਰਾਬ ਹੋ ਗਈਆਂ। ਨਹੀਂ ਤਾਂ ਅਸੀਂ ਜੇ ਕੋਈ ਨਾ ਬੁਲਾਵੇ ਤਾਂ ਉਹਨੂੰ ਘਰ ਜਾ ਕੇ ਵੀ ਤੇਰਾ ਮੁੰਡਾ ਮੇਰੇ ਕੋਲ ਦੀ ਲੰਘ ਗਿਆ, ਮੈਨੂੰ ਬੁਲਾਇਆ ਨਹੀਂ ਹੈਗਾ, ਤੇ ਘਰ ਦੇ ਵੀ ਡਾਂਟ ਦਿੰਦੇ ਸੀਗੇ ਕਿ ਭਾਈ ਤੇਰਾ ਚਾਚਾ ਤਾਇਆ ਜਾਂ ਬਾਬਾ ਜੀ ਕੋਲ ਸੀਗੇ, ਤੂੰ ਕਿਉਂ ਨਹੀਂ ਬੁਲਾਇਆ ਉਹਨੂੰ। ਅੱਜ ਕੱਲ ਇਹ ਕੋਈ ਦੱਸਦਾ ਨਹੀਂ ਕਿ ਨਹੀਂ ਬੁਲਾਇਆ ਤਾਂ ਨਹੀਂ ਬੁਲਾਇਆ, ਤੇ ਇਹ ਕਿਹੜੀ ਗੱਲ ਆ। ਇਹ ਸਾਰਾ ਇਹ ਕਸੂਰ ਸਾਡਾ ਆਪਣਾ ਪੇਰੈਂਟਸ ਦਾ ਆ, ਸਮਾਜ ਦਾ ਆ। ਅਸੀਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਚੰਗੀਆਂ ਗੱਲਾਂ ਉਹਨੂੰ ਭੁੱਲਦੇ ਜਾ ਰਹੇ ਹਾਂ। ਲੇਕਿਨ ਮਾੜੀਆਂ ਗੱਲਾਂ, ਪਾਟੇ ਕੱਪੜੇ, ਅੱਜ ਕਿਤੇ ਗਰੀਬ ਬੰਦੇ ਸੀਗੇ ਉਹਨੂੰ ਪਾਟੇ ਕੱਪੜੇ ਨਹੀਂ ਸੀ ਮਿਲਦੇ, ਹੁਣ ਨਵੇਂ ਬੰਦੇ ਨਵੇਂ ਕੱਪੜਿਆਂ ਨੂੰ ਜਿਹੜਾ ਉਹ ਪਾੜ ਪਾ ਰਹੇ ਆ। ਅੱਗੇ ਤਨ ਤੇ ਕੱਪੜਾ ਜੋੜਦਾ ਨਹੀਂ, ਅੱਧੇ ਨੰਦ ਢੰਗੇ ਫਿਰਦੇ ਸੀ ਲੋਕ। ਅੱਜ ਕੱਪੜਿਆਂ ਵਾਲੇ ਉਦਾਂ ਦੇ ਕੱਪੜੇ ਪਾਉਂਦੇ, ਕੋਈ ਸਾਰਾ ਨੰਗੇਜ ਆ, ਪਾਰਦਰਸ਼ੀ ਕੱਪੜਿਆ ਦੇਖ ਕੇ ਸ਼ਰਮ ਆਉਂਦੀ ਆ। ਤੇ ਸਾਨੂੰ ਆਪਣੇ ਸਮਾਜ ਨੂੰ ਜਿਹੜੀ ਸਾਡੀ ਪੁਰਾਣੀ ਜਿਹੜੀ ਸਾਡਾ ਕਲਚਰ ਆ ਉਹਨੂੰ ਹਰ ਜਗ੍ਹਾ ਦੱਸਣਾ ਚਾਹੀਦਾ। ਗੁਰਦੁਆਰਿਆਂ ਵਿੱਚ ਕਿਤੇ ਅਸੀਂ ਬਹਿੰਦੇ ਹਾਂ, ਕਿਤੇ ਵੀ ਕਲੱਬਾਂ 'ਚ ਬਹਿੰਦੇ ਹਾਂ, ਕਿਤੇ ਵੀ ਅਸੀਂ ਸਮਾਜਿਕ ਗੱਲਾਂ ਕਰਦੇ ਹਾਂ। ਅੱਜ ਤਾਂ ਸਾਡਾ ਕਿਰਦਾਰ ਹੀ ਖਤਮ ਹੋ ਗਿਆ। ਅਸੀਂ ਮੁੰਡਾ ਤੇ ਕੁੜੀ ਪੇ ਪੁੱਤ ਇਕੱਠੇ ਨੱਚਦੇ ਆ, ਉਹ ਕਹੀ ਜਾ ਤੂੰ ਨਹੀਂ ਬੋਲਦੀ, ਤੇਰਾ ਯਾਰ ਬੋਲਦਾ। ਆਹੀ ਕੁਛ ਸਿੱਖਣਾ। ਏਦਾਂ ਦੇ ਗੀਤ ਚੱਲਦੇ ਆ ਵਿਆਹਾਂ 'ਚ, ਉਹ ਗੀਤ ਚੱਲਦੇ ਜਿਹੜੇ ਸੁਣਨ ਵਾਲੇ ਨਹੀਂ ਹੈਗੇ। ਇਹ ਅੱਜ ਸਾਨੂੰ ਜਿਹੜਾ ਸਾਡਾ ਕਲਚਰ ਆ ਉਹ ਨਿਘਾਰ ਵੱਲ ਜਾ ਰਿਹਾ। ਜੇ ਅਸੀਂ ਆਪਣੇ ਕਲਚਰ ਨੂੰ ਦਰੁਸਤ ਨਾ ਕੀਤਾ, ਆਉਣ ਵਾਲਾ ਸਮਾਂ ਇਦੋਂ ਵੀ ਖਤਰਨਾਕ ਹੋ ਸਕਦਾ। ਅਗਰ ਅਸੀਂ ਭਵਿੱਖ ਨੂੰ ਸਵਾਰਨਾ ਆ ਤੇ ਸਾਨੂੰ ਆਪਣੇ ਕਲਚਰ ਨੂੰ ਸੰਭਾਲ ਕੇ ਆਪਣੇ ਬੱਚਿਆਂ ਨੂੰ ਕਲਚਰ ਸਿਖਾਉਣਾ ਪੈਣਾ, ਉਹਨਾਂ ਨੂੰ ਭਾਸ਼ਾ ਸਿਖਾਉਣੀ ਪੈਣੀ ਆ, ਉਹਨਾਂ ਨੂੰ ਬਹਿਣ ਸਿਖਾਉਣਾ ਪੈਣਾ। ਉਹ ਜਿਹੜੀਆਂ ਪੁਰਾਣੀਆਂ ਚੰਗੀਆਂ ਗੱਲਾਂ ਨੂੰ ਦੁਬਾਰਾ ਫੇਰ ਸਮਾਜ ਵਿੱਚ ਲਿਆਉਣਾ ਪੈਣਾ, ਤਾਂ ਸਾਡਾ ਸਮਾਜ ਜਿਹੜਾ ਮਾੜਾ ਮੋਟਾ ਹੁੰਦਾ। ਅਦਰਵਾਈਜ਼ ਸਾਡਾ ਜਿਹੜਾ ਸਮਾਜ ਆ ਉਹ ਬਹੁਤ ਨਿਘਾਰ ਵੱਲ ਜਾ ਰਿਹਾ। ਚਲੋ ਮੈਂ ਰਿਣੀਆ ਤੁਹਾਡਾ ਸਰਪੰਚ ਸਾਹਿਬ ਤੁਹਾਡੇ ਨਾਲ ਦੁਬਾਰੇ ਫੇਰ ਆਊਂਗਾ। ਬਾਬਾ ਜੀ ਤੁਹਾਡੇ ਕੋਲ ਇੱਕ ਗੱਲ ਜਾਣਨੀ ਚਾਹੁੰਦਾ, ਕਿਉਂਕਿ ਆਪਾਂ ਵੀ ਗੁਰਦੁਆਰੇ ਅਨੇਕਾਂ ਆਨੰਦ ਕਾਰਜ ਕਰਦੇ ਹਾਂ। ਹੋਰ ਇੰਗਲੈਂਡ ਵਿੱਚ ਕਿੰਨੇ ਗੁਰਦੁਆਰਾ ਸਾਹਿਬਾਨ ਨੇ ਜਿੱਥੇ ਤਕਰੀਬਨ ਹਫ਼ਤੇ ਵਿੱਚ ਵੀ ਵੀਕਐਂਡ ਤੇ ਵੀ ਆਨੰਦ ਕਾਰਜ ਹੁੰਦੇ। ਲੇਕਿਨ ਕੁੜੀਆਂ ਮੁੰਡੇ ਪੰਜਾਬ ਦੀ ਧਰਤੀ ਤੋਂ ਚੂੜਾ ਬੈਗਾਂ 'ਚ ਪਾ ਕੇ ਲਿਆਉਂਦੀਆਂ। ਮੁੰਡੇ ਆਪਣਾ ਜੋ ਵੀ ਉਹਨੀ ਇੱਥੇ ਕੱਪੜਾ ਪਾਉਣਾ ਬੈਗਾਂ 'ਚ ਪਾ ਕੇ ਲਿਆਉਂਦੇ, ਜਿਨ੍ਹਾਂ ਦੀ ਤਾਂ ਉੱਥੋਂ ਡੀਲ ਕਈ ਵਾਰੀ ਘਰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਕੁੜੀ ਨੇ ਜਿਹੜਾ ਮੁੰਡੇ ਨਾਲ ਵਿਆਹ ਕੀਤਾ ਉਹ ਪੰਜਾਬ 'ਚ ਉਹਦੇ ਨਾਲ ਗਿਆ, ਜਾਂ ਉਹਦੇ ਤੋਂ ਮਹੀਨਾ 2 ਮਹੀਨੇ ਪਹਿਲਾਂ ਗਿਆ ਜਾਂ ਬਾਅਦ 'ਚ ਗਿਆ। ਲੇਕਿਨ ਉਹ ਇੱਥੇ ਕਹਿ ਦਿੰਦੇ ਨਹੀਂ ਜੀ ਮੁੰਡਾ ਪੱਕਾ, ਤੋਂ ਮਾਂ ਪਿਓ ਵੀ ਲਾਲਚ ਕਰ ਲੈਂਦੇ ਆ, ਚਲੋ ਕੋਈ ਜੀ ਇਹ ਪੱਕਾ ਫਿਰ ਤੂੰ ਵੀ ਪੱਕੀ ਹੋ ਜਾਊ। ਕਿ ਇਹ ਚੀਜ਼ਾਂ ਵੀ ਮਾਂ ਪਿਓ ਨੂੰ, ਜਿੱਦਾਂ ਸਰਪੰਚ ਸਾਹਿਬ ਨੇ ਕਿਹਾ ਵੀ ਇਨਕੁਆਇਰੀ ਕਰਨ ਤੋਂ ਬਾਅਦ ਹੀ ਹਾਂ ਕਰਨੀ ਚਾਹੀਦੀ ਹੈ, ਇਹਦੇ ਬਾਰੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਬਿਲਕੁਲ, ਬਹੁਤ ਚੰਗਾ ਸਵਾਲ ਤੁਸੀਂ ਕੀਤਾ। ਮੈਂ ਚਾਹੁੰਦਾ ਹੀ ਸੀਗਾ ਵੀ ਇਹੋ ਜਿਹਾ ਸਵਾਲ ਇਸ ਪਾਸੇ ਵੱਲੋਂ ਆਪਾਂ ਗੱਲ ਕਰੀਏ। ਸਾਡੇ ਨਾਲ ਇੱਥੇ ਘਟਨਾ ਆਪਣੇ ਗੁਰੂ ਘਰ ਦੇ ਵਿੱਚ ਹੀ ਇੱਥੇ ਵਾਪਰੀ ਸੀਗੀ। ਚਲੋ ਵਾਹਿਗੁਰੂ ਦੀ ਕਿਰਪਾ ਆ, ਕਿਉਂਕਿ ਇੱਥੇ ਵੀ ਅਸੀਂ ਸਾਰੇ ਰੂਲਸ ਜਿਹੜੇ ਆ ਜੋ ਆਪਣੇ ਸਿੱਖ ਮਰਿਆਦਾ ਅਕਾਲ ਤਖਤ ਸਾਹਿਬ ਜੀ ਦੀ ਹੈਗੀ ਉਹ ਚਲਾ ਰਹੇ ਆ, ਤੇ ਚੱਲਣੀ ਵੀ ਚਾਹੀਦੀ ਆ। ਬੱਚਾ ਬੱਚੀ ਦੋਨੋਂ ਜਾਣੇ ਆਏ ਆ ਵਿਆਹ ਬੁੱਕ ਕਰਾਉਣ ਵਾਸਤੇ, ਆ ਕੇ ਉਹਨਾਂ ਨੇ ਆਪਣਾ ਕਾਰਜ ਬੁੱਕ ਕਰਾ ਲਿਆ। ਸਾਡਾ ਫਰਜ਼ ਬਣਦਾ ਸੀ ਬੁੱਕ ਕਰਨਾ, ਪਰ ਉਸ ਤੋਂ ਬਾਅਦ ਵਿੱਚ ਜਿਵੇਂ ਆਪਾਂ ਇੱਥੇ ਆਪਣਾ ਸਾਰਾ ਰੂਲ ਰੈਗੂਲੇਸ਼ਨ ਬਣਾਏ ਆ ਵੀ ਉਹਨਾਂ ਦੀ ਫੋਟੋ ਆਈਡੀ ਕੋਈ ਨਾ ਕੋਈ ਲੈਣੀ ਆ। ਫੋਟੋ ਆਈਡੀ ਲਈ, ਮਾਂ ਪਿਓ ਬਾਰੇ ਪੁੱਛਿਆ, ਤੇ ਮੁੰਡਾ ਮਾਂ ਪਿਓ ਬਾਰੇ ਕੁਛ ਨਾ ਦੱਸੇ।
ਇਹ ਬਾਬਾ ਜੀ ਉਹਦੇ ਵਾਸਤੇ ਉਹਦਾ ਕਿਉਂ ਪੁੱਛਣਾ, ਮੈਂ ਕਿਹਾ ਵੀ ਠੀਕ ਆ, ਭਾਵੇਂ ਤੁਹਾਡਾ ਮਾਪਿਓ ਇੰਡੀਆ ਹੀ ਹੋਵੇ, ਤੁਸੀਂ ਸਟੂਡੈਂਟਸ ਆਏ ਹੋ, ਪਰ ਸਾਨੂੰ ਪਤਾ ਤਾਂ ਹੋਵੇ ਕਿ ਤੁਹਾਡੇ ਮਾਪਿਓ ਕੌਣ ਆ। ਤੁਹਾਡੇ ਮਾਪਿਓ ਦਾ ਨਾਂ ਅਸੀਂ ਲਿਖਣਾ, ਤੁਹਾਡੇ ਲੈਟਰ ਦੇਣਾ ਉਹਦੇ ਉੱਤੇ ਲਿਖਣਾ, ਸਾਨੂੰ ਪਤਾ ਹੋਣਾ ਚਾਹੀਦਾ। ਫਿਰ ਮੇਰੇ ਵੀ ਦਿਮਾਗ ਦੇ ਵਿੱਚ ਥੋੜਾ ਜਿਹਾ ਸ਼ੱਕ ਜਿਹਾ ਬਣ ਗਿਆ ਵੀ ਕੋਈ ਗੱਲਬਾਤ ਹੈਗੀ ਆ ਜੀ। ਉਹਨਾਂ ਨੇ ਨੰਬਰ ਨਹੀਂ ਦਿੱਤਾ। ਅਸੀਂ ਜਾ ਕੇ ਨਾ ਤੁਹਾਨੂੰ ਨੰਬਰ ਸੈਂਡ ਕਰ ਦਿੰਦੇ ਆ, ਨੰਬਰ ਸੈਂਡ ਨਹੀਂ ਕੀਤਾ। ਮੈਂ ਬਾਰ-ਬਾਰ ਫੋਨ ਕੀਤਾ, ਮੈਂ ਕਿਹਾ ਤੁਹਾਡਾ ਵਿਆਹ ਆਨੰਦ ਕਾਰਜ 'ਚ ਬੁੱਕ ਨਹੀਂਗਾ ਜਦ ਤੱਕ ਤੁਹਾਡੇ ਮਾਪਿਓ ਦਾ ਮੋਬਾਈਲ ਨੰਬਰ ਨਹੀਂ ਮਿਲੂਗਾ। ਉਹੀ ਗੱਲ ਹੋਈ ਜੀ। ਨੇ ਬਾਅਦ ਵਿੱਚ ਦੱਸਿਆ ਜੀ ਕੁੜੀ ਦਾ ਮਾਂ ਪਿਓ ਨਹੀਂ ਮੰਨਦਾ। ਮਾਂ ਪਿਓ ਨੂੰ ਪਤਾ ਹੀ ਨਹੀਂ ਕਿ ਸਾਡੇ ਬੱਚੇ ਆਨੰਦ ਕਾਰਜ ਕਰਾਉਣ ਜਾ ਰਹੇ ਆ। ਤੁਸੀਂ ਸੋਚਿਆ ਮਾਂ ਪਿਓ ਨੂੰ ਦੱਸ ਦਾਂਗੇ, ਉਹਨਾਂ ਨੇ ਮੰਨਣਾ ਨਹੀਂਗਾ। ਅਸੀਂ ਆਨੰਦ ਕਾਰਜ ਨਹੀਂ ਕੀਤਾ। ਉਹ ਸਮਝਾਇਆ ਕੁੜੀ ਨੂੰ ਮੈਂ ਇੱਥੇ ਬਿਠਾ ਕੇ, ਮੈਂ ਕਿਹਾ ਦੇਖ ਬੱਚੀਏ ਭੈਣੇ, ਤੇਰੀ ਜ਼ਿੰਦਗੀ ਜਿਹੜੀ ਆ ਉਹ ਸਿਰਫ ਇਸ ਮੁੰਡੇ ਦੇ ਨਾਲ ਇਕੱਲੀ ਨਹੀਂ ਚੱਲਣੀ। ਕਿ ਕਿਹੜੀ ਫੈਮਿਲੀ ਨੂੰ ਮਿਲੇਗੀ, ਕਿਹੜੇ ਪਰਿਵਾਰ ਨੂੰ। ਅੱਜ ਹੋ ਰਿਹਾ ਜੀ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਇਦਾਂ ਹੋ ਰਿਹਾ, ਮਾਂ ਪਿਓ ਨੂੰ ਕੁਝ ਨਹੀਂ ਪਤਾ। ਮਾਂ ਪਿਓ ਨੂੰ ਪਤਾ ਹੀ ਨਹੀਂ ਕਿ ਸਾਡੇ ਬੱਚਿਆਂ ਵਿਆਹ ਤੋਂ ਬਾਅਦ ਵਿੱਚ ਦੱਸ ਰਹੇ ਆ ਬੱਚੇ ਮਾਂ ਪਿਓ ਨੂੰ ਕਿ ਅਸੀਂ ਵਿਆਹ ਕਰ ਲਿਆ। ਈਵਨ ਇੱਥੋਂ ਤੱਕ ਵੀ ਹੋ ਗਿਆ ਕਿ ਕਈਆਂ ਦੇ ਬੱਚੇ ਹੋਣ ਵਾਲੇ ਹੋ ਗਏ, ਉਹਨਾਂ ਨੇ ਫਿਰ ਦੱਸਿਆ ਮਾਂ ਪਿਓ ਨੂੰ। ਇਹ ਸਾਡੇ ਵਾਸਤੇ ਇੱਕ ਬੜੀ ਸ਼ਰਮ ਵਾਲੀ ਗੱਲ ਹੋ ਗਈ। ਭੈਣੋ ਧੀਓ, ਆਈਲੈਟਸ ਜਿਹੜਾ ਆ ਉਹ ਸਾਡੇ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਡਿਗਰੀ ਬਣ ਕੇ ਰਹਿ ਗਿਆ। ਜਿਹਨੇ ਆਈਲੈਟਸ ਕੀਤੀ ਆ ਉਹ ਇਸ ਤਰ੍ਹਾਂ ਹੋ ਜਾਂਦਾ ਵੀ ਜਿਵੇਂ ਨੇ IPS ਦਾ ਬੜਾ ਵੱਡਾ ਕੋਰਸ ਕਰ ਲਿਆ ਆ, ਇਹ ਬਹੁਤ ਵੱਡਾ ਕੋਈ ਅਫਸਰ ਲੱਗਣ ਜਾ ਰਿਹਾ, ਚਾਹੇ ਉਹ ਕੁੜੀ ਚਾਹੇ ਮੁੰਡਾ। ਮੁੰਡਿਆਂ ਨੂੰ ਵੀ ਇਹ ਗੱਲ ਦੀ ਸ਼ਰਮ ਆਉਣੀ ਚਾਹੀਦੀ ਆ ਕਿ ਮੁੰਡਿਓ, ਤੁਹਾਡੇ ਕੋਲ ਆਪਣੇ ਕੋਲ ਆਈਲੈਟਸ ਨਹੀਂ ਹੁੰਦੀ। ਜੇ ਨਹੀਂ ਹੁੰਦੀ ਆਈਲੈਟਸ ਤੇ ਜ਼ਰੂਰੀ ਆਈਲੈਟਸ ਵਾਲੀ ਕੁੜੀ ਦੇ ਨਾਲ ਵਿਆਹ ਕਰਕੇ ਬਾਹਰ ਜਾਣਾ, ਇੱਥੇ ਕੋਈ ਕੰਮ ਕਰ ਲਓ। ਜੇ 40 ਲੱਖ ਰੁਪਈਆ ਲਾ ਕੇ ਤੁਸੀਂ ਬਾਹਰ ਜਾ ਦੀ ਤਿਆਰੀ ਕਰ ਰਹੇ ਹੋ ਕਰਜ਼ਾ ਲੈ ਕੇ, ਉਹਦੇ ਵਿੱਚੋਂ ਅੱਧੇ ਪੈਸੇ ਤੁਸੀਂ ਆਪਣਾ ਕੋਈ ਕੰਮਕਾਰ ਵੀ ਖੋਲ੍ਹ ਸਕਦੇ ਹੋ, ਜਾਂ ਆਪਣੀ ਮਿਹਨਤ ਕਰੋ, ਆਈਲੈਟਸ ਕਰਕੇ ਬਾਹਰ ਆਓ ਖੁਦ ਆਪਣੇ ਪੈਰਾਂ ਤੇ। ਇਹੋ ਜਿਹੀਆਂ ਘਟਨਾਵਾਂ ਹੋਣਗੀਆਂ ਇਹਨਾਂ। ਕੁੜੀਆਂ ਨੂੰ ਵੀ ਇਹੀ ਆ ਸੇਮ, ਆਈਲੈਟਸ ਕਰ ਲਈ ਤੇ ਆਕੜ ਦਾ ਈਗੋ ਦਾ ਲੇਬਲ ਜਿਹੜਾ ਆ ਉਹ ਬੜਾ ਤਾਂ ਚੱਲ ਜਾਂਦਾ ਵੀ ਹੁਣ ਅਸੀਂ ਤਾਂ ਬੜੀ ਵੱਡੀ ਡਿਗਰੀ ਕਰ ਲਈ ਆ, ਹੁਣ ਜਿਹੜਾ ਮੁੰਡਾ ਅਸੀਂ ਚਾਹਾਂਗੇ, ਜਿੱਦਾਂ ਦਾ ਸੌਦਾ ਚਾਹਾਂਗੇ ਅਸੀਂ ਕਰ ਸਕਦੇ ਹਾਂ। ਇਸ ਕਰਕੇ ਇਹ ਸਾਰੀਆਂ ਘਟਨਾਵਾਂ ਹੋ ਰਹੀਆਂ। ਜਿਹੜਾ ਤੁਸੀਂ ਸਵਾਲ ਹੁਣੇ ਕੀਤਾ ਸੀ ਨਾ, ਇਹ ਬਹੁਤ ਇੱਥੇ ਹੋ ਰਿਹਾ। ਬੱਚੇ ਆਨੰਦ ਕਾਰਜ ਆਪਣਾ ਕਰਾਉਣਾ ਚਾਹੁੰਦੇ ਆ, ਪਤਾ ਉਹਨਾਂ ਦੇ ਮਾਂ ਪਿਓ ਨੂੰ ਕਿਸੇ ਨੂੰ ਕੱਖ ਨਹੀਂਗਾ। ਕਈ ਘਟਨਾਵਾਂ ਇੱਥੇ ਇੰਗਲੈਂਡ ਦੇ ਵਿੱਚ ਹੋਈਆਂ, ਅਸੀਂ ਹੁਣ ਉਹਨਾਂ ਦਾ ਬਹੁਤਾ ਜ਼ਿਕਰ ਨਾ ਕਰਾਂਗੇ ਕਿਉਂਕਿ ਪਤਾ ਸਾਰਿਆਂ ਨੂੰ ਹੀ ਆ। ਤੇ ਕੁੜੀਆਂ ਨੂੰ ਹੱਥ ਜੋੜ ਕੇ ਬੇਨਤੀ ਆ, ਭੈਣੋ ਧੀਓ, ਤੁਸੀਂ ਥੋੜੀ ਜਿਹੀ ਸ਼ਰਮ ਕਰੋ। ਸ਼ਰਮ ਹੀ ਤੁਹਾਡਾ ਬੜਾ ਵੱਡਾ ਗਹਿਣਾ ਆ। ਤੇ ਸ਼ਰਮ ਇਹ ਕਰੋ ਕਿ ਤੁਹਾਡੇ ਮਾਂ ਪਿਓ ਨੂੰ ਤੁਸੀਂ ਪਿੱਛੇ ਛੱਡ ਕੇ ਇਹ ਗੱਲ ਕਹਿ ਕੇ ਆਏ ਹੋ ਕਿ ਅਸੀਂ ਜਿੱਦਾਂ ਦੀਆਂ ਆਈਆਂ ਉਦਾਂ ਦੀਆਂ ਤੁਹਾਡੇ ਕੋਲ ਆਵਾਂਗੇ, ਚਾਵਾਂ ਦੇ ਨਾਲ ਤੁਹਾਡਾ ਮਾਂ ਪਿਓ ਨੇ ਵਿਆਹ ਕਰਨਾ। ਜੇ ਕੋਈ ਗੱਲਬਾਤ ਹੈਗੀ ਆ ਆਪਣੇ ਮਾਂ ਪਿਓ ਨੂੰ ਦੱਸੋ। ਤੇ ਸੇਮ ਗੱਲ ਮੁੰਡਿਆਂ ਨੂੰ ਆ ਕਿ ਮੁੰਡਿਓ, ਤੁਸੀਂ ਬਹੁਤੀ ਸ਼ਰਮ ਕਰੋ। ਉਹ ਕੋਈ ਕੁੜੀ ਜੇ ਤੁਹਾਡੇ ਆਖਿਆਂ ਤੁਹਾਡੇ ਨਾਲ ਆ ਗਈ ਆ, ਤੁਰ ਪਈ ਆ, ਤੇ ਉਹਦੀ ਜ਼ਿੰਦਗੀ ਬਰਬਾਦ ਤੇ ਨਾ ਕਰੋ। ਬਹੁਤ ਜ਼ਿਆਦਾ ਇਦਾਂ ਹੋ ਰਿਹਾ ਜੀ। ਇਹ ਗੱਲ ਜਿਹੜੀ ਆ ਇਹਦੇ ਤੇ ਬਾਰ-ਬਾਰ ਗੱਲ ਹੋਣੀ ਚਾਹੀਦੀ ਆ। ਬਾਰ-ਬਾਰ ਇਹ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਸਿੱਖ ਨੇ ਉਸ ਸਮੇਂ ਦੇ ਵਿੱਚ ਸਮਝਾਇਆ ਸੀ, ਇਹ ਹੁਣ ਵੀ ਲੋੜ ਆ। ਹੁਣ ਦੁਬਾਰਾ ਫਿਰ ਬੱਚਿਆਂ ਨੂੰ ਸਮਝਾਉਣ ਦੀ ਲੋੜ ਆ। ਸਰਪੰਚ ਸਾਹਿਬ, ਜਿੱਦਾਂ ਗਿਆਨੀ ਜੀ ਹੁਣੀ ਵੀ ਦੱਸਿਆ, ਲੇਕਿਨ ਇੱਕ ਗੱਲ ਹੋਰ ਵੀ ਉੱਭਰ ਕੇ ਸਾਹਮਣੇ ਆ ਰਹੀ ਆ, ਜਿਹੜੀ ਹਜੇ, ਕਿਉਂਕਿ ਜਿੰਨੇ ਚਿਰ ਕੋਈ ਕੁੜੀ ਜਾਂ ਕੋਈ ਮੁੰਡਾ ਸਾਹਮਣੇ ਨਹੀਂ ਆਣ ਕੇ ਵੀਡੀਓ ਤੇ ਕਹਿੰਦਾ, ਉਨੇ ਚਿਰ ਜਿੱਦਾਂ ਲਵਪ੍ਰੀਤ ਵਾਲੇ ਕੇਸ ਵਾਂਗੂ ਉਨੇ ਚਿਰ ਕਈ ਚੁੱਪ ਕੀਤੇ ਰਹਿੰਦੇ ਕਿ ਚਲ ਛੱਡੋ ਯਾਰ, ਮੇਰੇ ਨਾਲ ਹੋ ਗਈ ਔਰ ਇਹ ਮੇਰੇ ਕਰਮਾਂ 'ਚ ਸੀਗਾ। ਇੱਥੇ ਬੱਚੀਆਂ ਆਉਂਦੇ ਆ, ਖਾਸ ਕਰ ਬੱਚੀਆਂ ਜਿਹੜੀਆਂ ਕੁੜੀਆਂ ਆਉਂਦੀਆਂ ਜਿਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਹੁੰਦੇ, ਕੋਈ ਜਾਂ ਚਾਚਾ ਲੱਗਦਾ, ਕੋਈ ਤਾਇਆ ਲੱਗਦਾ, ਕੋਈ ਭਰਾ ਲੱਗਦਾ ਰਿਸ਼ਤੇਦਾਰੀ 'ਚੋਂ, ਉਹ ਵੀ ਉਹਨਾਂ ਨੂੰ ਬਲੈਕਮੇਲ ਕਰ ਰਹੇ ਆ। ਉਹਨਾਂ ਬਾਰੇ ਵੀ ਕੁਛ ਨਾ ਕੁਛ ਕਹਿਣਾ ਚਾਹੀਦਾ ਆਪਾਂ ਨੂੰ, ਕਿਉਂਕਿ ਉਹ ਬਲੈਕਮੇਲ ਹੋ ਰਹੀਆਂ, ਉਹਨਾਂ ਦੀ ਮਜਬੂਰੀ ਆ, ਕਿਉਂਕਿ ਉਹਨਾਂ ਨੂੰ ਰਹਿਣਾ ਪੈ ਰਿਹਾ ਉਹਨਾਂ ਕੋਲ ਉਹ ਰਹਿਣ ਨੂੰ ਕਿਤੇ ਹੈ ਨਹੀਂ। ਉਹਦੇ ਬਾਰੇ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਤਾਂ ਜਿਹੜੇ ਬਲੈਕਮੇਲ ਕਰਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਇਸ ਪਿੱਛੇ ਸੋਚੋ ਵੀ ਜੇ ਅਸੀਂ ਇਸ ਜਿਹੜਾ ਬੰਦਾ ਸਾਡੇ ਕੋਲ ਰਹਿ ਰਿਹਾ, ਜਿਹਨੂੰ ਅਸੀਂ ਐਕਸਪਲੋਇਟ ਕਰ ਰਹੇ ਹਾਂ, ਬਲੈਕਮੇਲ ਕਰ ਰਹੇ ਹਾਂ, ਵੀ ਜੇ ਤੁਸੀਂ ਅਸੀਂ ਉਸ ਹਾਲਤ ਵਿੱਚ ਹੋਈਏ, ਸਾਡੇ ਨਾਲ ਅਸੀਂ ਕਿਹੋ ਜਿਹਾ ਮਹਿਸੂਸ ਕਰਾਂਗੇ। ਸਾਨੂੰ ਇਹੋ ਜਿਹਾ ਕਿਸੇ ਨਾਲ ਬਦਸਲੂਕੀ ਨਹੀਂ ਕਰਨੀ ਚਾਹੀਦੀ, ਬਲਕਿ ਹਰ ਇੱਕ ਆਦਮੀ, ਹਰ ਇੱਕ ਇਨਸਾਨ ਨਾਲ ਸਾਨੂੰ ਇਨਸਾਨੀਅਤ ਵਾਲਾ ਸਲੂਕ ਕਰਨਾ ਚਾਹੀਦਾ। ਕਿਉਂਕਿ ਅਸੀਂ ਜੇ ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ, ਭਾਈਚਾਰੇ ਦੀ ਗੱਲ ਕਰਦੇ ਹਾਂ, ਕੋਈ ਕਿਸੇ ਦੀ ਮਜਬੂਰੀ ਦਾ ਕਿਸੇ ਨੂੰ ਫਾਇਦਾ ਨਹੀਂ ਉਠਾਉਣਾ ਚਾਹੀਦਾ। ਇਹ ਜਿਹੜਾ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣਾ, ਇਹ ਸਭ ਤੋਂ ਬੜਾ ਪਾਪ ਆ। ਸਾਨੂੰ ਆਪਣੇ ਜਿਹੜੇ ਬੱਚੇ ਆਉਂਦੇ ਆ, ਉਹਨਾਂ ਜੇ ਅਸੀਂ ਰੱਖਦੇ ਹਾਂ, ਜਦੋਂ ਪਹਿਲਾਂ ਜਵਾਬ ਦੇ ਦਿਓ, ਜੇ ਰੱਖਦੇ ਹਾਂ ਨੂੰ ਆਪਣੇ ਬੱਚਿਆਂ ਨੂੰ, ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਧੀਆਂ ਨੂੰ ਰੱਖਦੇ ਹਾਂ, ਅਸੀਂ ਆਪਣੇ ਨਿਆਣਿਆਂ ਨੂੰ ਪਾਲਦੇ, ਉਸੇ ਤਰ੍ਹਾਂ ਰੱਖਣਾ ਚਾਹੀਦਾ। ਨਹੀਂ ਤਾਂ ਪਹਿਲਾਂ ਜਵਾਬ ਨਾਲ, ਭਾਈ ਵੀ ਸਾਡੇ ਹੱਥ ਖੜੇ, ਅਸੀਂ ਨਹੀਂ ਰੱਖਣਾ ਹੈਗਾ, ਫਿਰ ਆਪਣਾ ਬੰਦੋਬਸਤ ਕਰ ਸਕਦਾ। ਪਹਿਲਾਂ ਅਸੀਂ ਐਵੇਂ ਹਰ ਬੰਦਾ ਕਹਿੰਦਾ ਚਾਹ ਨਹੀਂ ਜੀ ਭੇਜੋ, ਅਸੀਂ ਰੱਖਾਂਗੇ ਜੀ, ਜਾਂ ਉਹਦੀ ਵਾਈਫ ਨਹੀਂ ਲਾਈਕ ਕਰਦੀ, ਫਿਰ ਉਹਦੀ ਮਜਬੂਰੀ ਵੀ ਬਣ ਜਾਂਦੀ ਆ। ਕਿਸੇ ਦਾ ਜੇ ਬੁੜੀ, ਜੇ ਲੇਡੀ ਦਾ ਕੋਈ ਰਿਸ਼ਤੇਦਾਰ ਉਹਦਾ ਬੰਦਾ ਨਹੀਂ ਲਾਈਕ ਕਰਦਾ, ਜਾਂ ਇੱਥੇ ਦੇ ਨਿਆਣੇ ਨਹੀਂ ਲਾਈਕ ਕਰਦੇ। ਇਹ ਜਿਹੜੀਆਂ ਮਜਬੂਰੀਆਂ ਪਹਿਲੇ ਆਪਾਂ ਨੂੰ ਦੇਖ ਕੇ
ਉਹਨੂੰ ਜਵਾਬ ਦੇਣਾ ਚਾਹੀਦਾ ਵੀ ਸਾਡੀ ਮਜਬੂਰੀ ਆ, ਸਾਡੇ ਹੱਥ ਖੜਿਆ, ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਅਸੀਂ ਇੰਡੀਆ ਵਿੱਚ ਜਾ ਕੇ ਉਹਨਾਂ ਕੋਲ ਰਹਿੰਦੇ ਆ, ਉਹਨਾਂ ਕੋਲ ਕੰਮ ਲੈਂਦੇ ਆ, ਉਹਨਾਂ ਫਾਇਦਾ ਲੈਂਦੇ ਆ, ਉਦੋਂ ਅਸੀਂ ਕਹਿੰਦੇ ਆ ਕੋਈ ਗੱਲ ਨਹੀਂ ਭੇਜ ਦਿਓ, ਲੇਕਿਨ ਇੱਥੇ ਆ ਕੇ ਕੋਈ ਪੁੱਛਦਾ ਨਹੀਂਗਾ। ਭੇਜਣ ਵਾਲੇ ਨੂੰ ਵੀ ਚਾਹੀਦਾ ਭਾਈ ਅਸੀਂ ਜਿਹੜੇ ਜਿੱਥੋਂ ਭੇਜ ਰਹੇ ਹਾਂ ਉਹਨਾਂ ਪਰ ਅਸੀਂ ਪਰਖ ਲਈਏ ਕਿ ਇਹ ਬੰਦਾ ਸਾਡੇ ਨਿਆਣੇ ਸੰਭੂਗਾ ਜਾਂ ਨਹੀਂ ਸੰਭੂਗਾ, ਇਹ ਕਿਹੋ ਜਿਹੀ ਨੇਚਰ ਦਾ ਆ, ਇਹਦੀ ਵਾਈਫ ਕਿਹੋ ਜਿਹੀ ਨੇਚਰ ਦੀ ਆ, ਇਹਦੀ ਕੀ ਮਜਬੂਰੀ ਹੋ ਸਕਦੀ ਆ, ਸਾਡੇ ਬੱਚੇ ਕਿੱਦਾਂ ਰਹਿ ਸਕਦੇ ਆ। ਸਾਨੂੰ ਜਿਹੜੀ ਤਾੜੀ ਆ, ਸਿਆਣੇ ਕਹਿੰਦੇ ਦੋਨਾਂ ਹੱਥਾਂ ਨਾਲ ਵੱਜਦੀ ਆ, ਸਾਨੂੰ ਦੋਨਾਂ ਪੱਖਾਂ ਨੂੰ ਵਿਚਾਰ ਕੇ ਅੱਗੇ ਵਧਣਾ ਚਾਹੀਦਾ। ਇੱਕ ਪਾਸੇ ਕਸੂਰ ਨਹੀਂ ਹੁੰਦਾ। ਕਈ ਨਿਆਣੇ ਰੱਖਦੇ, ਮੈਂ ਇੱਕ ਮੇਰਾ ਯਾਰ ਦੋਸਤ ਆ, ਉਹਨੇ ਇੰਡੀਆ ਮੈਨੂੰ ਕਿਹਾ, ਹਲੇ ਕਿ ਦੂਰ ਦਾ ਮੇਰਾ ਦੋਸਤ ਹੈਗਾ, ਕਹਿੰਦਾ ਮੇਰੀ ਲੜਕੀ ਆਉਣੀ, ਉਹਦਾ ਭਰਾ ਇੱਥੇ ਉਹ ਨਹੀਂ ਰੱਖੀ, ਤਾਂ ਉਹ ਕਹਿੰਦਾ ਯਾਰ 4-5 ਮਹੀਨੇ ਲੜਕੀ ਸਾਹਮਣੇ, ਲੇਕਿਨ ਉਹ ਲੜਕੀ ਨੂੰ ਮੈਂ ਸਾਂਭਿਆ, ਆਪਣੇ ਮੈਂ ਧੀਆਂ ਨਾਲ ਵੱਧ ਰੱਖਿਆ। ਲੇਕਿਨ ਜਾਣ ਲੱਗੀ ਉਹ ਕਿ ਸਾਡੇ ਜਿਹੜਾ ਜਦੋਂ ਗਈ ਇੱਥੇ ਘਰੋਂ, ਮੇਰੀ ਵਾਈਫ ਨੂੰ ਜਾਂ ਮੇਰੇ ਬੱਚਿਆਂ ਨੂੰ ਬੁਲਾ ਕੇ ਵੀ ਨਹੀਂ ਗਈ ਉਹ, ਤਾਂ ਮੈਂ ਉਹਨੂੰ ਆਪਣੇ ਬੱਚਿਆਂ ਨਾਲ ਵੱਧ ਰੱਖਿਆ, ਬੱਚੇ ਵਾਧੂ ਸਾਂਭਿਆ, ਆਪਣੀ ਕੁੜੀ ਵਾਂਗੂ ਸਾਂਭਿਆ। ਲੇਕਿਨ ਆਉਣ ਵਾਲੇ ਬੱਚਿਆਂ 'ਚ ਵੀ ਕਸੂਰ ਹੈਗਾ ਆ, ਇੱਕ ਪਾਸੇ ਨਹੀਂ ਕਿ ਸਮਝਗੇ ਬੱਚਿਆਂ 'ਚ ਕਸੂਰ ਮਹਾਰਾਜ ਇਹ ਆ। ਆਪਾਂ ਅਨੇਕਾਂ ਬੱਚੇ ਮੈਂ ਬੱਸਾਂ 'ਚ ਵੀ ਦੇਖਦਾ, ਜਦੋਂ ਕੁੜੀਆਂ ਮੁੰਡੇ ਜਿਹੜੇ ਇੰਡੀਆ 'ਚ ਆਏ ਚੜ੍ਹਦੇ, ਜਿਹੜੇ ਪੜ੍ਹਨ ਅੱਜ ਹੁਣ ਵੀ ਆਉਂਦੇ ਆ, ਸੂਟਕੇਸ ਨਾਲ ਖਿੱਚੀ ਫਿਰਦੇ ਆ ਕਿ ਸਾਨੂੰ ਕਿਰਾਏ ਤੇ ਕਮਰਾ ਚਾਹੀਦਾ। ਉਹ ਆਪਣਾ ਬੰਦਾ ਦੇਖ ਕੇ, ਕੋਈ ਸਿੰਘ ਦੇਖ ਕੇ, ਉਹ ਤੁਹਾਡੇ ਕੋਲ ਚਾਹੇ ਕੁੜੀ ਹੋਵੇ ਚਾਹੇ ਮੁੰਡਾ, ਤੁਹਾਡੇ ਕੋਲ ਆ ਕੇ ਪੁੱਛਦੇ ਆ ਕਿ ਸਾਨੂੰ ਜੋ ਵੀ ਕਹਿਣਾ, ਅੰਕਲ ਜੀ ਭਾਜੀ ਜੋ ਵੀ ਕਹਿੰਦੇ, ਕਿ ਸਾਨੂੰ ਕਿਤੇ ਕਮਰਾ ਦਵਾ ਦਿਓ। ਅਨੇਕਾਂ ਪੁੱਛਦੇ, ਹਰ ਰੋਜ਼ ਪੁੱਛਦੇ। ਲੇਕਿਨ ਉਹਨਾਂ ਵਿੱਚ ਵੀ ਜਦੋਂ ਉਹ ਪੰਜਾਬ 'ਚ ਸੀ ਤੇ ਇੱਥੇ ਆਣ ਕੇ, ਜਿੱਦਾਂ ਤੁਸੀਂ ਗੱਲ ਕੀਤੀ ਸਰਪੰਚ ਸਾਹਿਬ, ਉਹਨਾਂ 'ਚ ਵੀ ਆਕੜ ਪੈ ਜਾਂਦੀ ਕਿ ਅਸੀਂ ਇੰਗਲੈਂਡ 'ਚ ਆ ਗਏ, ਜਾਂ ਅਸੀਂ ਕੈਨੇਡਾ ਚਲ ਗਏ, ਜਾਂ ਅਸੀਂ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਚਲ ਗਏ। ਉਹ ਜਦੋਂ ਪਿੰਡੋਂ ਨਿਕਲ ਜਾਂਦੇ ਆ, ਜਿਹੜੀ ਆਕੜ ਪੈਂਦੀ ਆ, ਉਹ ਆਕੜ ਹੀ ਉਹਨਾਂ ਦਾ ਨੁਕਸਾਨ ਕਰਦੀ ਐਂਡ ਤੇ। ਆਕੜ ਹੀ ਉਹਨਾਂ ਨੂੰ ਇਸ ਪਾਸੇ ਨੂੰ ਲੈ ਕੇ ਜਾਂਦੀ ਆ। ਆਕੜ ਹੀ ਉਹਨਾਂ ਨੂੰ ਕਰਦੀ ਕਿ ਅਸੀਂ ਜੇ ਇਸ ਮੁੰਡੇ ਨਾਲ ਵਿਆਹ ਕਰਾ ਲਈਏ, ਇੱਕ ਜਿਹੜਾ ਵਕੀਲਾਂ ਨੇ ਇਹਨਾਂ ਦੇ ਜਾਂ ਸਰਕਾਰਾਂ ਨੇ ਕਹਿ ਦਿੱਤਾ ਕਿ ਜੇ ਕੋਈ ਬੱਚਾ ਜਾਂ ਬੱਚੀ ਹੋ ਜਵੇ ਤੇ ਤੁਸੀਂ 5 ਸਾਲਾਂ ਬਾਅਦ ਅਪਲਾਈ ਕਰ ਸਕਦੇ, 7 ਸਾਲਾਂ ਬਾਅਦ ਪੱਕੇ ਹੋ ਸਕਦੇ ਆ। ਉਹ ਵੀ ਇੱਕ ਬੜਾ ਵੱਡਾ ਕਾਰਨ ਬਣ ਰਿਹਾ, ਉਹਨੂੰ ਕਹਿੰਦੇ ਸਟੇਟਲੈਸ। ਉਹ ਵੀ ਇੱਕ ਕਾਰਨ ਬਣ ਰਿਹਾ ਨਾ ਵੀ ਉਹਦੇ ਕਰਕੇ ਵੀ ਕਈਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਕਈਆਂ ਨੂੰ 7 ਸਾਲ ਆਉਂਦੇ ਨੇ, ਉਦੋਂ ਪਹਿਲਾਂ ਹੀ ਛੱਡ ਛੜਾਈਆ ਹੋ ਜਾਂਦਾ। ਬਿਲਕੁਲ ਬਿਲਕੁਲ, ਹਨਾ। ਉਹਦੇ ਬਾਰੇ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਗਿਆਨੀ ਜੀ, ਕਿਉਂਕਿ ਕੈਨੇਡਾ ਦੇ ਵਿੱਚ ਇਹ ਸਭ ਤੋਂ ਵੱਧ ਇਹ ਜਿਹੜੇ ਕੇਸ ਆ ਰਹੇ, ਸਭ ਤੋਂ ਵੱਧ ਕੈਨੇਡਾ ਤੇ ਅਮਰੀਕਾ 'ਚ, ਪਰ ਕੈਨੇਡਾ ਨੰਬਰ 1 ਤੇ ਜਾ ਰਿਹਾ। ਉੱਥੇ ਆਪਾਂ ਦੇਖਿਆ ਪਿੱਛੇ ਜਿਹੜੇ ਸਟੂਡੈਂਟ ਜਾਂ ਵਰਕ ਵੀਜ਼ੇ ਲੈ ਕੇ ਗਏ ਸੀਗੇ, ਉਹਨਾਂ ਦੀਆਂ ਆਪਸ ਵਿੱਚ ਹੀ ਲੜਾਈਆਂ ਵੀ ਹੋਈਆਂ, ਨਹੀਂ ਗੈਂਗਾਂ ਵੀ ਬਣਾਈਆਂ, ਗੋਲੀਆਂ ਵੀ ਚੱਲੀਆਂ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ? ਉਹ ਕੀ ਚੰਗੀ ਗੱਲ ਆ, ਜਾਂ ਉਹ ਪੰਜਾਬੀ ਜੋ ਇੰਨੇ ਚਿਰ ਦੇ ਜੋ ਪੰਜਾਬੀ ਉੱਥੇ ਗਏ ਨੇ, ਜਿਨ੍ਹਾਂ ਨੇ ਉੱਥੇ ਨਾਮ ਕਮਾਏ ਨੇ, ਉੱਥੇ ਦੀ ਸਰਕਾਰਾਂ 'ਚ ਐਡੇ ਵੱਡੇ ਵੱਡੇ ਅਹੁਦੇ ਲੈ ਲਏ, ਐਡੇ ਵੱਡੇ ਵੱਡੇ ਬਿਜ਼ਨਸ ਕਰ ਲਏ, ਉਹਨਾਂ ਨੂੰ ਵੀ ਇੱਕ ਧੱਬਾ ਲਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਉਹ? ਰਾਮੇਵਾਲ ਸਾਹਿਬ, ਬਿਲਕੁਲ ਵਧੀਆ ਗੱਲ ਤੁਸੀਂ ਕੀਤੀ ਆ। ਪਤਾ ਚੱਕਰ ਕੀ ਹੋਇਆ, ਇਹਨਾਂ ਨੂੰ ਉਹੀ ਪਹਿਲਾਂ ਵਾਲੀ ਗੱਲ ਆ ਜਾਣੀ ਆ ਵੀ ਇੰਡੀਆ ਤੋਂ ਜਦੋਂ ਅਸੀਂ ਆਉਂਦੇ ਆ, ਸਟੂਡੈਂਟਸ ਕੈਨੇਡਾ ਵਾਲੇ ਪਾਸੇ ਤਾਂ ਬਹੁਤੀਆਂ ਘਟਨਾਵਾਂ ਹੋਈਆਂ ਕਿਉਂਕਿ ਸਟੂਡੈਂਟਸ ਬਹੁਤੇ ਜ਼ਿਆਦਾ ਕੈਨੇਡਾ ਨੇ ਸੱਦੇ। ਇੰਗਲੈਂਡ ਦੇ ਵਿੱਚ ਆ ਹੁਣ ਲਾਕਡਾਊਨ ਤੋਂ ਪਹਿਲਾਂ ਸਟੂਡੈਂਟਸ ਨੂੰ ਇੰਗਲੈਂਡ ਨੇ ਸੱਦਿਆ, ਤੇ ਇੱਥੇ ਵੀ ਇਹ ਘਟਨਾਵਾਂ ਟਾਵੀਆਂ ਹੋਣੀਆਂ ਸ਼ੁਰੂ ਹੋ ਗਈਆਂ ਆ। ਉਹਨਾਂ ਨੂੰ ਇੰਡੀਆ ਤੋਂ ਗਏ ਆ, ਇੰਡੀਆ ਦੇ ਵਿੱਚ ਚਲੋ ਠੀਕ ਆ, ਰਹਿਣ ਸਹਿਣ ਇਦਾਂ ਦਾ ਸੀਗਾ, ਇੱਥੇ ਆ ਕਰਕੇ ਕਮਾਈ ਕੀਤੀ ਆ। ਇਹ ਨਹੀਂ ਕਿ ਇਹਨਾਂ ਦੇਸ਼ਾਂ ਦੇ ਵਿੱਚ ਕੰਮ ਬਹੁਤ ਵਧੀਆ, ਮਹਾਰਾਜ ਦੀ ਕਿਰਪਾ, ਸਾਰਿਆਂ ਤੇ ਕੰਮ ਕਰਦੇ ਆ, ਪੈਸੇ 4 ਕਮਾ ਰਹੇ ਆ। ਤੇ ਜਦੋਂ ਤੁਹਾਨੂੰ ਪਤਾ ਹੀ ਆ ਪੈਸੇ ਜੇਬ ਦੇ ਵਿੱਚ ਆ ਜਾਂਦੇ ਆ, 4 ਕੇ ਪੈਸੇ ਜੇਬ 'ਚ ਆਏ, ਸਭ ਤੋਂ ਪਹਿਲਾਂ ਇਹ ਲੈਂਦੇ ਆ ਜੀ ਗੱਡੀ। ਲੈਣੀ ਵੀ ਚਾਹੀਦੀ ਆ, ਸਾਰਿਆਂ ਕੋਲ ਹੋਣੀ ਚਾਹੀਦੀ ਆ। ਜਦੋਂ ਗੱਡੀ ਤੁਹਾਡੇ ਥੱਲੇ ਆ ਗਈ, ਫਿਰ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋ, ਜਿੱਥੇ ਮਰਜ਼ੀ ਜਾਓ ਆਓ। ਫਿਰ ਤੁਹਾਨੂੰ ਪਤਾ ਇਹਨਾਂ ਦੇਸ਼ਾਂ ਵਿੱਚ ਹਰ ਚੀਜ਼ ਸ਼ਰੇਆਮ ਮਿਲਦੀ ਆ, ਔਰ ਸ਼ਰੇਆਮ ਗਵਰਨਮੈਂਟ ਇਸ ਕਰਕੇ ਦਿੰਦੀ ਸੀ ਵੀ ਲੋਕਾਂ ਨੂੰ ਚੋਰੀ ਦੀ ਆਦਤ ਨਾ ਪਵੇ। ਪਰ ਸਾਡੇ ਨਿਆਣੇ ਨੇ ਕੀ ਕੀਤਾ? ਸਾਡੇ ਨਿਆਣਿਆਂ ਨੇ ਇਹ ਕੀਤਾ ਵੀ ਜੇ ਸ਼ਰਾਬ ਪੀਣੀ ਆ ਤੇ ਫਿਰ ਹੱਦੋਂ ਵੱਧ ਪੀ ਕੇ ਸੜਕਾਂ ਤੇ ਲੇਟਣਾ ਹੀ ਆ, ਤੇ ਜੇ ਗਲਤ ਕੰਮ ਕਰਨੇ ਆ ਤੇ ਤਾਂ ਵੀ ਉਹ ਸ਼ਰੇਆਮ ਕਰਨੇ ਆ। ਇੱਥੇ ਵੀ ਮਿਲਦੇ ਚੌਂਕਾਂ ਦੇ ਵਿੱਚ ਖੜੇ ਮੁੰਡੇ, ਇਹਨਾਂ ਨੂੰ ਇੰਨੀ ਗੱਲ ਦੀ ਬਿਲਕੁਲ ਸ਼ਰਮ ਹੀ ਨਹੀਂ ਹੈਗੀ ਕਿ ਅਸੀਂ ਕਿਹੜੇ ਦੇਸ਼ 'ਚ ਰਹਿ ਰਹੇ ਹਾਂ। ਉਹ ਇੰਡੀਆ ਵਾਲੇ ਹਾਲਾਤ, ਉਹਦੀਆਂ ਗੈਂਗਾਂ ਦੀ ਤੁਸੀਂ ਗੱਲ ਕਰਦੇ ਹੋ, ਗੈਂਗਾਂ ਕੈਨੇਡਾ ਦੇ ਵਿੱਚ ਇੰਨੀਆਂ ਜ਼ਿਆਦਾ ਬਣ ਗਈਆਂ ਸੀ। ਹੁਣ ਕੈਨੇਡੀਅਨ ਸਰਕਾਰ ਨੂੰ ਹਾਰ ਕੇ ਜਿਹੜਾ ਆ, ਅੱਜ ਵੀ ਜਸਟਿਨ ਟਰੂਡੋ ਦਾ ਬਿਆਨ ਆਇਆ, ਕਿਉਂਕਿ ਮਹਿਲਾ ਮੰਡਲ ਦੀ ਜਿਹੜੀ ਹੈ ਨਾ ਪ੍ਰਧਾਨ ਮਨੀਸ਼ਾ ਗੁਲਾਟੀ, ਉਹਨੇ ਲੈਟਰ ਪਾਇਆ ਸੀ ਪ੍ਰਧਾਨ ਮੰਤਰੀ ਨੂੰ, ਕੈਨੇਡਾ ਦੇ ਨੂੰ, ਤੇ ਉਹਨੇ ਉਹ ਲੈਟਰ ਦਾ ਜਵਾਬ ਦਿੱਤਾ ਜੀ ਅੱਜ ਆਪਣੀ ਕਾਨਫਰੰਸ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਇਹੋ ਜਿਹਾ। ਹੁਣ ਇਹਨਾਂ ਨੇ ਦੇਖੋ, ਕੁਝ ਕੁ ਬੱਚਿਆਂ ਨੇ ਜਿਹੜਾ ਨੇ ਕੰਮ ਖਰਾਬ ਕੀਤੇ ਆ, ਇਹਨਾਂ ਨੇ ਸਾਰਿਆਂ ਦੇ ਵਿੱਚ ਪਰੇਸ਼ਾਨੀਆਂ ਪਾਉਣੀਆਂ। ਹੁਣ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਦਾਂ ਦੇ ਕਾਨੂੰਨ ਬਣਾਉਣ ਜਾ ਰਹੇ ਹਾਂ ਜਲਦੀ, ਵੀ ਇਦਾਂ ਦਾ ਕੰਮ ਜਿਹੜਾ ਕੋਈ ਨਾ ਹੋਵੇ। ਹੋ ਸਕਦਾ ਉਹ ਸਟੂਡੈਂਟਸ ਤੇ ਰੋਕ ਹੀ ਲਾ ਦੇਣ ਕੁਝ ਸਮੇਂ ਵਾਸਤੇ, ਹੋ ਸਕਦਾ ਉਹ ਇਦਾਂ ਦੀਆਂ ਕੁਝ ਹੋਰ ਗੱਲਾਂ ਬਣਾ ਦੇਣ ਕਿ ਵਰਕ ਪਰਮਿਟ ਜਿਹੜਾ ਆ ਤਾਂ ਤੁਹਾਨੂੰ ਮਿਲੂਗਾ ਕਿ ਤੁਸੀਂ ਆਪਣਾ ਪਹਿਲਾਂ ਸਪਾਊਸ ਵੀ ਇੱਥੇ ਮੰਗਾਓ। ਸੋ ਇਦਾਂ ਦੇ ਕਾਨੂੰਨ ਹੋਣੇ ਵੀ ਚਾਹੀਦੇ ਆ।
ਕਹਿਣ ਦਾ ਭਾਵ ਵੀ ਇਹਨਾਂ ਬੱਚਿਆਂ ਦੇ ਦਿਮਾਗ ਦੇ ਵਿੱਚ ਪੈਸਾ ਤੇ ਸ਼ੌਹਰਤ ਜਿਹੜੀ ਆ ਉੱਥੇ ਦੀ, ਥੋੜੇ ਟਾਈਮ ਦੇ ਵਿੱਚ ਪੈਸੇ ਸੋਹਣੇ ਕਮਾ ਲਏ ਤੇ ਪਿੱਛਾ ਆਪਣਾ ਸਾਰਾ ਭੁੱਲ ਗਏ। ਔਰ ਸਭ ਤੋਂ ਵੱਡੀ ਗੱਲ ਆ ਜੀ, ਸਰਪੰਚ ਸਾਹਿਬ ਨੇ ਵੀ ਅੱਗੇ ਗੱਲ ਇਹ ਕੀਤੀ ਸੀ ਕਿ ਪਰਿਵਾਰ ਆਪਸ ਵਿੱਚ ਰਲ ਕੇ ਬਹਿੰਦੇ ਨਹੀਂ। ਮਾਂ ਪਿਓ ਨੂੰ ਪਤਾ ਹੀ ਨਹੀਂ ਸਾਡੇ ਬੱਚੇ ਕਿੱਥੇ ਜਾ ਰਹੇ ਆ, ਕਿੱਥੋਂ ਆ ਰਹੇ ਆ। ਤੇ ਜਿਹੜੀ ਗੁਰਬਾਣੀ ਦੀ ਇੱਕ ਪੰਕਤੀ ਆ ਬੜੀ ਵਧੀਆ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਬਰ ਦੇ ਸਮੇਂ ਵਿੱਚ ਇਹ ਗੱਲ ਆਖੀ ਸੀਗੀ ਕਿ ਸ਼ਰਮ ਤੇ ਧਰਮ ਦੋਵੇਂ ਖੜੇ ਹੋ ਗਏ ਆ। ਤੇ ਅੱਜ ਵੀ ਉਹੀ ਗੱਲ ਜਿਹੜੀ ਆ ਢੁਕਦੀ ਪਈ ਆ। ਸ਼ਰਮ ਕੁੜੀਆਂ ਦੇ ਸਿਰ ਤੇ ਨਹੀਂ ਰਹਿ ਗਈ, ਮੁੰਡਿਆਂ ਦੇ ਸਿਰ ਤੇ ਨਹੀਂ ਰਹਿ ਗਈ। ਮੁੰਡੇ ਵੀ ਜਿਹੜੇ ਆ ਉਹ ਗੁੱਤਾਂ ਕਰ ਕਰਕੇ ਘੁੰਮਦੇ ਪਏ ਆ, ਸ਼ਰਾਬਾਂ ਦੀਆਂ ਬੋਤਲਾਂ ਹੱਥ 'ਚ ਫੜ ਕੇ ਸ਼ਰੇਆਮ ਘੁੰਮਦੇ ਪਏ ਆ। ਤੇ ਉਹਨਾਂ ਨੂੰ ਇਹ ਹੈ ਹੀ ਨਹੀਂ ਕਿ ਅਸੀਂ ਆਪਣੇ ਪੰਜਾਬ ਤੋਂ ਆਏ ਆ, ਗੁਰੂਆਂ ਪੀਰਾਂ ਦੀ ਧਰਤੀ ਤੋਂ ਆਏ ਆ। ਕੁੜੀਆਂ ਨੂੰ ਵੀ ਇਹ ਬੇਸ਼ਰਮੀ ਬਣ ਗਈ ਆ ਕਿ ਮੁੰਡੇ ਦੇ ਨਾਲ ਬਿਨਾਂ ਵਿਆਹ ਕੀਤਿਆਂ ਰਹਿ ਰਹੇ ਆ। ਜਿਵੇਂ ਤੁਸੀਂ ਬੱਚੇ ਵਾਲੇ ਹਾਂ, ਅਗਰ ਗੱਲਬਾਤ ਹੈਗੀ ਤੁਸੀਂ ਆਨੰਦ ਕਾਰਜ ਕਰੋ, ਆਪਣਾ ਤਰੀਕੇ ਦੇ ਨਾਲ ਰਹੋ, ਇੱਕ ਦੂਜੇ ਪ੍ਰਤੀ ਇਮਾਨਦਾਰ ਹੋਵੋ। ਪਰ ਉਹ ਗੱਲਾਂ ਹੁਣ ਰਹਿ ਨਹੀਂ ਗਈਆਂ। ਸ਼ਰਮ ਧਰਮ ਦੋਏ ਛੱਪ ਖਲੋਏ ਵਾਲੀ ਗੱਲ ਦੁਬਾਰਾ ਹੋ ਗਈ ਆ। ਔਰ ਇਹਦਾ ਮੇਨ ਵੱਡਾ ਕਾਰਨ ਇਹ ਆ, ਇੱਕ ਗੱਲ ਮੈਂ ਇੱਥੇ ਜ਼ਿਕਰ ਕਰਦਾ ਜਾਵਾਂ, ਇਹਨਾਂ ਬੱਚਿਆਂ ਦੇ ਵਿੱਚੋਂ ਗੁਰੂ ਘਰਾਂ ਵਿੱਚ ਮੱਥਾ ਟੇਕਣ ਵਾਲੇ ਵੀ ਕੁਝ ਕੀ ਬੱਚੇ ਆ ਜਿਹੜੇ ਜਾਂਦੇ ਆ ਇਹਨਾਂ ਦੇ ਵਿੱਚੋਂ। ਕਿਉਂਕਿ ਇਸੇ ਅਸੀਂ ਗੁਰੂ ਘਰੇ ਵੀ ਦੇਖਦੇ ਆ, ਮਹੀਨੇ ਬਾਅਦ ਕਿਤੇ ਮੱਥਾ ਟੇਕਣ ਆਉਣਾ। ਗੱਲ ਇਹ ਨਹੀਂ ਹੈ ਕਿ ਤੁਸੀਂ ਮੱਥਾ ਟੇਕਣ, ਗੱਲ ਇਹ ਹੈ ਕਿ ਤੁਸੀਂ ਗੁਰੂ ਘਰੇ ਜਾਓਗੇ, ਤੁਹਾਡੇ ਅੰਦਰ ਸੇਵਾ ਭਾਵਨਾ ਵੀ ਬਣੇਗੀ ਤੇ ਤੁਹਾਡੇ ਅੰਦਰ ਕਿਤੇ ਨਾ ਕਿਤੇ ਜਾ ਕੇ ਧਰਮ ਦਾ ਪੱਖ ਵੀ ਬਣਿਆ ਰਹੇਗਾ, ਡਰ ਵੀ ਹੋਵੇਗਾ, ਸ਼ਰਮ ਵੀ ਹੋਵੇਗੀ, ਹਯਾ ਵੀ ਹੋਵੇਗੀ, ਕਿਉਂਕਿ ਇੱਥੋਂ ਸਿੱਖਣ ਨੂੰ ਮਿਲਦਾ। ਪਰ ਇਹਨਾਂ ਦੇ ਵਿੱਚ ਤੇ ਉਹ ਗੱਲ ਹੈ ਹੀ ਨਹੀਂ। ਇਹ ਤਾਂ ਹੁਣ ਪੱਬਾਂ ਕਲੱਬਾਂ ਦੇ ਵਿੱਚ ਜਾਣ ਨੂੰ ਬਹੁਤ ਕਾਹਲੇ ਆ, ਪੱਬਾਂ ਕਲੱਬਾਂ ਦੇ ਵਿੱਚ ਭੱਜੇ ਹੀ ਫਿਰਦੇ ਆ। ਸੋ ਇਹ ਬੜਾ ਮੰਦਭਾਗੀ ਆ। ਪੰਜਾਬੀਓ ਅਜੇ ਵੀ ਸੰਭਲ ਜਾਓ। ਤੁਹਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਬਹੁਤ ਮਾੜੇ ਕਰਮ ਕਰਨ ਲੱਗ ਪਏ ਆ। ਇਹਨਾਂ ਕਰਮਾਂ ਨੇ ਤੁਹਾਡੇ ਘਰ ਉਜਾੜ ਕੇ ਰੱਖ ਦੇਣੇ ਆ। ਪੰਜਾਬ ਪਹਿਲਾਂ ਹੀ ਉਜੜਿਆ ਪਿਆ ਨਸ਼ੇ ਦੇ ਤੌਰ ਤੇ ਹੁਣ ਆ ਵੀ ਗੱਲ ਜਿਹੜੀ ਆ ਵੀ ਬੇਈਮਾਨੀ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਹੋਣ ਲੱਗ ਪਈ। ਇਹ ਰਿਸ਼ਤੇ ਤਾਰ-ਤਾਰ ਹੋ ਜਾਣੇ। ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਨੂੰ ਤੁਹਾਡੇ ਕੋਲੋਂ ਜਵਾਬ ਮੰਗੇਗਾ, ਦੇ ਨਹੀਂ ਹੋਣਾ। ਸਰਪੰਚ ਸਾਹਿਬ, ਕਿਉਂਕਿ ਮੇਰੇ ਇੱਕ ਦਿਲ 'ਚ ਗੱਲ ਆ ਗਈ, ਉਹ ਵੀ ਮੈਂ ਕਰ ਹੀ ਦੇਵਾਂ। ਸਭ ਤੋਂ ਨੁਕਸਾਨ ਇੱਕ ਹੋਰ ਵੀ ਹੋ ਰਿਹਾ ਕਿ ਜਿਹੜੇ ਬੱਚੇ ਜਾਂ ਬੱਚੀਆਂ ਆਉਣੀਆਂ, ਖਾਸ ਕਰ ਬੱਚੀਆਂ ਜਦੋਂ ਆਉਣੀਆਂ, ਉਹਨਾਂ ਦਾ ਕੋਈ ਇੱਥੇ ਰਿਸ਼ਤੇਦਾਰ ਨਹੀਂ ਹੁੰਦਾ, ਕੋਈ ਲਾਗੇ ਦਾ ਕੋਈ ਜਾਣ ਪਛਾਣ ਵਾਲਾ ਨਹੀਂ ਹੁੰਦਾ। ਉਹਨਾਂ ਨੂੰ ਮਜਬੂਰੀ ਬਸ ਹੋ ਕੇ ਉਹ ਗਲਤ ਪਾਸੇ ਨੂੰ ਤੁਰ ਪੈਂਦੀਆਂ। ਕਿ ਉਹਨਾਂ ਬਾਰੇ ਵੀ ਉਹਨਾਂ ਦੇ ਮਾਪਿਆਂ ਨੂੰ ਸੋਚਣਾ ਨਹੀਂ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਭੇਜਣ ਤੋਂ ਪਹਿਲਾਂ ਇਹ ਸੋਚੀਏ ਕਿ ਸਾਡਾ ਉਸ ਦੇਸ਼ ਵਿੱਚ ਕੋਈ ਹੈ ਨਹੀਂ, ਅਸੀਂ ਇਹਨਾਂ ਨੂੰ ਭੇਜਣ ਕਿਉਂ ਲੱਗੇ। ਦੇਖੋ 7-8 ਸਾਲ ਜਦੋਂ ਤੁਸੀਂ ਇੰਟਰਵਿਊ ਕੀਤੀ ਸੀਗੀ, ਉਦੋਂ ਇੱਕ ਬਹੁਤ ਵੱਡੀ ਚਰਚਾ ਸੀ ਕਿ ਜਦੋਂ ਪੰਜਾਬ ਤੋਂ ਲੜਕੀਆਂ ਆਉਂਦੀਆਂ ਨੇ ਇੱਥੇ ਹੁੰਦਾ ਕੋਈ ਨਹੀਂ ਸੀਗਾ। ਉਹ 에ਅਰਪੋਰਟ ਤੇ ਖੜੀਆਂ ਹੁੰਦੀਆਂ ਸੀ, ਉਹਨਾਂ ਨੂੰ ਪਾਕਿਸਤਾਨੀ ਮੁੰਡੇ ਇਸ ਕਰਕੇ ਲੈ ਜਾਂਦੇ ਕਿ ਵੀ ਤੁਹਾਡਾ ਹੈ ਨਹੀਂ, ਚਲੋ ਵੀ ਤੁਹਾਨੂੰ ਲੈ ਜਾਂਦੇ ਆ, ਤੁਹਾਨੂੰ ਕਮਰਾ ਦੇਣੇ, ਫਲਾਣਾ ਦੇਣੇ। ਬੜਾ ਅਤਿਆਚਾਰ ਹੋਇਆ, ਬੜਾ ਐਕਸਪਲਾਈਟੇਸ਼ਨ ਹੋਈ ਆ। ਲੇਕਿਨ ਉਹਨਾਂ ਮਾਪਿਆਂ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਸਾਡਾ ਬੱਚਾ ਇਹ ਸੇਫ ਹੱਥਾਂ ਵਿੱਚ ਹੈਗਾ, ਕਿ ਇਹ ਕੱਲ ਨੂੰ ਜਾ ਕੇ ਕਿੱਥੇ ਰਹੂਗਾ, ਕਿ ਕਿੱਦਾਂ ਇਹਨੇ ਸਾਰੇ ਕੰਮਕਾਰ ਕਰਨੇ, ਕਿੱਦਾਂ ਪੜ੍ਹਨ ਜਾਊਗਾ। ਇਹ ਸਾਰੀਆਂ ਗੱਲਾਂ ਮਾਂ ਪਿਓ ਨੂੰ ਪਹਿਲਾਂ ਵਿਚਾਰਨੀਆਂ ਚਾਹੀਦੀਆਂ। ਜਦੋਂ ਉਹ ਕਹਿੰਦੇ ਕੋਈ ਨਹੀਂ, ਇੱਕ ਵਾਰੀ ਕੱਢ ਦਿਓ ਉੱਥੇ ਜਾ ਕੇ, ਇਹ ਤਾਂ ਇਦਾਂ ਦਾ ਵਾਧੂ ਦੀ ਚੀਜ਼ ਹੁੰਦੀ ਆ। ਬੱਚੇ ਇਦਾਂ ਕਈ ਮਾਪੇ ਇਦਾਂ ਕਰਦੇ, ਇਹ ਤਾਂ ਵਾਧੂ ਚੀਜ਼ ਹੁੰਦੀ ਆ ਵੀ ਧੱਕ ਕੇ ਪਾਕਿਸਤਾਨ ਦੇ ਕੱਢ ਦਿਓ। ਅੱਜ ਸਾਨੂੰ ਚਾਹੀਦਾ ਕਿ ਸਾਡੇ ਜਿਹੜੇ ਬੱਚੇ ਆ, ਸਾਡੇ ਇੱਕ ਬੱਚੇ ਆ ਆਉਣ ਅੱਜ ਦੇ ਸਮੇਂ 'ਚ, ਅਸੀਂ ਉਹ ਵੀ ਆਪਣੇ ਹੱਥਾਂ 'ਚ ਗਵਾ ਰਹੇ ਹਾਂ। ਮੁੜ ਕੇ ਇੱਕ ਬੱਚਾ ਚਲ ਜਾਂਦਾ, ਮੁੜ ਕੇ ਜਿਹੜਾ ਸੰਸਾਰ ਆ ਉਹਦਾ ਸੰਸਾਰ ਆ ਡਾਰਕ ਹੋਣ ਕਾਲਾ ਹੋ ਜਾਂਦਾ, ਉਹਨੂੰ ਮੁੜ ਕੇ ਨਜ਼ਰ ਨਹੀਂ ਕੋਈ ਆਉਂਦਾ। ਫਿਰ ਉਹ ਪਛਤਾਉਂਦੇ ਵੀ ਜੇ ਨਿਆਣੇ ਨਾ ਭੇਜਦੇ। ਅਸੀਂ ਨਾ ਜਿਹੜੇ ਪੰਜਾਬੀ ਆ, ਖਾਸ ਕਰਕੇ ਅਸੀਂ ਗੱਲ ਕਰਨ ਤੋਂ ਬਾਅਦ ਸੋਚਦੇ ਹਾਂ। ਸਾਨੂੰ ਸੋਚਣਾ ਪਹਿਲਾਂ ਚਾਹੀਦਾ ਕਿ ਮੈਂ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਜਾਂ ਬੱਚੀ ਨੂੰ ਵਿਦੇਸ਼ ਭੇਜਣ ਗਿਆ, ਕਿ ਉੱਥੇ ਜਾ ਕੇ ਇਹਦਾ ਰਹਿਣ ਦਾ ਪੂਰਾ ਇੰਤਜ਼ਾਮ ਹੈਗਾ, ਕਿ ਇਹ ਸੇਫ ਰਹੂਗਾ, ਕਿ ਕਾਲ ਜਾਣਾ, ਕਿੱਦਾਂ ਇਹਨੂੰ ਫੀਸਾਂ ਦੇਣੀਆਂ, ਕਿ ਇਹ ਪੈਸਾ ਜਿਹੜਾ ਅਸੀਂ ਅੱਜ ਲੈ ਕੇ ਪੈਸਾ ਇਹਨਾਂ ਤੇ ਲਾਇਆ, ਕਿ ਇਹ ਵਾਪਸ ਵੀ ਸਾਨੂੰ ਦੇਣਗੇ, ਜੇ ਨਹੀਂ ਦੇਣਗੇ ਅਸੀਂ ਕਿੱਦਾਂ ਮੋੜਨਾ ਆ। ਇਸ ਕਰਕੇ ਸਾਨੂੰ ਸਾਰੀ ਬੈਕਗਰਾਉਂਡ ਦੇਖ ਕੇ, ਆਪਣਾ ਫਿਊਚਰ ਦੇਖ ਕੇ, ਨਿਆਣਾ ਫਿਊਚਰ ਦੇਖ ਕੇ, ਤਾਂ ਹੀ ਸਾਨੂੰ ਬੱਚਿਆਂ ਨੂੰ ਬਾਹਰ ਭੇਜਣਾ ਚਾਹੀਦਾ। ਅਸੀਂ ਇਦਾਂ ਛੱਡਦੇ ਕਿ ਅਸੀਂ ਘਰ ਜਿਹੜੀ ਵਾਧੂ ਚੀਜ਼ ਆ ਅਸੀਂ ਹੁਣ ਢੇਰ ਤੇ ਛੱਡਦੇ, ਅਸੀਂ ਤਾਂ ਨਿਆਣਾ ਇਦਾਂ ਸੱਟ ਰਹੇ ਆ। ਇਹ ਅੱਜ ਬਹੁਤ ਦੁਖਦਾਈ ਗੱਲ ਆ। ਬੱਚੇ ਆ ਉਹ ਉਹਨਾਂ ਦੇ ਭਵਿੱਖ ਦਾ ਸਾਨੂੰ ਬਣਾਉਣਾ ਚਾਹੀਦਾ। ਜਿੱਥੇ ਅਸੀਂ ਕਹਿੰਦੇ ਇਕੱਲਾ ਮਾਪਿਆਂ ਦਾ ਕਸੂਰ ਇਕੱਲਿਆਂ ਦਾ ਨਹੀਂ, ਉੱਥੇ ਸਰਕਾਰਾਂ ਦਾ ਵੀ ਕਸੂਰ ਆ। ਉੱਥੇ ਦੇ ਜਿਹੜੇ ਉੱਥੇ ਪ੍ਰਸ਼ਾਸਨ ਆ, ਪ੍ਰਸ਼ਾਸਨ ਦਾ ਕਸੂਰ ਆ, ਕਿਉਂਕਿ ਲੋਕਾਂ ਨੂੰ ਉੱਥੇ ਨੌਕਰੀਆਂ ਨਹੀਂ ਮਿਲਦੀਆਂ। ਲੋਕਾਂ ਨੂੰ ਉੱਥੇ ਦੱਸਦੇ ਨੇ ਕਿ ਸਾਡਾ ਜਿਹੜਾ ਫਿਊਚਰ ਹੈ ਕਿੱਦਾਂ ਅਸੀਂ ਇਹਨੂੰ ਵਧੀਆ ਸੁਨਹਿਰੀ ਬਣਾਵਾਂਗੇ, ਤਾਂ ਉਹ ਰੋਟੀ ਤੋਂ ਵੀ ਆਵਾਜ਼ ਆ ਰਹਿੰਦੇ ਆ। ਉਹ ਕਹਿੰਦੇ ਯਾਰ ਨਿਕਲ ਚਲੋ ਇੱਥੇ ਦੇਖੀ ਜਾਓਗੀ ਰੋਟੀ, ਉੱਥੇ ਰੋਟੀ ਤੇ ਚੰਗੀ ਮਿਲੂਗੀ, ਉੱਥੇ ਚੰਗਾ ਭਵਿੱਖ ਤਾਂ ਮਿਲੂਗਾ ਹੀ, ਉੱਥੇ ਮਾੜਾ ਮੋਟਾ ਕੰਮ ਕਾਰ ਤਾਂ ਮਿਲੂਗਾ, ਉੱਥੇ ਰੋਟੀ ਕੱਪੜਾ ਔਰ ਮਕਾਨ, ਉਹਦਾ ਮਸਲਾ ਵੀ ਹੱਲ ਹੋ ਜਾਊਗਾ। ਇਹ ਨਹੀਂ ਕਿ ਭਾਰਤ ਦੇ ਅੰਦਰ ਕਈ ਲੋਕ ਵਿਚਾਰੇ ਸੜਕਾਂ ਤੇ ਸੌਂਦੇ ਆ, ਕਿਸੇ ਨੂੰ ਢਿੱਡ ਭਰਵੀਂ ਰੋਟੀ ਨਹੀਂ ਮਿਲਦੀ, ਚੰਗਾ ਕਿਸੇ ਨੂੰ ਕੱਪੜਾ ਨਹੀਂ ਮਿਲਦਾ, ਜਿਹਨਾਂ ਕੋਲ ਹੈਗਾ ਬਹੁਤ ਵਾਧੂ ਜ਼ਿਆਦਾ ਆ। ਪਰ ਜਿਹੜੇ ਕੁਛ ਲੋਕ ਤਾਂ ਵਿਚਾਰੇ ਮਜਬੂਰੀ ਕਰਕੇ ਆਉਂਦੇ ਆ,
ਕੁਝ ਅੱਜ ਕੋਈ ਸ਼ੌਂਕ ਨੂੰ ਵੀ ਕੋਈ ਲੋਕ ਆਉਂਦੇ ਆ, ਪਰ ਬਹੁਤ ਸਾਰੇ ਲੋਕ ਆ ਜਿਹੜੇ ਮਾਪੇ ਵੀ ਔਰ ਜਿਹੜੇ ਬੱਚੇ ਵੀ, ਉਹ ਮਜਬੂਰੀ ਕਾਰਨ ਸਾਰੇ ਰਿਸਕ ਖਤਰੇ 'ਚ ਪਾ ਕੇ ਆਪਣੇ ਆਪ ਨੂੰ ਆ ਜਾਂਦੇ ਆ। ਇਹ ਗੱਲ ਬਹੁਤ ਦੁਖਦਾਈ ਆ, ਔਰ ਸਾਨੂੰ ਇਹ ਪਹਿਲਾਂ ਗੱਲ ਸੋਚਣੀ ਚਾਹੀਦੀ ਆ ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ, ਬੱਚਿਆਂ ਦਾ ਰਹਿਣ ਸਹਿਣ ਔਰ ਆਪਣੀ ਸੇਫ ਸਾਈਡ ਕਰਕੇ ਹੀ ਸਾਨੂੰ ਬੱਚਿਆਂ ਨੂੰ ਬਾਹਰ ਭੇਜਣਾ ਚਾਹੀਦਾ। ਇਹ ਨਹੀਂ ਵੀ ਸਾਡੇ ਕੋਲ 2 ਖੱਤੇ ਆ, 2 ਖੱਤੇ ਵੇਚ ਕੇ ਅਸੀਂ ਆਈਲੈਂਡ ਕੁੜੀ ਲੈ ਲਈ ਜਾਂ ਮੁੰਡਾ ਲੈ ਲਿਆ, ਆਪਣੇ ਬੱਚਿਆਂ ਨੂੰ ਬਾਹਰ ਭੇਜਤਾ, ਮੁੜ ਕੇ ਅਸੀਂ ਰੋਟੀ ਖਾਣ ਵੀ ਆਵਾਜ਼ਾਰ ਹੋ ਗਏ। ਸਾਨੂੰ ਆਪਣੀ ਜਿਹੜੀ ਪ੍ਰਾਪਰਟੀ ਆ ਸਰਪੰਚ ਸਾਹਿਬ ਚਾਹੀਦੀ ਆ। ਜਿਹੜੀ ਤੁਸੀਂ ਵਿੱਚ ਗੱਲ ਕੀਤੀ ਸੀ ਪਹਿਲਾਂ, ਮੈਂ ਉਹੀ ਤੁਹਾਡੇ ਕੋਲੋਂ ਜਾਣਨੀ ਚਾਹੁੰਦਾ ਸੀ ਕਿ ਇੱਥੇ ਜਿਹੜੇ ਬੱਚੇ ਬੱਚੀਆਂ ਆਉਂਦੇ ਆ, ਉਹਨਾਂ ਨੂੰ ਇਕੱਲੇ ਮੁਸਲਮਾਨ ਹੀ ਨਹੀਂ, ਉਹਨਾਂ ਨੂੰ ਹੋਰ ਧਰਮਾਂ ਦੇ ਕਈ ਆਪਣੇ ਵੀ ਪੰਜਾਬੀ ਵੀ ਆਪ ਸਾਰੇ ਨਜਾਇਜ਼ ਫਾਇਦਾ ਸਾਰੇ ਉਠਾ ਰਹੇ ਆ। ਜਾ ਕੇ ਵੀ ਚਲੋ ਸਾਡੀ ਘਰ ਵਾਲੀ ਦਾ ਘਰ ਹੈਗੀ ਆ, ਕੋਈ ਨਹੀਂ, ਇਹਨੂੰ ਕਿਤੇ ਕਿਰਾਏ ਦੇ ਕਮਰਾ ਲੈ ਕੇ ਦੇ ਦਿੰਦੇ ਆ। ਜਿਹੜਾ ਨੁਕਸਾਨ ਹੋ ਰਿਹਾ ਇਹਦੇ ਕਰਕੇ ਕਮਿਊਨਿਟੀ ਦਾ, ਇੱਕ ਚੀਜ਼ ਨੂੰ ਦੇਖ ਕੇ, ਇੱਕ ਮੱਝ, ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਮੱਝ ਜੋ ਛੱਪੜ 'ਚ ਵੜ ਕੇ ਬਾਹਰ ਨਿਕਲੇ, ਨਾਲ ਦੀਆਂ ਨੂੰ ਵੀ ਲਪੇਟ ਦਿੰਦੀ। ਜਦੋਂ ਇੱਕ ਕੋਈ ਬੱਚੀ ਜਾਂ ਬੱਚਾ ਇਹੋ ਜਿਹੇ ਕਰਮ ਕਰਦਾ, ਇਹੋ ਜਿਹੇ ਕੰਮ ਕਰਦਾ, ਉਹਦੇ ਤੋਂ ਸਿੱਖਿਆ ਦੂਜੇ ਉਹਦੇ ਵੱਲ ਦੇਖ ਕੇ ਦੂਜੇ ਵੀ ਖਰਾਬ ਹੋ ਜਾਂਦੇ। ਬਾਬਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਬਿਲਕੁਲ ਸਹੀ ਆ ਜੀ। ਇਹ ਜਿਹੜੀ ਹੁਣੇ ਗੱਲ ਤੁਸੀਂ ਕੀਤੀ ਆ ਨਾ, ਇਹ ਕੈਨੇਡਾ ਦੇ ਵਿੱਚ ਹੀ ਘਟਨਾ ਵਾਪਰੀ ਸੀਗੀ ਲੋਕਡਾਊਨ ਦੇ ਦੌਰਾਨ। ਉਹ ਕੁੜੀ ਨੇ ਘਰ ਦੇ ਵਿੱਚ ਹੀ ਕੁੜੀ ਰਹਿੰਦੀ ਸੀਗੀ, ਉਹ ਔਰਤ ਨੇ ਖੁਦ ਆਪਣੇ ਘਰ ਦੇ ਵਿੱਚ ਕੁੜੀ ਨੂੰ ਸਟੇ ਦਿੱਤੀ ਸੀਗੀ, ਪਿੰਡ ਦੀ ਉਹਦੀ ਖੁਦ ਦੀ ਕੁੜੀ ਸੀਗੀ, ਤੇ ਉਸ ਕੁੜੀ ਨੇ ਫਿਰ ਉਹਦੇ ਘਰ ਵਾਲੇ ਦੇ ਨਾਲ ਨਜਾਇਜ਼ ਕਰਕੇ ਤੇ ਮੁੜ ਕੇ ਉਹ ਘਰ ਕੁੜੀ ਦਾ ਬਰਬਾਦ ਹੋ ਗਿਆ, ਆਪਣੇ ਹੱਥੀਂ ਜਿੱਦਾਂ ਬਰਬਾਦ ਕਰਨ ਵਾਲੀ ਗੱਲ। ਇਹ ਬਹੁਤ ਜ਼ਿਆਦਾ ਹੋ ਰਿਹਾ, ਇੰਗਲੈਂਡ ਦੇ ਵਿੱਚ ਵੀ ਇਦਾਂ ਹੋ ਰਿਹਾ। ਫਿਰ ਦੁਬਾਰਾ ਅਸੀਂ ਉਸੇ ਗੱਲ ਤੇ ਆ ਜਾਵਾਂਗੇ ਕਿ ਬੱਚੇ ਬੱਚੀਆਂ ਨੂੰ ਜਦੋਂ ਤੁਸੀਂ ਬਾਹਰ ਵਿਦੇਸ਼ ਵਿੱਚ ਭੇਜਦੇ ਹੋ, ਪੰਜਾਬ ਦੇ ਉਹ ਮਾਂ ਪਿਓ ਨੂੰ ਸਾਰਿਆਂ ਨੂੰ ਬੇਨਤੀ ਆ ਪੰਜਾਬੀਆਂ ਨੂੰ ਕਿ ਤੁਸੀਂ ਕਮ ਸੇ ਕਮ ਇੰਨਾ ਕੁ ਮੇਕ ਸ਼ੋਰ ਕਰ ਲਿਆ ਕਰੋ ਕਿ ਤੁਹਾਡਾ ਉੱਥੇ ਕੋਈ ਰਿਸ਼ਤੇਦਾਰ ਜਿਹੜਾ ਆ ਉਹ ਸੰਭਾਲਣ ਜੋਗਾ ਹੈਗਾ ਆ। ਤੇ ਜਾਂ ਤੁਹਾਡੇ ਬੱਚੇ ਜਿਹੜੇ ਇਹ ਚੱਲੇ ਆ, ਇਕੱਲੇ ਬੱਚੇ ਚੱਲੇ ਆ, ਇਹ ਉੱਥੇ ਕਿੱਦਾਂ ਰਹਿਣਗੇ, ਕੀ ਖਾਣ ਪੀਣਗੇ ਉੱਥੇ, ਕਿੰਨਾ, ਕਿਉਂਕਿ ਹੁਣ ਲੋਕਡਾਊਨ ਦੇ ਸਮੇਂ ਦੇ ਵਿੱਚ ਤਾਂ ਬਹੁਤ ਮਾੜਾ ਸਮਾਂ ਲੰਘਿਆ। ਇਸ ਸਮੇਂ ਦੇ ਵਿੱਚ ਤਾਂ ਬੱਚੇ ਸੜਕਾਂ ਤੇ ਵੀ ਸੁੱਤੇ ਆ, ਪਰ ਇਹਦੇ ਵਿੱਚ ਮਾਂ ਪਿਓ ਦਾ ਬਹੁਤ ਵੱਡਾ ਕਸੂਰ ਆ। ਹੁਣ ਮਾਂ ਪਿਓ ਨੂੰ ਇਹ ਗੱਲ ਚਾਹੀਦੀ ਆ ਕਿ ਆਪਣੇ ਬੱਚਿਆਂ ਦੇ ਨਾਲ ਰੋਜ਼ ਗੱਲਬਾਤ ਕਰਨੀ, ਉਹਨਾਂ ਨੂੰ ਹਰ ਰੋਜ਼ ਦੇ ਬਾਰੇ ਪੁੱਛਣਾ, ਉਹਨਾਂ ਨੂੰ ਇਹ ਬਾਰ-ਬਾਰ ਕਹੀ ਜਾਣਾ, ਸਿੱਖਿਆ ਦੇਈ ਜਾਣੀ ਕਿ ਗੁਰੂ ਘਰੇ ਜਾਓ, ਮੱਥਾ ਟੇਕੋ, ਮਹਾਰਾਜ ਦੀ ਜਾ ਕੇ ਸੇਵਾ ਕਰੋ। ਬੱਚਿਆਂ ਨੇ ਇੱਥੇ ਆ ਕਰਕੇ ਉਹੀ ਉਹ ਜਿਹੜਾ ਆਜ਼ਾਦੀ ਵਾਲਾ ਮਾਹੌਲ ਉਹਨੂੰ ਦੇ ਅਪਣਾ ਲਿਆ, ਪਰ ਆਪਣੇ ਮਨਾਂ ਦੇ ਵਿੱਚ ਇਹ ਗੱਲ ਘਰ ਬੱਚਿਆਂ ਨੇ ਕਰ ਲਈ ਆ, ਕੁੜੀਆਂ ਮੁੰਡਿਆਂ ਦੋਨਾਂ ਨੇ, ਕਿ ਅਸੀਂ ਇੱਥੇ ਆਜ਼ਾਦ ਹਾਂ, ਬਿਲਕੁਲ ਸਾਨੂੰ ਕੋਈ ਰੋਕ ਨਹੀਂ ਸਕਦਾ। ਕਾਨੂੰਨ ਜਿਹੜਾ ਹੈ, ਜੇ ਕੋਈ ਸਾਨੂੰ ਇਹ ਕਹੇਗਾ ਤੇ ਅਸੀਂ ਝੱਟ ਪੁਲਿਸ ਨੂੰ ਫੋਨ ਕਰ ਦੇਣਾ। ਇਹ ਗੱਲਾਂ ਦਿਮਾਗ 'ਚ ਪਾ ਲਈਆਂ। ਇਹ ਗੱਲ ਦਿਮਾਗ 'ਚ ਵਿੱਚੋਂ ਕੱਢ ਦਿੱਤੀ ਕਿ ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ, ਅਸੀਂ ਇੱਕ ਕਲਚਰਲ ਜਿਹੜਾ ਸਟੇਟ ਹੈਗੀ ਆ, ਇੱਕ ਬਹੁਤ ਇੱਥੇ ਧਰਮ ਦਾ ਬੜਾ ਵੱਡਾ ਪਹਿਰਾ ਹੈ, ਉੱਥੋਂ ਅਸੀਂ ਬਿਲੋਂਗ ਕਰਦੇ ਹਾਂ। ਉਹ ਚੀਜ਼ਾਂ ਨੂੰ ਬੱਚਿਆਂ ਨੇ ਦਿਮਾਗ 'ਚੋਂ ਕੱਢ ਲਿਆ। ਦੂਜੀ ਗੱਲ, ਗੁਰੂ ਘਰੇ ਆਉਣਗੇ, ਸੇਵਾ ਕਰਨਗੇ, ਇੱਥੇ ਗੁਰੂ ਘਰਾਂ ਨੇ ਲੰਗਰ ਪਾਣੀ ਦੀ ਪੂਰੀ ਸੇਵਾ, ਇਹਨਾਂ ਦੀ ਜਿਹੜਾ ਪੂਰੀ ਹੈਲਪ ਵੀ ਕੀਤੀ ਹੈ। ਪਰ ਹੁਣ ਬੱਚਿਆਂ ਨੂੰ ਇਹ ਹੋ ਗਿਆ, ਕੰਮ ਕਾਰ ਕਰਨ ਲੱਗ ਪਏ ਆ, ਸਾਨੂੰ ਹੁਣ ਲੋੜ ਨਹੀਂ ਗੁਰਦੁਆਰੇ ਜਾਣ ਦੀ। ਇਹ ਸਿੱਖਿਆ ਗੁਰੂ ਘਰਾਂ 'ਚ ਮਿਲਦੀ ਸੀਗੀ ਕਿ 4 ਲਾਵਾਂ ਦਾ ਮਹੱਤਵ ਕੀ ਆ, ਜਾਂ ਗੁਰਬਾਣੀ ਦੇ ਵਿੱਚੋਂ ਪਤਾ ਲੱਗਣਾ ਸੀ ਵੀ ਜ਼ਿੰਦਗੀ ਨੂੰ ਕਿਵੇਂ ਬਤੀਤ ਕਰਨਾ, ਕਿਵੇਂ ਰਹਿਣਾ। ਪਰ ਬਲਿਹਾਰ ਸਿੰਘ ਰਾਮੇਵਾਲ ਸਾਹਿਬ, ਇਹਨਾਂ ਨੇ ਬੱਚਿਆਂ ਨੇ ਨਾ ਹੁਣ ਪੰਜਾਬ ਦਾ ਪੂਰੇ ਦਾ ਨਾਂ ਜਿਹੜਾ ਆ ਪੂਰੇ ਵਰਲਡ ਦੇ ਵਿੱਚ, ਕਿਉਂਕਿ ਹੁਣ ਲੋਕ ਇਹ ਗੱਲ ਕਹਿੰਦੇ ਆ, ਬਾਹਰ ਦੇ ਜਿਹੜੇ ਗੋਰਿਆਂ ਜਿਹਨਾਂ ਨੂੰ ਪਤਾ ਲੱਗਦਾ ਨਾ ਇਹ ਗੱਲ, ਉਹ ਵੀ ਇਹ ਗੱਲ ਕਹਿੰਦੇ ਆ ਕਿ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਆ ਜਿਹੜਾ ਕੇਸ ਲਵਪ੍ਰੀਤ ਵਾਲਾ ਹੋਇਆ, ਇਹਦੇ ਵਿੱਚ ਸਾਰੇ ਸੋਸ਼ਲ ਮੀਡੀਆ ਤੇ ਫੈਲੀ ਹੋਈ ਗੱਲ ਇੰਗਲਿਸ਼ ਵਿੱਚ, ਪੰਜਾਬੀ ਵਿੱਚ, ਹਰ ਭਾਸ਼ਾ ਦੇ ਵਿੱਚ ਹੁਣ ਲਿਖਿਆ ਜਾ ਰਿਹਾ, ਔਰ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ। ਉਹ ਲੋਕ ਹੈਰਾਨ ਹੁੰਦੇ ਆ ਵੀ ਇਦਾਂ ਕੁੜੀਆਂ, ਔਰ 20-21 ਸਾਲ ਦੀਆਂ ਕੁੜੀਆਂ, ਛੋਟੀ ਉਮਰਾਂ ਦੀਆਂ ਕੁੜੀਆਂ ਇਦਾਂ ਕਰ ਰਹੀਆਂ, ਛੋਟੀ ਉਮਰਾਂ ਦੇ ਮੁੰਡੇ ਇਦਾਂ ਕਰ ਰਹੇ ਆ। ਫਿਰ ਬੜੀ ਉਸ ਵੇਲੇ ਸ਼ਰਮ ਆਉਂਦੀ ਆ, ਬੜਾ ਬੁਰਾ ਲੱਗਦਾ ਉਸ ਵੇਲੇ, ਕਿਉਂਕਿ ਇੱਕ ਹੁਣ ਜਸਟਨ ਟਰੂਡੋ ਨੇ ਜਦੋਂ ਬਿਆਨ ਦਿੱਤਾ ਤੇ ਉਹਨੂੰ ਗੋਰੇ ਵੀ ਸੁਣ ਰਹੇ ਸੀ, ਤੇ ਗੋਰਿਆਂ ਨੂੰ ਵੀ ਪਤਾ ਲੱਗ ਰਿਹਾ ਸੀ ਕਿ ਕੀ ਗੱਲ ਹੋਈ ਪੰਜਾਬੀਆਂ ਦੀ। ਜੀ, ਜਦੋਂ ਬਿਆਨ ਦਿੱਤਾ, ਉਹ ਆਪਦੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਬਿਲਕੁਲ ਜੀ, ਸੁਣਦਾ, ਉਹ ਆਂਢੀ ਗੁਆਂਢੀ ਦੇਸ਼ ਸੁਣਦੇ ਆ। ਜਿਹੜੀ ਇਹੋ ਜਿਹੀਆਂ ਘਟਨਾਵਾਂ ਕਰਕੇ ਪਹਿਲਾਂ ਤਾਂ ਹੋਣਾ ਕਿ ਅਮਰੀਕਾ ਦੇ ਵਿੱਚ ਇੱਕ ਉਹ ਆਪਣੀਆਂ ਚਾਚਿਆਂ ਦੇ ਨਿਆਣੇ, ਮਾਸੀਆਂ ਦੇ ਨਿਆਣੇ, ਫਲਾਨਿਆਂ ਦੇ ਨਿਆਣੇ ਜਣੇ ਖਣੇ ਨੂੰ ਮੰਗਾ ਲੈਂਦਾ ਹੁੰਦਾ ਸੀ, ਲੇਕਿਨ ਹੁਣ ਇਹੋ ਜਿਹੇ ਚੱਕਰ ਨਹੀਂ। ਅਖੀਰ ਦੇ ਵਿੱਚ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ, ਕੋਈ ਸੁਨੇਹਾ ਪੰਜਾਬੀਆਂ ਨੂੰ? ਮੈਂ ਤਾਂ ਜਿਹੜੇ ਮੁੰਡੇ ਕੁੜੀਆਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ 3-4 ਦਿਨ ਭਾਈ ਤਾਰੂ ਸਿੰਘ ਦਾ ਜਿਹੜਾ ਉਹ ਸ਼ਹੀਦੀ ਲੰਘ ਕੇ ਗਿਆ, ਸਾਨੂੰ ਸਿੱਖਣਾ ਚਾਹੀਦਾ ਭਾਈ ਤਾਰੂ ਸਿੰਘ ਤੋਂ, ਤੇ ਮਾਤਾ ਭਾਗ ਕੌਰ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਇਤਿਹਾਸ ਤੋਂ। ਥੈਂਕ ਯੂ ਤੁਹਾਡਾ, ਮੈਂ ਧੰਨਵਾਦ ਕਰਦਾ ਤੇ ਉਹਨਾਂ ਦੀ। ਹਾਂਜੀ, ਧੰਨਵਾਦ ਬਾਬਾ ਜੀ, ਤੁਸੀਂ ਕੀ ਕਹਿਣਾ? ਬਿਲਕੁਲ ਜੀ, ਮੇਰੀ ਹੱਥ ਜੋੜ ਕੇ ਪੰਜਾਬੀਆਂ ਨੂੰ ਤੇ ਇਹਨਾਂ ਬੱਚਿਆਂ ਦੇ ਮਾਂ ਪਿਓ ਨੂੰ ਬੇਨਤੀ ਆ, ਜਦੋਂ ਬੱਚਿਆਂ ਨੂੰ ਬਾਹਰ ਭੇਜਦੇ ਹੋ, ਇਹਨਾਂ ਮੇਕ ਸ਼ੋਰ ਕਰ ਲਿਆ ਕਰੋ ਕਿ ਤੁਹਾਡੇ ਬੱਚਿਆਂ ਨੇ ਰਹਿਣਾ ਕਿੱਥੇ ਆ ਜਾ ਕੇ।
ਉੱਥੇ ਕੀ ਖਾਣਗੇ ਪੀਣਗੇ, ਉਹਨਾਂ ਦੀ ਸੁਸਾਇਟੀ ਸੰਗਤ ਕਿਹੋ ਜਿਹੀ ਹੋਵੇਗੀ। ਤੇ ਇਹਨਾਂ ਬੱਚਿਆਂ ਨੂੰ ਤੁਸੀਂ ਬਾਰ-ਬਾਰ ਫੋਨ ਕਰਕੇ ਇਹ ਗੱਲ ਜ਼ਰੂਰ ਕਿਹਾ ਕਰੋ ਕਿ ਗੁਰੂ ਘਰੇ ਜਾਓ ਬੱਚਿਓ, ਉੱਥੇ ਜਾ ਕੇ ਕੁਝ ਸਿੱਖੋ, ਕੁਝ ਸੇਵਾ ਕਰੋ। ਤੁਹਾਡੇ ਬੱਚੇ ਇੱਥੇ ਆਪਣੇ ਬੈਟਰ ਲਾਈਫ ਵਾਸਤੇ ਆਏ ਆ, ਆਪਣੀ ਜ਼ਿੰਦਗੀ ਬਰਬਾਦ ਕਰਕੇ ਨਾ ਚਲੇ ਜਾਣ। ਜਿਵੇਂ ਇਹ ਲਵਪ੍ਰੀਤ ਬਿਲਕੁਲ। ਚਲੋ ਬਿਲਕੁਲ ਵਾਲਾ ਕੇਸ ਹੋਇਆ, ਇਸ ਚਲੋ ਤਰ੍ਹਾਂ ਦੇ ਮੈਂ ਹਜ਼ਾਰਾਂ ਹੀ ਕੇਸ ਹੋਰ ਨੇ। ਚਲੋ ਮੈਂ ਰਿਣੀ ਆ ਤੁਹਾਡਾ। ਮੈਂ ਇਹੀ ਕਹਿਣਾ ਚਾਹੁੰਦਾ ਸਿੱਖ ਚੈਨਲ ਦੇ ਜਰੀਏ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਤੁਹਾਡੇ ਬੱਚੇ ਬੱਚੀਆਂ ਵਿਦੇਸ਼ਾਂ 'ਚ ਨਾ ਆਉਣ, ਤੁਹਾਡੇ ਬੱਚੇ ਬੱਚੀਆਂ ਆਪਣਾ ਸੁਨਹਿਰੀ ਭਵਿੱਖ ਦੀ ਉਮੀਦ ਨਾ ਰੱਖਣ। ਤੁਸੀਂ ਸਾਰੇ ਉਮੀਦ ਰੱਖੋ ਤੇ ਦੇਸ਼ਾਂ ਜਾਂ ਵਿਦੇਸ਼ਾਂ 'ਚ ਘੁੰਮੋ, ਜੋ ਮਰਜ਼ੀ ਕਰੋ, ਲੇਕਿਨ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ, ਬਾਬਾ ਜੀ ਨੇ ਦੱਸਿਆ ਕਿ ਤੁਸੀਂ ਪਹਿਲਾਂ ਇਹ ਸੋਚੋ ਕਿ ਤੁਹਾਡਾ ਉੱਥੇ ਕੋਈ ਹੈ ਜਿਹੜਾ ਤੁਹਾਡੇ ਬੱਚੇ ਜਾਂ ਬੱਚੀ ਨੂੰ ਸੰਭਾਲ ਸਕਦਾ, ਜਾਂ ਤੁਹਾਡਾ ਬੱਚਾ ਇੰਨੀ ਵੈਲ ਪਾ ਕਿ ਉਹ ਗਲਤ ਰਸਤੇ ਨਹੀਂ ਤੁਰੂਗਾ, ਨਹੀਂ ਕਰੂਗਾ। ਸੋ ਸਾਡੀ ਤੇ ਗੁਰੂ ਚਰਨ ਪਾਸਾ ਇੱਥੇ ਵੀ ਤੁਸੀਂ ਰਹੋ ਪੰਜਾਬੀਓ, ਹਮੇਸ਼ਾ ਹੱਸਦੇ ਵਸਦੇ ਰਹੋ। ਭੁੱਲਾਂ ਚੁੱਕਾਂ ਦੀ ਖਿਮਾ। ਮੇਰੀ ਪੂਰੀ ਟੀਮ ਅਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇਵਾਲ ਨੂੰ ਦੋ ਪੰਜਾਬ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।